कोट पराध हमारे खंडो, अनेक विधि समझावो। हम अज्ञान अल्प मत थोरी, तुम आपन विरद रखावो। तुमरी शरण तुम्हारी आसा, तुम ही सजन सोहेले। राखो राखनहार दयाला, नानक कर के गोले। नासरो मंसूर गुर गोबिंद सिंह, इज़्दी मंजूर गुर गोबिंद सिंह। हक राह गंजूर गुर गोबिंद सिंह, जुमला फैज़-ए-नूर गुर गोबिंद सिंह। परम सन्मानी योग जुगो जुग अटल चवर छत्र तखत दे मालिक, धन धन आद साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डियां भागां वाले हो, जिन्हां उत्ते सतगुरु सच्चे पातशाह जी ने कनेरी नदर करके सत संगत दियां अमोलक घड़ियां बख्शिश करके नवाजिया है। साहिबे कमाल सरवंसदानी बादशाह दरवेश सतगुरु कलगीधर दशमेश पिता साहब श्री गुरु गोबिंद सिंह महाराज सच्चे पातशाह जियां दे लखते जिगर फरजंद, चौहां साहिबजादियां दी महान शहादत नूं समर्पित और धन माता गुजर कौर जियां दी लसानी शहादत नूं समर्पित चमकौर साहब दे समूह शहीदां नूं याद करदिआं ये विशेष गुरमत समागम सजे हन। बहुत ही प्यार दे नाल आप जियां ने कीर्तन सरवण कीता है और साहिबजादिआं नाल इतिहास नाल संबंधित कुछ कवितावां जिहड़ियां हन वो कीर्तन रूप में सरवण कीतियां हन। बहुत ही वैराग और बहुत ही सुरीली रसना दे नाल भाई साहब जियां ने तुहानूं सरवण करवाया है। सतगुरु गुरु कलगीधर पातशाह किरपा बख्शिश करन, आपां सारिआं नूं भावना बख्शिश करन, प्रेम बख्शिश करन। आपां श्री गुरु गोबिंद सिंह महाराज दे पुत्र ते नहीं बन सकते, उहदे पुत्तां वर्गे नहीं हो सकते, पर अरदास करिए हे सतगुरु तेरे पुत्तां दी गाथा सुणदिआं सुणाउंदिआं
ਕਿਤੇ ਤੇਰੇ ਬਖਸ਼ੇ ਹੋਇਆਂ ਦੀ ਚਰਨ ਧੂੜ ਮਿਲੇ, ਸਾਡਾ ਵੀ ਇਹ ਰਹਿੰਦਾ ਜੀਵਨ ਸਫਲ ਹੋ ਸਕੇ। ਕਿਉਂਕਿ ਜਿਸ ਤਰ੍ਹਾਂ ਦੀ ਦੁਨੀਆ ਵਿੱਚ ਆਪਾਂ ਗੁਆਚੇ ਹੋਏ ਹਾਂ ਸਾਧ ਸੰਗਤ, ਇਹ ਆਪੋ ਆਪਣੇ ਮਨ ਨਾਲ ਫੈਸਲਾ ਕਰਿਓ ਤਾਂ ਤੁਹਾਨੂੰ ਐਂ ਲੱਗੇਗਾ ਅਸੀਂ ਗੁਰੂ ਤੋਂ ਬਹੁਤ ਦੂਰ ਬੈਠੇ। ਆਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ। ਕਿਉਂਕਿ ਸੰਸਾਰ ਦੇ ਅੰਦਰ ਕੋਈ ਕਿੰਨਾ ਵੀ ਵੱਡਾ ਮਹਾਬਲੀ ਯੋਧਾ ਹੋਵੇ, ਬੰਦਾ ਕਿੰਨਾ ਵੀ ਬਲਸ਼ਾਲੀ ਹੋਵੇ, ਪੁੱਤਾਂ ਦਾ ਮੋਹ ਉਹਨੂੰ ਕਮਜ਼ੋਰ ਕਰ ਦਿੰਦਾ ਹੈ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਲਿਹਾਰ ਜਾਈਏ, ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘ ਕੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਦਰ ਦਾ ਬਲ ਕੋਈ ਘੱਟ ਨਹੀਂ ਕਰ ਸਕਿਆ। ਆਓ ਸਤਿਗੁਰ ਦੇ ਇਤਿਹਾਸ ਨਾਲ ਜੁੜੀਏ। ਇੱਕ ਵਾਰ ਹਾਜ਼ਰੀ ਲਾਓ, ਅਸੀਸ ਬਖਸ਼ੋ, ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾਈਏ। ਹਾਜ਼ਰੀ ਲਵਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਵਿੱਚ ਬਹੁਤ ਵੱਡੇ ਵੱਡੇ ਯੋਧੇ ਹੋਏ ਨੇ, ਬਹੁਤ ਵੱਡੇ ਵੱਡੇ ਸੂਰਵੀਰ ਹੋਏ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਖੁਦ ਸਵਈਆਂ ਵਿੱਚ ਜ਼ਿਕਰ ਕੀਤਾ ਹੈ, ਇੱਦਾਂ ਦੇ ਬੰਦੇ ਵੀ ਹੋਏ ਨੇ ਇਸ ਧਰਤੀ 'ਤੇ ਜਿਨ੍ਹਾਂ ਦੀਆਂ ਭੁਜਾਵਾਂ ਬਾਹਾਂ ਦਾ ਬਲ ਐ ਸੀ ਜਿਵੇਂ ਕਿਲੇ ਹੋਣ। ਉਹਨਾਂ ਕੋਲ ਘੋੜੇ ਇੰਨੇ ਤੇਜ਼ ਰਫ਼ਤਾਰ ਵਿੱਚ ਦੌੜਨ ਵਾਲੇ ਸਨ ਜਿਵੇਂ ਤੇਜ਼ ਹਵਾ ਹਨੇਰੀ ਵਗ ਰਹੀ ਹੋਵੇ। ਮਾਤੇ ਮਾਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਵਿਦ। ਇੱਦਾਂ ਦੇ ਰਾਜੇ ਜਿਨ੍ਹਾਂ ਦੀਆਂ ਬਾਹਾਂ 'ਚ ਇੰਨਾ ਬਲ ਸੀ। ਭਾਰੀ ਭੁਜਾਨ ਕੇ ਭੂਪ ਭਲੀ ਵਿਦ, ਨਿਆਵਤ ਸੀਸ ਨਾ ਜਾਤ ਵਿਚਾਰੇ। ਸਾਧ ਸੰਗਤ, ਮਹਾਭਾਰਤ ਦਾ ਦੁਆਪਰ ਵਿੱਚ ਇੱਕ ਯੋਧਾ ਹੋਇਆ ਹੈ ਜਿਹਨੂੰ ਅਰਜੁਨ ਕਹਿੰਦੇ ਨੇ। ਉਹਨੇ 17 ਦਿਨਾਂ ਵਿੱਚ ਮਹਾਭਾਰਤ ਦੀ ਜੰਗ ਕੁਰਸ਼ੇਤਰ ਦੀ ਧਰਤੀ ਤੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰੇ। ਔਰ ਸਾਧ ਸੰਗਤ, ਉਹਦਾ ਨਿਸ਼ਾਨਾ ਇੰਨਾ ਪੱਕਾ ਸੀ ਕਿ ਪਾਣੀ ਵਿੱਚ ਖੂਹ ਵਿੱਚ ਘੁੰਮਦੀ ਤੈਰਦੀ ਮੱਛੀ ਦੀ ਅੱਖ ਦਾ ਨਿਸ਼ਾਨਾ ਲਾਉਂਦਾ ਸੀ। ਔਰ ਕੁਰਸ਼ੇਤਰ ਦੀ ਜੰਗ ਅੰਦਰ ਉਹਨੇ ਲੱਖਾਂ ਬੰਦਿਆਂ ਨੂੰ ਮੌਤ ਦੇ ਘਾਟ ਉਤਾਰਿਆ। ਤੇ ਜਿੱਦਣ ਉਹਦਾ ਆਪਣਾ ਪੁੱਤਰ ਅਭਿਮਨਿਊ ਮਾਰਿਆ ਗਿਆ, ਉਦਣ ਅਰਜੁਨ ਨੇ ਵੀ ਤੀਰ ਕਮਾਨ ਤਲਵਾਰਾਂ ਸੁੱਟ ਦਿੱਤੀਆਂ। ਉਹ ਵੀ ਮਹਾਭਾਰਤ ਦੀ ਧਰਤੀ ਤੇ ਰੱਥ ਤੋਂ ਉਤਰ ਕੇ ਰੋਣ ਲੱਗ ਪਿਆ। ਸ਼੍ਰੀ ਕ੍ਰਿਸ਼ਨ ਬੇਵੱਸ ਹੋ ਗਏ ਕਿਉਂਕਿ ਉਹ ਰਥਵਾਨ ਸਨ। ਉਹਦੇ ਚਾਰ ਹੀ ਪੰਜਾਂ ਪਾਂਡਵਾਂ ਚੋਂ ਚਾਰੇ ਹੀ ਪਾਂਡਵ ਇਕੱਠੇ ਹੋ ਕੇ ਕ੍ਰਿਸ਼ਨ ਕੋਲ ਆਏ ਤੇ ਸਭ ਤੋਂ ਵੱਡੇ ਯੁਧਿਸ਼ਟਰ ਕਹਿੰਦੇ ਸ਼੍ਰੀ ਕ੍ਰਿਸ਼ਨ ਮਹਾਰਾਜ, ਅਰਜੁਨ ਤੋਂ ਬਗੈਰ ਤਾਂ ਅਸੀਂ ਮੈਦਾਨੇ ਜੰਗ ਵਿੱਚ ਕੁਝ ਵੀ ਨਹੀਂ। ਸਾਡੇ ਕੋਲ ਪੰਜਾਂ ਪਾਂਡਵਾਂ ਵਿੱਚੋਂ ਲੈ ਦੇ ਕੇ ਕੋਈ ਸੂਰਵੀਰ ਯੋਧ ਹੈ ਜਿਸ ਤੋਂ ਕੌਰਵ ਡਰਦੇ ਨੇ, ਉਹ ਅਰਜੁਨ ਹੈ। ਤੇ ਅਰਜੁਨ ਪੁੱਤਰ ਮਰਨ ਤੋਂ ਬਾਅਦ ਰੋਣ ਲੱਗ ਪਿਆ, ਉਹਦਾ ਬਲ ਹਾਰ ਗਿਆ, ਉਹਨੇ ਤੀਰ ਤਲਵਾਰਾਂ ਸੁੱਟ ਦਿੱਤੀਆਂ ਨੇ। ਇੱਦਾਂ ਤਾਂ ਅਸੀਂ ਜੰਗ ਹਾਰ ਜਾਵਾਂਗੇ। ਕਹਿੰਦੇ ਨੇ ਫਿਰ ਸ਼੍ਰੀ ਕ੍ਰਿਸ਼ਨ ਨੇ ਇੱਕ ਗੱਲ ਕਹੀ, ਪੰਜਾਂ ਪਾਂਡਵਾਂ ਨੂੰ ਕਹਿੰਦਾ ਕ੍ਰਿਸ਼ਨ ਵਿੱਚ ਹੁਣ ਉਹ ਬਲ, ਅਰਜੁਨ ਦੇ ਅੰਦਰ ਉਹ ਤਾਕਤ ਨਹੀਂ ਰਹੀ ਪੁੱਤਰ ਮਰਨ ਤੋਂ, ਜਿਹੜੀ ਤਾਕਤ ਪੁੱਤ ਜਿਉਂਦਿਆਂ ਪਹਿਲਾਂ ਇਹਦੇ ਸਰੀਰ ਵਿੱਚ ਸੀ। ਤਾਂ ਪੰਜਾਂ ਪਾਂਡਵਾਂ ਨੂੰ ਉਹਨੇ ਕਿਹਾ ਤੁਸੀਂ ਉਨੀ ਦੇਰ ਜੰਗ ਨਹੀਂ ਜਿੱਤ ਸਕਦੇ ਮਹਾਭਾਰਤ ਦੀ, ਜਿੰਨੀ ਦੇਰ ਕੌਰਵਾਂ ਬਲ ਦੇ ਪਾਸੇ ਸ਼ਸਤਰ ਵਿੱਦਿਆ ਦਾ ਗੁਰੂ ਦ੍ਰੋਣਾਚਾਰੀਆ ਖੜਾ ਹੈ। ਕਿਉਂਕਿ ਉਸ ਜੰਗ ਵਿੱਚ ਇੱਕ ਯੋਧਾ ਹੋਰ ਹੈ, ਉਹਨੂੰ ਗੁਰੂ ਦ੍ਰੋਣਾਚਾਰੀਆ ਕਹਿੰਦੇ ਨੇ। ਉਹ ਅਰਜੁਨ ਦਾ ਵੀ ਗੁਰੂ ਹੈ। ਜਿੰਨੀ ਦੇਰ ਦ੍ਰੋਣਾਚਾਰੀਆ ਕੌਰਵਾਂ ਵੱਲ ਖੜਾ ਹੈ, ਤੁਸੀਂ ਮਹਾਭਾਰਤ ਦੀ ਜੰਗ ਜਿੱਤ ਹੀ ਨਹੀਂ ਸਕਦੇ। ਤਾਂ ਫਿਰ ਯੁਧਿਸ਼ਟਰ ਪੁੱਛਦਾ ਹੈ, ਕਹਿੰਦਾ ਸ਼੍ਰੀ ਕ੍ਰਿਸ਼ਨ ਮਹਾਰਾਜ ਫਿਰ ਜੰਗ ਕਿਵੇਂ ਜਿੱਤੀ ਜਾਵੇ? ਇਹ ਖੁਦ ਦੁਆਪਰ ਦੇ ਅਵਤਾਰ ਨੇ ਗੱਲ ਕਹੀ। ਸ਼੍ਰੀ ਕ੍ਰਿਸ਼ਨ ਨੇ ਕਿਹਾ, ਕਹਿੰਦੇ ਕਿੰਨਾ ਵੀ ਵੱਡਾ ਕੋਈ ਦੁਨੀਆ ਦਾ ਯੋਧਾ ਹੋਵੇ,
ਉਹ ਪੁੱਤਾਂ ਦੇ ਮੋਹ ਵਿੱਚ ਕਮਜ਼ੋਰ ਪੈ ਜਾਂਦਾ ਹੈ। ਜਾਓ ਦ੍ਰੋਣਾਚਾਰੀਆਂ ਦੇ ਕੋਲ ਜਾ ਕੇ ਝੂਠਾ ਮੂਠਾ ਰੌਲਾ ਪਾ ਦਿਓ, ਅਸਵਥਾਮਾ ਹਰੋ, ਅਸਵਥਾਮਾ ਹਰੋ। ਅਸਵਥਾਮਾ ਉਹਦੇ ਪੁੱਤ ਦਾ ਨਾਂ ਸੀ। ਰੌਲਾ ਪਾ ਦਿਓ ਅਸਵਥਾਮਾ ਮਰ ਗਿਆ, ਅਸਵਥਾਮਾ ਮਰ ਗਿਆ। ਦ੍ਰੋਣਾਚਾਰੀਆ ਪੁੱਤ ਦੇ ਮੋਹ ਵਿੱਚ ਕਮਜ਼ੋਰ ਪੈ ਜਾਏਗਾ, ਉਹਦੇ ਕੋਲ ਤੀਰ ਚਲਾਉਣ ਦਾ ਬਲ ਨਹੀਂ ਰਹੇਗਾ, ਤੁਸੀਂ ਜੰਗ ਜਿੱਤ ਜਾਓਗੇ। ਮਹਾਭਾਰਤ ਦਾ ਆਖਰੀ ਐਪੀਸੋਡ ਇੱਥੇ ਖਤਮ ਹੋਇਆ ਜਦੋਂ ਦ੍ਰੋਣਾਚਾਰੀਆ ਦੇ ਕੋਲ ਜਾ ਕੇ ਯੁਧਿਸ਼ਟਰ ਨੇ ਕਿਹਾ ਅਸਵਥਾਮਾ ਹਰੋ ਕੁੰਚਰੋ ਕੇ ਨਰੋ, ਅਸਵਥਾਮਾ ਹਰੋ ਕੁੰਚਰੋ ਕੇ ਨਰੋ। ਇੰਨੀ ਗੱਲ ਸੁਣ ਕੇ ਦ੍ਰੋਣਾਚਾਰੀਆ ਨੇ ਹੈ ਅਸਵਥਾਮਾ ਮਰ ਗਿਆ। ਦ੍ਰੋਣਾਚਾਰੀਆ ਦੇ ਸਰੀਰ 'ਚ ਬਲ ਨਹੀਂ ਰਿਹਾ, ਉਹ ਤੀਰ ਕਮਾਨ ਸੁੱਟ ਕੇ ਬਹਿ ਗਿਆ। ਅਗਲੀ ਸਵੇਰ ਹੀ ਜਿੱਤ ਦਾ ਬਿਗਲ ਵੱਜਿਆ, ਪਾਂਡਵਾਂ ਦੀ ਮਹਾਭਾਰਤ ਵਿੱਚ ਜਿੱਤ ਹੋ ਗਈ। ਕਹਿਣ ਤੋਂ ਭਾਵ ਵੱਡੇ ਵੱਡੇ ਯੋਧੇ ਬਲੀ ਬੰਦੇ ਜਿਹੜੇ ਨੇ ਉਹ ਪੁੱਤਾਂ ਦੇ ਮੋਹ ਵਿੱਚ ਕਮਜ਼ੋਰ ਪੈ ਜਾਂਦੇ ਨੇ। ਬਲਿਹਾਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਬਲ ਨਹੀਂ ਘਟ ਕਰ ਸਕਿਆ। ਲਾਲਾ ਦੌਲਤ ਰਾਏ ਆਰੀਆ ਲਿਖਦਾ ਸੁਭਾਨ ਉਮਰੀ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਮਹਾਬਲੀ ਨਹੀਂ। ਉਹ ਜਿਹੜਾ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਵੀ ਲੰਘ ਗਿਆ, ਉਹਦਾ ਬਲ, ਉਹਦੀ ਤਾਕਤ ਕੋਈ ਘਟ ਨਹੀਂ ਕਰ ਸਕਿਆ, ਉਹਦੇ ਅੰਦਰ ਦੀ ਮਸਤੀ ਨੂੰ ਕੋਈ ਘਟ ਨਹੀਂ ਕਰ ਸਕਿਆ। ਇੱਕ ਗੱਲ ਕਹਿ ਕੇ ਮੈਂ ਇਤਿਹਾਸ ਵਿੱਚ ਅੱਗੇ ਤੁਰਨਾ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੋਵਾਂ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘੇ, ਇਤਿਹਾਸ ਕਹਿੰਦਾ ਬਾਰ-ਬਾਰ ਭਾਈ ਦਇਆ ਸਿੰਘ ਇਹ ਗੱਲ ਕਹਿੰਦੇ ਰਹੇ, ਮਹਾਰਾਜ ਪਿਓ ਹੋਣ ਦਾ ਫਰਜ਼ ਨਿਭਾ ਕੇ ਜਾਓ, ਸੰਸਕਾਰ ਕਰਨਾ ਸੰਭਵ ਨਹੀਂ। ਮਹਾਰਾਜ ਇੱਕ ਵਾਰ ਕਫਨ ਪਾਉਣਾ ਤਾਂ ਪਿਓ ਦਾ ਫਰਜ਼ ਬਣਦਾ ਹੈ, ਸੰਸਕਾਰ ਕਰਨਾ ਸੰਭਵ ਨਹੀਂ। ਕਫਨ ਤਾਂ ਪਾਇਆ ਜਾ ਸਕਦਾ ਹੈ, ਮੈਂ ਦੁਮੱਲਾ ਖੋਲ ਕੇ ਦਿੰਨਾ, 2 ਟੋਟੇ ਕਰਕੇ ਪੁੱਤਾਂ ਦਾ ਸਰੀਰ ਢੱਕ ਜਾਓ। ਮਹਾਰਾਜ ਤੇਰੇ ਪੁੱਤਾਂ ਦੀਆਂ ਲਾਸ਼ਾਂ ਵੇਖਣ ਯੋਗ ਨਹੀਂ। ਛਾਤੀ ਤੋਂ ਲੈ ਕੇ ਪੇਟ ਤੱਕ ਬੋਟੀਆਂ ਬੋਟੀਆਂ ਕਰ ਦਿੱਤੀਆਂ ਨੇ, ਅੰਦਰਾਂ ਬਾਹਰ ਆ ਗਈਆਂ ਨੇ, ਸੈਂਕੜੇ ਵਰਸ਼ੀਆਂ ਤੇਰੇ ਅਜੀਰ ਤੇ ਜੁਝਾਰ ਦੇ ਵੱਜੀਆਂ ਨੇ। ਮਹਾਰਾਜ ਲਾਸ਼ਾਂ ਵੇਖਣ ਯੋਗ ਨਹੀਂ, ਕਿਰਪਾ ਕਰੋ ਮੈਂ ਦੁਮਾਲਾ ਦਿੰਨਾ, ਤੁਸੀਂ 2 ਟੋਟੇ ਕਰਕੇ ਸਰੀਰ ਢੱਕ ਦਿਓ। ਕਲਗੀਧਰ ਪਾਤਸ਼ਾਹ ਜਵਾਬ ਦਿੰਦੇ ਨੇ, ਕਹਿੰਦੇ ਦਇਆ ਸਿੰਘ ਮੈਂ ਪੁੱਤਾਂ ਤੇ ਸਿੱਖਾਂ ਵਿੱਚ ਫਰਕ ਨਹੀਂ ਕਰ ਸਕਦਾ, ਮੈਂ ਪੁੱਤਾਂ ਤੇ ਸਿੱਖਾਂ ਵਿੱਚ ਫਰਕ ਨਹੀਂ ਪਾ ਸਕਦਾ। ਮੈਨੂੰ ਪੁੱਤਾਂ ਨਾਲੋਂ ਵੱਧ ਸਿੱਖ ਪਿਆਰੇ ਨੇ। ਓਏ ਮੈਂ ਸਿੱਖਾਂ ਦੀਆਂ ਲਾਸ਼ਾਂ ਛੱਡ ਕੇ ਪੁੱਤਾਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਪਾ ਸਕਦਾ। ਰਹਿਣ ਦੇ ਦਇਆ ਸਿੰਘ, ਮੈਂ ਸਿੱਖਾਂ ਤੇ ਪੁੱਤਾਂ ਵਿੱਚ ਕਦੇ ਫਰਕ ਨਹੀਂ ਕਰ ਸਕਦਾ। ਜਦੋਂ ਹਜ਼ੂਰ ਇਸ ਤਰ੍ਹਾਂ ਕਹਿ ਕੇ ਤੁਰਨ ਲੱਗੇ ਨਾ, ਪਿਆਰੇ ਦਇਆ ਸਿੰਘ ਨੇ ਇੱਕ ਗੱਲ ਕਹੀ, ਦਾਤਿਆ ਕਿਹੜੀ ਗੱਲ ਦੇ ਪਿੱਛੇ ਲੱਗਾ ਹੋਇਆ? ਪਾਤਸ਼ਾਹ ਪਹਿਲਾਂ ਤੂੰ ਆਪਣਾ ਪਰਿਵਾਰ ਖੇਰੂ ਖੇਰੂ ਹੁੰਦਾ ਵੇਖਿਆ, ਤੇਰਾ ਪਰਿਵਾਰ ਤੇਰੀਆਂ ਅੱਖਾਂ ਦੇ ਸਾਹਮਣੇ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਮਾਂ ਗੁਜਰੀ ਦੀ ਕੋਈ ਖਬਰ ਨਹੀਂ, ਤੇਰੇ ਮਹਿਲਾਂ ਦਾ ਕੋਈ ਪਤਾ ਨਹੀਂ। 2 ਪੁੱਤ ਬਚੇ ਸਨ, ਤੂੰ ਸਾਡੀ ਗੱਲ ਮੰਨੀ ਨਹੀਂ, ਦੋਵੇਂ ਪੁੱਤ ਜੰਗ ਵਿੱਚ ਭੇਜ ਕੇ ਸ਼ਹੀਦ ਕਰਵਾ ਲੈ। ਤੇ ਪਾਤਸ਼ਾਹ ਹੁਣ ਕਫਨ ਪਾਉਣ ਨੂੰ ਕਹਿੰਦੇ, ਤੁਸੀਂ ਕਹਿੰਦੇ ਹੋ ਮੈਂ ਸਿੱਖਾਂ ਤੇ ਪੁੱਤਾਂ 'ਚ ਫਰਕ ਨਹੀਂ ਕਰ ਸਕਦਾ, ਆਪਣੇ ਪੁੱਤਾਂ ਦੀਆਂ ਲਾਸ਼ਾਂ ਬਿਨਾਂ ਕਫਨਾਂ ਤੋਂ ਛੱਡ ਚੱਲੇ ਹੋ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਹੜੀ ਗੱਲ ਦੇ ਪਿੱਛੇ ਲੱਗਾ ਹੋਇਆ? ਮਹਾਰਾਜ ਕਿਹੜੀ ਗੱਲ ਦੇ ਪਿੱਛੇ ਪਏ ਹੋਏ ਹੋ? ਇੰਨੀ ਕੁ ਗੱਲ ਪਿਓ ਹੋਣ ਦਾ ਫਰਜ਼ ਤਾਂ ਨਿਭਾਉਣਾ ਚਾਹੀਦਾ ਹੈ, ਤੁਸੀਂ ਕਫਨ ਪਾਉਣ ਤੋਂ ਇਨਕਾਰ ਕਰਦੇ ਹੋ। ਮਹਾਰਾਜ ਕਿਹੜੀ ਗੱਲ ਪਿੱਛੇ ਲੱਗ ਗਿਆ? ਪੁੱਤਾਂ ਦੀ ਪੀੜ ਤਾਂ ਪੰਛੀਆਂ ਤੋਂ ਵੀ ਝੱਲੀ ਨਹੀਂ ਜਾਂਦੀ, ਤੂੰ ਕਿਵੇਂ ਸੱਲ ਚੱਲ ਕੇ ਤੁਰ ਪਿਆ? ਮਹਾਰਾਜ ਇੰਨੀ ਵੱਡੀ ਪੀੜ, ਇੰਨਾ ਵੱਡਾ ਦਰਦ, ਪੁੱਤਰਾਂ ਦੀਆਂ ਲਾਸ਼ਾਂ ਵੇਖ ਕੇ ਤੂੰ ਕਿਵੇਂ ਲੰਘ ਚੱਲਿਆ? ਪੁੱਤਾਂ ਦੀ ਪੀੜ ਤਾਂ ਪੰਛੀਆਂ ਤੋਂ ਵੀ ਨਹੀਂ ਝੱਲੀ ਜਾਂਦੀ। ਕੁਝ ਸਮਾਂ ਪਹਿਲਾਂ ਇੱਕ ਵੀਡੀਓ ਨੈੱਟ ਉੱਤੇ ਵਾਇਰਲ ਹੋਈ ਹੈ, ਮੈਂ ਇੱਕ ਦਿਨ ਲਾਈਵ ਤੋਂ ਕਿਹਾ, ਆ ਛੱਪੜ ਵਿੱਚ ਪੋਖਰ ਦੇ ਕੰਢੇ ਟਟੀਰੀਆਂ ਹੁੰਦੀਆਂ ਨਾ, ਪਾਣੀ 'ਚ ਤਰਦੀਆਂ, ਤਾਂ ਕਹਿੰਦੇ ਨੇ ਉਹ ਜਿਹੜੀ ਮੁਰਗਾਬੀ ਹੈ ਟਟੀਰੀ, ਉਹ ਆਪਣੇ ਬੱਚਿਆਂ ਨਾਲ ਸੜਕ ਪਾਰ ਕਰ ਰਹੀ ਸੀ। ਨਿੱਕੇ ਨਿੱਕੇ ਬੋਟ ਜਿਹੜੇ ਸਨ ਉਹਦੇ ਮਗਰ ਤੁਰ ਰਹੇ ਸਨ। ਇੰਨੇ ਨੇ ਕੋਈ ਗੱਡੀ ਆਈ, ਉਹਦਾ ਇੱਕ ਨਿੱਕਾ ਜਿਹਾ ਬੱਚਾ ਬੋਟ ਗੱਡੀ ਦੇ ਥੱਲੇ ਆ ਗਿਆ, ਬਾਕੀ ਤਾਂ ਛੋਟੇ ਛੋਟੇ ਬੋਟ ਭੱਜ ਗਏ ਬੱਚੇ। ਉਹ ਟਟੀਰੀ ਘੁੰਮ ਕੇ ਪਰਤ ਕੇ ਫੇਰ ਆ ਕੇ
ਆਪਣੇ ਨਿੱਕੇ ਜਿਹੇ ਉਹ ਬੱਚੇ ਦੇ ਕੋਲ ਬਹਿ ਗਈ। ਤੇ ਸਾਧ ਸੰਗਤ ਫਿਰ ਗੱਡੀਆਂ ਵਾਲੇ ਗੱਡੀਆਂ ਰੋਕ ਲਈਆਂ, ਲੋਕ ਘੁਮਾ ਕੇ ਉੱਥੋਂ ਲੰਘ ਰਹੇ ਸੀ। ਉਹ ਸੜਕ ਦੇ ਗੱਭੇ ਆਪਣੇ ਮਰੇ ਹੋਏ ਨਿੱਕੇ ਜਿਹੇ ਬੱਚੇ ਦੇ ਕੋਲ ਬੈਠੀ ਰਹੀ। ਲੋਕਾਂ ਵੀਡੀਓ ਬਣਾ ਕੇ ਨੈੱਟ ਉੱਤੇ ਪਾਈ ਹੈ। ਦੇਖੋ, ਪੰਛੀਆਂ ਵਿੱਚ ਵੀ ਬੱਚਿਆਂ ਦਾ ਇੰਨਾ ਮੋਹ ਹੈ, ਜਾਨਵਰਾਂ ਦੇ ਅੰਦਰ ਵੀ ਬੱਚਿਆਂ ਦਾ ਇੰਨਾ ਮੋਹ ਹੈ। ਤੇ ਅੱਜ ਜਿਹੜੀ ਗੱਲ ਪਿਆਰੇ ਦਇਆ ਸਿੰਘ ਜੀ ਨੇ ਕਹੀ, ਉਹ 10ਵੇਂ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਕਿਹੜੀ ਗੱਲ ਪਿੱਛੇ ਲੱਗਾ ਹੋਇਆ? ਪਰਿਵਾਰ ਅੱਖਾਂ ਦੇ ਸਾਹਮਣੇ ਵਿਛੜ ਗਿਆ, ਤੁਸੀਂ ਨਾਲ ਨਹੀਂ ਰੱਖਿਆ। ਅਸੀਂ ਆਨੰਦਪੁਰ ਸਾਹਿਬ ਤੋਂ ਤੁਰਨ ਲੱਗਿਆਂ ਤੁਹਾਨੂੰ ਕਹਿੰਦੇ ਰਹੇ, ਪਾਤਸ਼ਾਹ ਆਪਣਾ ਪਰਿਵਾਰ ਇਕੱਠਾ ਰੱਖੋ। ਤੁਸੀਂ ਆਨੰਦਪੁਰ ਸਾਹਿਬ ਕਿਲਾ ਛੱਡਣ ਲੱਗਿਆਂ 20 ਪਰਿਵਾਰ ਅਲੱਗ-ਅਲੱਗ ਕਰ ਲਿਆ। ਮਹਾਰਾਜ ਵਿਪਤਾ ਵੇਲੇ ਹਰ ਬੰਦਾ ਆਪਣੇ ਬੱਚਿਆਂ ਨੂੰ ਨਾਲ ਰੱਖਦਾ, ਪਰ ਤੁਸੀਂ ਉਸ ਵਕਤ ਹੀ ਅਲੱਗ-ਅਲੱਗ ਕਰ ਦਿੱਤੇ। ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਨੇ ਉਹ ਲਿਖਿਆ, ਤੁਸੀਂ ਵੀ ਪਰਿਵਾਰਾਂ ਵਾਲੇ ਬੈਠੇ ਹੋ, ਜੇ ਕਿਤੇ ਸਟੇਸ਼ਨ ਤੇ ਟ੍ਰੇਨ ਫੜਨੀ ਹੋਵੇ ਨਾ, ਟ੍ਰੇਨ ਜਦੋਂ ਆ ਜਾਂਦੀ ਹੈ ਤਾਂ ਤੁਸੀਂ ਹਾਲਾਂਕਿ ਭੱਜ ਕੇ ਡੱਬੇ ਵਿੱਚ ਟ੍ਰੇਨ ਵਿੱਚ ਹੀ ਚੜ੍ਹਨਾ ਹੈ, ਉਦੋਂ ਵੀ ਬੰਦੇ ਇੱਕ ਹੱਥ ਵਿੱਚ ਆਪਣਾ ਬੈਗ ਬਰੀਕੇਸ ਦਬਦਾ ਫੜਨਗੇ, ਦੂਜੇ ਹੱਥ ਨਾਲ ਬੱਚੇ ਦਾ ਹੱਥ ਫੜਨਗੇ। ਆਪਣੇ ਬੱਚਿਆਂ ਨੂੰ ਇਕੱਲੇ ਨਹੀਂ ਛੱਡਦੇ ਤੁਸੀਂ, ਬੱਚਿਆਂ ਦਾ ਹੱਥ ਪਕੜ ਕੇ ਟ੍ਰੇਨ ਵਿੱਚ ਚੜ੍ਹੀਦਾ। ਨਾਲੇ ਹਾਲਾਂਕਿ ਉਹ ਟ੍ਰੇਨ ਖਲੋਣੀ ਹੈ 2-4 ਮਿੰਟ। ਪਰ 10ਵੇਂ ਪਾਤਸ਼ਾਹ ਤੋਂ ਬਲਿਹਾਰ ਜਾਈਏ, ਜਦੋਂ ਸੱਚੇ ਪਾਤਸ਼ਾਹ ਨੇ ਕਿਲਾ ਆਨੰਦਗੜ੍ਹ ਵੀ ਛੱਡਿਆ, ਉਦੋਂ ਵੀ ਆਨੰਦਪੁਰ ਸਾਹਿਬ ਛੱਡਣ ਲੱਗਿਆਂ ਪਰਿਵਾਰ ਨਾਲ ਨਹੀਂ ਰੱਖਿਆ। ਤੁਰਨ ਲੱਗਿਆਂ ਪਾਤਸ਼ਾਹ ਨੇ ਕਿਹਾ ਸੀ, ਦਇਆ ਸਿੰਘ ਕਿਲੇ ਤੋਂ ਬਾਹਰ ਜਾਣ ਦੀ ਵਿਉਂਤਬੰਦੀ ਕਰ ਲਓ। ਮਹਾਰਾਜ ਕਿਵੇਂ ਕਰਨੀ ਹੈ? ਕਲਗੀਧਰ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਦਇਆ ਸਿੰਘ ਜੀ, ਜਦੋਂ ਕਿਲੇ ਦਾ ਦਰਵਾਜ਼ਾ ਖੁੱਲੇਗਾ, ਸਾਡੇ ਨਾਲ ਤੁਸੀਂ ਪਿਆਰੇ ਧਰਮ ਸਿੰਘ, ਪਿਆਰੇ ਭਾਈ ਮਾਨ ਸਿੰਘ, ਭਾਈ ਉਦੈ ਸਿੰਘ, ਤੁਸੀਂ ਸਾਡੇ ਨਾਲ ਕਿਲੇ ਤੋਂ ਬਾਹਰ ਜਾਣਾ ਹੈ। ਜਦੋਂ ਦਰਵਾਜ਼ਾ ਆਨੰਦਪੁਰ ਦੇ ਕਿਲੇ ਦਾ, ਕਿਲਾ ਆਨੰਦਗੜ੍ਹ ਦਾ ਖੁੱਲੇਗਾ, ਸਭ ਤੋਂ ਪਹਿਲਾਂ ਕਿਲੇ ਤੋਂ ਬਾਹਰ ਮੈਂ ਆਵਾਂਗਾ। ਪਾਤਸ਼ਾਹ ਸਤ ਵਚਨ। ਫਿਰ ਹਜ਼ੂਰ ਨੇ ਕਿਹਾ, ਕੁਝ ਸਿੱਖਾਂ ਦਾ ਜਥਾ ਨਿਕਲੇਗਾ, ਉਸ ਤੋਂ ਬਾਅਦ ਸਿੱਖਾਂ ਦੇ ਵਿਚਕਾਰ ਇੱਕ ਗੱਡੇ ਉੱਤੇ ਮੇਰੀ ਵਿਰਧ ਮਾਤਾ ਗੁਜਰੀ ਤੇ 2 ਛੋਟੇ ਸਾਹਿਬਜ਼ਾਦੇ ਹੋਣਗੇ। ਪਿੰਡਾ ਲੰਬਾ ਹੈ, ਇਹਨਾਂ ਨੂੰ ਇੱਕ ਗੱਡੇ ਉੱਤੇ ਬਿਠਾ ਦਿਓ। ਫਿਰ ਬਾਕੀ ਗੁਰੂ ਦੇ ਸਿੱਖ ਨਿਕਲਣਗੇ। ਤੇ ਪਿਆਰੇ ਧਰਮ ਸਿੰਘ ਜੀ ਨੇ ਪੁੱਛਿਆ, ਮਹਾਰਾਜ ਵੱਡੇ ਸਾਹਿਬਜ਼ਾਦੇ? ਕਲਗੀਧਰ ਪਾਤਸ਼ਾਹ ਨੇ ਕਿਹਾ, ਜਦੋਂ ਕਿਲੇ ਵਿੱਚੋਂ ਸਾਰੇ ਨਿਕਲ ਜਾਣਗੇ, ਸਭ ਤੋਂ ਪਿੱਛੇ ਮੇਰੇ ਦੋਵੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਹੋਣਗੇ। ਬੇਟਾ ਅਜੀਤ ਸਿੰਘ ਤੇ ਜੁਝਾਰ ਸਿੰਘ, ਤੁਸੀਂ ਸਭ ਤੋਂ ਪਿੱਛੋਂ ਨਿਕਲਣਾ। ਤੇ ਪਿਆਰੇ ਦਇਆ ਸਿੰਘ ਨੇ ਕਿਹਾ, ਮਹਾਰਾਜ ਪਰਿਵਾਰ ਹੁਣੇ ਹੀ 3 ਹਿੱਸਿਆਂ ਵਿੱਚ ਅਲੱਗ-ਅਲੱਗ ਕਰ ਲਿਆ। ਮਹਾਰਾਜ ਵਿਪਤਾ ਵੇਲੇ ਲੋਕ ਬੱਚਿਆਂ ਨੂੰ ਨਾਲ ਰੱਖਦੇ ਨੇ, ਤੂੰ ਕਿਲਾ ਛੱਡਣ ਲੱਗਿਆ ਅਲੱਗ-ਅਲੱਗ ਕਿਉਂ? 10ਵੇਂ ਪਾਤਸ਼ਾਹ ਨੇ ਜਵਾਬ ਬੜਾ ਪਿਆਰਾ ਦਿੱਤਾ ਸੀ। ਕਹਿੰਦੇ, ਦਇਆ ਸਿੰਘ, ਮੈਂ ਕਿਲਾ ਛੱਡਣ ਦਾ ਫੈਸਲਾ ਲਿਆ, ਪੂਰੀ ਜ਼ਿੰਮੇਵਾਰੀ ਨਾਲ ਫੈਸਲਾ ਲਿਆ। ਮੈਂ ਤੁਹਾਡਾ ਹੁਕਮ ਮੰਨ ਕੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਲੱਗਾ, ਪਰ ਜ਼ਿੰਮੇਵਾਰੀ ਮੇਰੀ ਹੈ। ਕਿਤੇ ਦੁਨੀਆ ਇਹ ਨਾ ਕਵੇ ਗੁਰੂ ਗੋਬਿੰਦ ਸਿੰਘ ਆਪਣੇ ਪਰਿਵਾਰ ਨੂੰ ਸਿੱਖਾਂ ਦੀ ਛਾਂ 'ਚ ਬਚਾ ਕੇ ਲੈ ਗਿਆ। ਜਦੋਂ ਕਿਲਾ ਆਨੰਦਗੜ੍ਹ ਦਾ ਦਰਵਾਜ਼ਾ ਖੁੱਲੇਗਾ, ਸਭ ਤੋਂ ਮੋਹਰੇ ਕਿਲੇ ਤੋਂ ਬਾਹਰ ਮੈਂ ਇਸ ਲਈ ਆਉਣਾ, ਜੇ ਦੁਸ਼ਮਣ ਨੇ ਧੋਖਾ ਕਰਕੇ ਮੋਹਰਿਓਂ ਹਮਲਾ ਕੀਤਾ, ਪਹਿਲੀ ਗੋਲੀ, ਪਹਿਲਾ ਤੀਰ ਗੁਰੂ ਗੋਬਿੰਦ ਸਿੰਘ ਦੇ ਸੀਨੇ ਵਿੱਚ ਵੱਜੇਗਾ। ਇਹ ਨਾ ਹੋਵੇ ਮੈਂ ਕਿਲੇ ਤੋਂ ਬਾਹਰ ਕੱਢਾਂ, ਦੁਸ਼ਮਣ ਹੱਲਾ ਬੋਲਦਾ, ਮੈਂ ਪਹਿਲਾਂ ਸਿੱਖ ਨਹੀਂ ਮਰਵਾਉਣਾ ਚਾਹੁੰਦਾ, ਪਹਿਲਾਂ ਖੁਦ ਮੋਹਰੇ ਹੋਵਾਂਗਾ। ਔਰ ਪਾਤਸ਼ਾਹ ਨੇ ਕਿਹਾ, ਸਭ ਤੋਂ ਪਿੱਛੇ ਆਪਣੇ ਪੁੱਤਰ। ਪਤਾ ਕਿਉਂ? ਕਿਲਾ ਆਨੰਦਗੜ੍ਹ ਛੱਡਣ ਤੋਂ ਬਾਅਦ ਹੋ ਸਕਦਾ ਦੁਸ਼ਮਣ ਦੀ ਫੌਜ ਪਿੱਛੋਂ ਹਮਲਾ ਕਰੇ, ਤਾਂ ਪਹਿਲੇ ਤੀਰ, ਪਹਿਲਾ ਮੁਕਾਬਲਾ ਮੇਰੇ ਪੁੱਤਰਾਂ ਨਾਲ ਹੋਵੇ। ਮੈਂ ਸਿੱਖਾਂ ਦੀ ਛਾਂ ਵਿੱਚ ਆਪਣਾ ਪਰਿਵਾਰ ਬਚਾ ਕੇ ਨਹੀਂ ਲੈ ਕੇ ਜਾਵਾਂਗਾ। ਔਰ ਸਾਧ ਸੰਗਤ, ਉਹੀਓ ਕੁਝ ਹੋਇਆ। ਕਿਲਾ ਛੱਡਿਆ, 3.5 ਮੀਲ ਦੇ ਕਰੀਬ ਅਜੇ ਪਰਿਵਾਰ ਨਿਕਲਿਆ, ਸਿੱਖਾਂ ਦੇ ਮਗਰ ਹੀ ਦੁਸ਼ਮਣ ਨੇ ਹੱਲਾ ਬੋਲਤਾ। ਸਭ ਤੋਂ ਪਹਿਲਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੀਵਨ ਸਿੰਘ, ਭਾਈ ਉਦੈ ਸਿੰਘ, ਇਹ ਸਾਧ ਸੰਗਤ ਪਿਛਲ ਖੁਰੀਆਂ 3 ਤੋਂ 4 ਮੀਲ ਪਿੱਛੇ ਤੱਕ ਫੌਜ ਨਾਲ ਲੜਦੇ ਰਹੇ। ਸਰਸਾ ਨਦੀ ਦੇ ਕੰਢੇ ਤੱਕ ਦੁਸ਼ਮਣ ਨੂੰ ਰੋਕਦੇ ਰਹੇ, ਤਾਂ ਸਾਹਿਬਜ਼ਾਦਾ ਅਜੀਤ ਸਿੰਘ ਰੋਕਦੇ ਰਹੇ, ਕਿਉਂਕਿ ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਲਾਇਆ। ਕਲਗੀਧਰ ਪਾਤਸ਼ਾਹ ਨੂੰ ਦਇਆ ਸਿੰਘ ਕਹਿੰਦਾ, ਪਾਤਸ਼ਾਹ ਤੂੰ ਤਾਂ ਕਿਲਾ ਛੱਡਣ ਲੱਗਿਆ ਹੀ ਪਰਿਵਾਰ ਅਲੱਗ-ਅਲੱਗ ਕਰ ਲਿਆ,
ਉਦੋਂ ਵੀ ਸਾਡੀ ਕੋਈ ਬੇਨਤੀ ਮੰਨੀ ਨਹੀਂ। ਗੜੀ ਚਮਕੌਰ ਵਿੱਚ ਕਿਹਾ ਪੁੱਤਰਾਂ ਨੂੰ ਬਚਾ ਲਓ, ਉਦੋਂ ਵੀ ਤੁਸੀਂ ਮੈਦਾਨ ਜੰਗ ਵਿੱਚ ਭੇਜ ਦਿੱਤਾ। ਹੁਣ ਮੈਂ ਕਫਨ ਪਾਉਣ ਨੂੰ ਕਹਿੰਦਾ, ਤੁਸੀਂ ਕਫਨ ਪਾਉਣ ਲਈ ਤਿਆਰ ਨਹੀਂ। ਹੁਣ ਕਹਿੰਦੇ ਹੋ ਮੈਂ ਸਿੱਖਾਂ ਤੇ ਪੁੱਤਾਂ 'ਚ ਫਰਕ ਨਹੀਂ ਕਰ ਸਕਦਾ। ਕਲਗੀਆਂ ਵਾਲਿਆ ਕਿਹੜੀ ਗੱਲ ਪਿੱਛੇ ਲੱਗਾ? ਤੈਨੂੰ ਪੁੱਤਾਂ ਦਾ ਕੋਈ ਦਰਦ ਨਹੀਂ ਹੈ? ਪੁੱਤਾਂ ਦੀ ਪੀੜ ਤਾਂ ਪੰਛੀਆਂ ਤੋਂ ਵੀ ਝੱਲੀ ਨਹੀਂ ਜਾਂਦੀ। ਦਾਤਿਆ ਤੂੰ ਕਿਵੇਂ ਚੱਲ ਰਿਹਾ? ਦੋ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਐ ਲੰਘ ਚੱਲੇ, ਬਿਨਾਂ ਕਫਨ ਪਾਇਆ ਐ ਤੁਰ ਗਿਆ ਜਿਵੇਂ ਕੁਝ ਵੀ ਨਾ ਹੋਇਆ ਹੋਵੇ। ਜਿਹੜੀ ਗੱਲ ਦਇਆ ਸਿੰਘ ਜੀ ਨੇ ਕਹੀ, ਉਹਨੂੰ ਚਰਨ ਸਿੰਘ ਸਫਰੀ ਸਾਹਿਬ ਨੇ ਲਿਖਿਆ। ਕਹਿੰਦੇ ਪਿਆਰੇ ਦਇਆ ਸਿੰਘ ਬੋਲੇ, ਕੀ ਹੋ ਗਿਆ ਏ ਤੈਨੂੰ ਦਾਤਾ? ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਕੀ ਹੋ ਗਿਆ ਤੁਹਾਨੂੰ? ਤੁਸੀਂ ਕਿਉਂ ਇਸ ਗੱਲ ਤੇ ਬਜਿੱਦ ਹੋ ਗਏ ਹੋ? ਮੈਂ ਪੁੱਤਾਂ ਤੇ ਕਫਨ ਵੀ ਨਹੀਂ ਪਾਉਣਾ, ਮੈਂ ਪੁੱਤਾਂ ਦੀਆਂ ਲਾਸ਼ਾਂ ਵੀ ਨਹੀਂ ਢਕਣੀਆਂ, ਮੈਂ ਪੁੱਤਾਂ ਤੇ ਸਿੱਖਾਂ 'ਚ ਫਰਕ ਨਹੀਂ ਕਰ ਸਕਦਾ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਹੜੀ ਗੱਲ ਪਿੱਛੇ ਲੱਗ ਗਏ? ਕੀ ਹੋ ਗਿਆ ਏ ਤੈਨੂੰ ਦਾਤਾ? ਪਿੱਛੇ ਪਿਆ ਕਿਹੜੀ ਗੱਲ ਦੇ? ਪੁੱਤਰਾਂ ਦੀ ਪੀੜ ਤਾਂ ਪਖੇਰੂ ਵੀ ਨਹੀਂ ਚੱਲਦੇ। ਪੁੱਤਾਂ ਦੀ ਪੀੜ ਤਾਂ ਪੰਛੀਆਂ ਤੋਂ ਵੀ ਨਹੀਂ ਚੱਲੀ ਜਾਂਦੀ, ਤੂੰ ਐਡਾ ਦਰਦ ਕਿਵੇਂ ਚੱਲ ਗਿਆ? ਕੀ ਹੋ ਗਿਆ ਏ ਤੈਨੂੰ ਦਾਤਾ? ਪਿੱਛੇ ਪਿਓ ਕਿਹੜੀ ਗੱਲ ਦੇ? ਪੁੱਤਰਾਂ ਦੀ ਪੀੜ ਤਾਂ ਪਖੇਰੂ ਵੀ ਨਹੀਂ ਚੱਲਦੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਗਾਂਹ ਤੁਰ ਪਏ। ਪਿਆਰੇ ਦਇਆ ਸਿੰਘ ਨੇ ਇੱਕ ਗੱਲ ਹੋਰ ਕਹਿ ਦਿੱਤੀ, ਦਾਦਾ ਗਰੀਬ ਤੋਂ ਗਰੀਬ ਲੋਕ ਦੁਨੀਆ 'ਚ ਰਹਿੰਦੇ ਨੇ, ਅੱਜ ਤੱਕ ਕਿਸੇ ਦੀ ਔਲਾਦ ਬਿਨਾਂ ਕਫਨ ਤੋਂ ਦੁਨੀਆ ਤੋਂ ਕੋਈ ਬੰਦਾ ਨਹੀਂ ਗਿਆ। ਤੂੰ ਦੀਨ ਦੁਨੀ ਦਾ ਪਾਤਸ਼ਾਹ, ਤੇਰੇ ਪੁੱਤਾਂ ਨੂੰ ਕਫਨ ਵੀ ਅਜ ਨਸੀਬ ਨਹੀਂ। ਦਾਤਿਆ ਇਹ ਕੈਸਾ ਭਾਣਾ ਵਰਤਾਇਆ? ਜਿਹੜੀ ਗੱਲ ਪਿਆਰੇ ਦਇਆ ਸਿੰਘ ਜੀ ਨੇ ਕਹੀ, ਉਹ ਕਿਸੇ ਵੀ ਪਿਓ ਦੇ ਦਿਲ ਤੇ ਟੱਕ ਪਾ ਸਕਦੀ ਸੀ। ਦਇਆ ਸਿੰਘ ਬੋਲੇ, ਕਹਿੰਦੇ ਗਰੀਬ ਤੋਂ ਗਰੀਬ ਮਾਪੇ, ਗਰੀਬ ਤੋਂ ਗਰੀਬ ਮਾਪੇ ਜਗ ਵਿੱਚ ਪਏ ਨੇ, ਕਫਨੋਂ ਬਗੈਰ ਦੱਸ ਕਿਦੇ ਪੁੱਤ ਗਏ ਨੇ। ਗਰੀਬ ਤੋਂ ਗਰੀਬ ਮਾਪੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਵੀ ਪੁੱਤਾਂ ਉੱਤੇ ਕਫਨ ਨਹੀਂ ਪਾਇਆ। ਇੰਨੀ ਗੱਲ ਕਹਿ ਕੇ ਹਜ਼ੂਰ ਅਗਾਂਹ ਤੁਰ ਪਏ। ਬੜੇ ਜਿਗਰੇ ਨਾਲ ਕਲਗੀਧਰ ਪਾਤਸ਼ਾਹ ਨੇ ਕਿਹਾ, ਰਹਿਣ ਦੇ ਦਇਆ ਸਿੰਘ, ਸ਼ਹੀਦਾਂ ਦੀਆਂ ਲਾਸ਼ਾਂ ਕਫਨਾਂ ਦੀਆਂ ਮੁਤਾਜ ਨਹੀਂ ਹੁੰਦੀਆਂ। ਮੇਰੇ ਪੁੱਤਾਂ ਨੂੰ ਕਫਨ ਦੀ ਜ਼ਰੂਰਤ ਨਹੀਂ, ਸ਼ਹੀਦਾਂ ਦੀਆਂ ਲਾਸ਼ਾਂ ਕਫਨਾਂ ਦੀਆਂ ਮੁਤਾਜ ਨਹੀਂ ਹੁੰਦੀਆਂ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਨੂੰ ਇੱਕ ਸੁਨੇਹਾ ਦੇ ਕੇ ਅਗਾਂਹ ਤੁਰ ਪਏ। ਗੜੀਏ ਵੇਖ ਲੈ, ਹੱਸਦਾ ਜਾ ਰਿਹਾ ਹਾਂ, ਕਹਿ ਦੇ ਸਮੇਂ ਨੂੰ ਮੱਥੇ ਨਹੀਂ ਵੱਟ ਮੇਰੇ, ਰੋਕ ਸਕੇ ਨਹੀਂ ਮੇਰੀ ਮੁਸਕਾਨ ਤਾਈ, ਲੱਗੇ ਜਿਗਰ ਦੇ ਵਿੱਚ ਜੋ ਫਟ ਮੇਰੇ, ਤੇਰੀ ਹਿੱਕ ਤੇ ਅਜੀਤ ਜੁਝਾਰ ਸੌਂ ਗਏ, ਪੁੱਤਰ ਸੋਲ ਜੋ ਰੇਸ਼ਮੀ ਪੱਟ ਮੇਰੇ, ਕਫਨ ਪਾਇਆ ਨਹੀਂ ਇਹਨਾਂ ਤੇ ਇਸ ਕਰਕੇ ਕਿਉਂਕਿ ਸਿੰਘ ਨਹੀਂ ਇਹਨਾਂ ਤੋਂ ਘੱਟ ਮੇਰੇ। ਔਰ ਤਾਈਓ ਉਹ ਮੁਸਲਮਾਨ ਵਿਦਵਾਨ ਲਿਖਦਾ, ਕਹਿੰਦਾ ਹਾਸ਼ਾ किसी मुर्शद में ऐसा असियार नहीं है, किसी पीर में ऐसा ज़नहार नहीं है, जिन्ना प्यार गुरु गोबिंद सिंह ने अपने सिखा नूं कीता है, इन्ना प्यार दुनिया का कोई पीर अपने मुरीद नूं कर नहीं सकिया। श्री गुरु गोबिंद सिंह महाराज ने अपने सिखा नूं इन्ना प्यार कीता है। साध संगत सुनियो, हुण कलगीधर पातशाह का एक बहुत प्यारा सिख होया है जिन्हों भाई बचित्र सिंह कहते हैं। आनंदपुर साहब की धरती ते जदों पहाड़ियां दे हाथी नाल लड़न वाला, जिन्हों गुरु ने कहा साडे कोल भी हाथी है दुनी चंद वर्गे, आपे पहाड़ियां दे हाथी नाल कल मुकाबला करांगे, अद्धी रात नूं दुनी चंद भज गया, किले की कंध टप गए। साध संगत वो किले की कंध टप्पण लगे, लत्त टुटी, माझे पहुँच गया, घर बैठे उन्होंने कमरे में सप लड़ गया, मूसा भज्या, मौत तो अगे मौत खड़ी, गुरु तो बेमुख होकर मर गया। बाद में इतिहास आउंदा है
ਉਹਦੇ ਪੋਤਿਆਂ ਨੇ ਆਪਣੇ ਦਾਦੇ ਦੀ ਬੇਮੁਖੀ ਦਾ ਦਾਗ ਧੋਇਆ, ਜਿਹੜਾ ਗੁਰੂ ਨਾਲ ਧੋਖਾ ਕੀਤਾ। ਉਹਦੇ ਪੋਤੇ ਦੋਵੇਂ ਭਾਈ ਰੂਪ ਸਿੰਘ, ਭਾਈ ਸਰੂਪ ਸਿੰਘ ਮੁਕਤਸਰ ਸਾਹਿਬ ਦੀ ਜੰਗ 'ਚ ਸ਼ਹੀਦ ਹੋਏ। ਖੈਰ, ਜਦੋਂ ਸਵੇਰੇ ਖਬਰ ਮਿਲੀ ਮਹਾਰਾਜ ਤੁਹਾਡਾ ਹਾਥੀ ਤਾਂ ਭੱਜ ਗਿਆ, ਜਿਹਨੂੰ ਦੁਨੀ ਚੰਦ ਨੂੰ ਹਾਥੀ ਕਹਿੰਦੇ ਸੀ। ਕਲਗੀਧਰ ਪਾਤਸ਼ਾਹ ਨੇ ਕਿਹਾ ਫਿਰ ਕੀ ਹੋ ਗਿਆ, ਹਾਥੀ ਨਾਲ ਹਾਥੀ ਲੜਾਉਣਾ ਸੀ, ਉਹ ਭੱਜ ਗਿਆ, ਹੁਣ ਹਾਥੀ ਦਾ ਮੁਕਾਬਲਾ ਸਾਡਾ ਚੀਤਾ ਕਰੇਗਾ। ਕਹਿੰਦੇ ਮਹਾਰਾਜ ਚੀਤਾ ਕਿਹੜਾ? 4.5 ਪੌਣੇ 5 ਫੁੱਟ ਦਾ ਕੱਦ ਹੈ ਭਾਈ ਬਚਿੱਤਰ ਸਿੰਘ ਦਾ, ਕੋਈ ਬਹੁਤ ਉੱਚੀ ਵੱਡੀ ਹਾਈਟ ਨਹੀਂ ਹੈ ਸਰੀਰ ਦੀ, ਬਿਲਕੁਲ ਮਧਰਾ ਜਿਹਾ ਸਰੀਰ ਹੈ, 4.5 ਪੌਣੇ 5 ਫੁੱਟ ਦਾ ਕਰੀਬ ਕੱਦ ਹੈ, ਪਰ ਫੁਰਤੀਲਾ ਬੜਾ ਹੈ। ਪਾਤਸ਼ਾਹ ਨੇ ਕਿਹਾ ਚੀਤਾ ਲੜੇਗਾ ਸਾਡਾ। ਮਹਾਰਾਜ ਕੌਣ? ਕਹਿੰਦੇ ਭਾਈ ਬਚਿੱਤਰ ਸਿੰਘ। ਕਲਗੀਧਰ ਪਾਤਸ਼ਾਹ ਨੇ ਨਾਗਣੀ ਬਖਸ਼ਿਸ਼ ਕੀਤੀ। ਅੱਜ ਉਹ ਨਾਗਣੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਉਹਦੇ ਨਾਲ ਉਸ ਹਾਥੀ ਨੂੰ ਮਾਰਿਆ। ਜਦੋਂ ਪਾਤਸ਼ਾਹ ਨਾਲ ਕਿਨਾ ਆਨੰਦਗੜ੍ਹ ਛੱਡਿਆ ਤੇ ਸਾਧ ਸੰਗਤ ਸਰਸਾ ਨਦੀ ਪਾਰ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਨਦੀ ਦੇ ਕੰਢੇ ਵੀ ਨਿਤਨੇਮ ਪੂਰਾ ਕੀਤਾ। ਪਾਰ ਕਰਕੇ ਸਿੱਖਾਂ ਪੁੱਛਿਆ, ਮਹਾਰਾਜ ਜੇ ਉੱਥੇ ਨਾ ਬਹਿੰਦੇ 2 ਘੜੀਆਂ ਦੁਸ਼ਮਣ ਸਿਰ ਤੇ ਨਹੀਂ ਸੀ ਆਉਣਾ, ਆਪਣਾ ਬਹੁਤ ਕੁਝ ਬਚ ਜਾਣਾ ਸੀ। ਕਲਗੀਧਰ ਪਾਤਸ਼ਾਹ ਨੇ ਕਿਹਾ ਦਇਆ ਸਿੰਘ ਬਹੁਤ ਕੁਝ ਬਚ ਜਾਣਾ ਸੀ, ਬਹੁਤ ਕੁਝ ਰੁੜ ਜਾਣਾ ਸੀ। ਮਹਾਰਾਜ ਕੀ? ਸੱਚੇ ਪਾਤਸ਼ਾਹ ਨੇ ਕਿਹਾ उस वक्त जपजी का जाप करना जरूर था, गुरु ग्रंथ की बाणी से भरना सरूर था। उस वक्त जपजी साहब करना नितनेम जरूरी सी। क्यों? जे मैं दुख वेले नितनेम छड़ दिंदा, सिखां ने सुख विच भी नहीं सी करना। माफ़ करियो, अज घर च विआह होवे 2-3 दिन इदां ही लंघ जांदे जी, नितनेम ही नहीं होया, घर च विआह सीगा, गुरु ने दुख वेले भी नितनेम नहीं छड्डिया। उस वक्त जपजी का जाप करना जरूर था, गुरु ग्रंथ की बाणी से भरना सरूर था। सरसा पार की गिनती दे सिख बचे, पर हैरानी की हद ना रही। अजे ठंडे पानी नाल शरीर ठुर ठुर करदा है, क्योंकि जदों नदी चों लंघो कपड़े गिले होण, फिर इन्हां दिनां विच हवा वगदी ठंड होर लगदी है। शरीर कंब रहे सन, पर बड़ी वड्डी हैरानगी हुई। रोपड़ दे रंगड़ा ने हल्ला बोल दिता। सरसा पार करके बड़े कमसान की जंग मची। इत्थे गुरु के सिखां ने पूरे जोश नाल जाना हूल के जंग की, और साध संगत 3.5-4 घड़ियां दे विच पौने घंटे दे अंदर अंदर रोपड़ दे रंगड़ा दे सत्थर विछा दिते। पर इस जंग विच गुरु दा अनमोल हीरा, वो प्यारा सिख भाई बचित्तर सिंह इन्ने को फट लग गए कि शरीर बल ना चले, मुरशद हो गया, लहू बहुत वग चुका सी। ते सिखां ने कहा पातशाह भाई बचित्तर सिंह तो उठिया नहीं जाता। हजूर ने कहा इहनूं चुक के मेरे घोड़े ते बिठाओ। भाई बचित्तर सिंह नूं 2-3 सिखां ने चुक के पातशाह दे घोड़े ते बिठाया। हजूर ने एक लंबे साफे नाल उहनूं अपने पेट नाल बन लिया। पातशाह उस नदी तो पार लंघ के अज जिथे गुरुद्वारा भट्ठा साहब है उस जगह ते लैके आए। सारे सिखां नूं कहा अग सिको, कपड़े सुकाओ। भाई बचित्तर सिंह दे शरीर चों बहुत खून बह चुका सी, शरीर मुरशद हो रहा है, फट इन्ने लगे सन, इलाज करना संभव नहीं सी। हजूर सच्चे पातशाह उस साफे नूं भट्ठे दे कोल गर्म करके भाई बचित्तर सिंह नूं सेक दिंदे रहे। इन्ने नूं भट्ठे दा मालक चौधरी निहंग खान चौधरी पहुँचदा है। उन्हें पातशाह नूं अदब सत्कार सहित नमस्कार की। महाराज मैं कदों दियां फरियादां करदा सी, जदों महाराज आ भट्ठा मैं शुरू कीता ना, मेरे मन की इच्छा सी इस भट्ठे नूं अग गुरु गोबिंद सिंह महाराज देण, इस भट्ठे की शुरुआत गुरु गोबिंद सिंह महाराज करन। पर पातशाह जंगां जुद्धां करके तुसीं आए नहीं। हे गुरु गोबिंद सिंह महाराज अज तुसीं चरण पाए ने। कलगीधर पातशाह ने कहा चौधरी ने हंखा हुण तेरा भट्ठा भी दुनिया विच अमर हो जाएगा। दुनिया च भट्ठे बहुत ने, उन्हां भट्ठियां तो बणियां इट्टां दे महल भी गर्क जांदे ने, वक्त पा के किले भी ढह ढेरी हो जांदे ने, पर जा चौधरी निहंखा तेरा भट्ठा अमर रहेगा। याद रखियो दुनिया विच इक्को एक भट्ठा है जिन्हों भट्ठा साहब करके आपां मत्था टेकीदा। पता क्यों? उत्थे मेरे साहब दे चरण पए ने। चौधरी निहंखा ने हाथ जोड़ के महाराज इत्थे ना बैठो, मेरे घर चलो,
मैं भोजन प्रशादे की सेवा करांगा। महाराज घर में चरण पाओ। 10वें पातशाह ने बचन कह, चौधरी निहंग खां असीं तैनूं खतरे विच नहीं पाउणा चाहुंदे, जा तेरी सेवा प्रवान है। पर साडा एक सिख है भाई बचिੱਤਰ ਸਿੰਘ, ਇਹਦੇ शरीर ਵਿੱਚ ਅੱਗੇ ਜਾਣ ਦਾ बल नहीं है। शरीर कमज़ोर पै के लहू निकल के बेहोशी ਵੱਲ जा रहा है। जिन्नी देर साह चलते ने ਇਹਦੀ लाश ਇਹਦਾ शरीर तेरे घर रहेगा। ਇਹਦੀ सेवा करी जाई। भाई बचिੱਤਰ ਸਿੰਘ ਦੀ सेवा गुरु गोबिंद ਸਿੰਘ ਦੀ सेवा होएगी। पातशाह ने सिखां नूं कल्लिया। बहुत घायल हालत विच, जख्मी हालत विच भाई बचिੱਤਰ ਸਿੰਘ जी नूं चौधरी निहंग खां ਦੀ हवेली छड्ड दिता। कलगीधर पातशाह रोपड़ तो अगे चमकौर साहब ਵੱਲ ਚੱਲ ਪਏ। चौधरी निहंग खां ਦੀ सेवा लाई, भाई बचिੱਤਰ ਸਿੰਘ ਦੀ सेवा करी। वो जिन्ना हो सकिया मल्लम पट्टी करता रहा, सेक दिंदा रहा, पर शरीर कमज़ोर पै रहा सी। साध संगत रात लंघी, अगली सवेर रोपड़ विच रौला पै गया। 10वें पातशाह गुरु गोबिंद सिंह महाराज रोपड़ विच आए हुए ने। चौधरी निहंग खां दे भट्ठे तो शायद चौधरी दे घर चले गए ने। दिन चढ़िया, चौधरी निहंग खां दी हवेली नूं घेरा पै गया। दरोगा ने आके दरवाज़ा खड़काया। चौधरी निहंग खां ने दरवाज़ा खोलिया। दरोगा चौधरी निहंग खां मुसलमान की बड़ी इज्जत करता सी। उन्हें चौधरी निहंग खां नूं कहा, चौधरी साहब मैनूं तुहाडी हवेली की तलाशी लैण दा सरकार वालों हदायत आई है। मैं तुहाडे हवेली की तलाशी लैनी है। मैनूं पक्की पुख्ता खबर मिली है, गुरु गोबिंद सिंह तुहाडे घर विच लुके हुए ने। चौधरी निहंग खां ने बड़े मान नाल कहा, तैनूं खबर गलत मिली है। दरोगा तैनूं खबर गलत मिली है। पहली गल गुरु गोबिंद सिंह लुकण वाले नहीं, ते दूजी गल गुरु गोबिंद सिंह मेरे घर नहीं आए। पहली गल गुरु गोबिंद सिंह लुकण वाले नहीं, तैनूं खबर गलत मिली है। ते दूजी गल गुरु गोबिंद सिंह मेरे घर नहीं आए। वो दरोगा बोलिया, कहना जी मैनूं हदायत है तुहाडे घर की तलाशी लैण दी। चौधरी निहंग खां अंदरों डर गया। तलाशी होएगी, भाई बचिੱਤਰ ਸਿੰਘ जिउंदे ने, जख्मी हालत विच पकड़े जाणगे, रहिंदी दुनिया तक मेरे मत्थे ते कलंक रहना। लै चौधरी मुसलमान हो के चौधरी निहंग खां ने गुरु नाल धोखा कर लिया। गुरु दा सिख चौधरी निहंग खां ने अपने घरों पकड़ा दिता है। चौधरी अंदरों डरिया, पर एकदम रब ने सोझी दिती। वो चौधरी निहंग खां बोलिया, कहंदा दरोगा साहब 2 मिनट रुक जाओ, मैं घर दियां औरतां नूं पासे कर आवां। क्योंकि इस्लाम विच इस गल दी पाबंदी है, कोई भी इस्लाम दी औरत पराए मर्द दे सामने बिना बुरके तो बिना पर्दे तो नहीं जाती। मैं घर दियां औरतां नूं सद्दा दे आवां, पासे कर आवां, 2 मिनट रुक जाओ। दरोगा रुक गया। एकदम आके चौधरी निहंग खां ने अपने घर वाली ते नौजवान बच्ची बेटी मुमताज नसीर नूं एक गल कही, बेटा मुमताज नसीर, अज तेरे अब्बा जान दी शान खतरे विच है। पुत धीआं प्यो दे पग दा मान हुंदियां ने, धीआं प्यो दे पग दी शान हुंदियां ने, अज तेरे प्यो दी इज्जत शान खतरे विच है। उन्हें कहा अब्बा जान की होया? कहण लगे हवेली नूं घेरा पै गया, बाहर दरोगा खड़ा है, हवेली की तलाशी होएगी, भाई बचिੱਤਰ ਸਿੰਘ पकड़े जाणगे। जख्मी हालत विच पकड़े गए तो सारी उम्र लिए कलंक रहना। चौधरी निहंग खां ने गुरु गोबिंद सिंह का सिख पकड़ा दिता। तो वह फिर बेटी मुमताज नसीर बोली, कहनी अब्बा जान दसो की हुक्म है? चौधरी निहंग खां ने कहा, धीए मेरा एक काम कर सकती है, शायद अज तेरे अब्बा की इज्जत बच जाए, मेरा एक काम कर दे। वो बेटी ने कहा अब्बा जान दसो गल की है? कहणगे बेटा जेड़े कमरे विच भाई बचिੱਤਰ ਸਿੰਘ मुर्शद पए ने, जा मेरी ये धीए उस कमरे में जाके बह जा, अंदरों दरवाजा बंद रखी। जदों पूरी हवेली की तलाशी होएगी ते जे दरोगा ने आवाज़ दे के पुछया इत्थे कौन है, मैं इन्ना कुछ झूठ बोलांगा, इस कमरे विच मेरे दामाद ते मेरी बेटी है, अंदरों तू जे पुछया ते कह दें मैं ते मेरे शौहर ने। एकदम भज के बेटी मुमताज शरीर जड़ी सी नसीर चली गई उस कमरे च। दरवाज़ा बंद, उस वक्त पूरी हवेली की तलाशी शुरू हो गई।
इतिहास कहता सारी हवेली की तलाशी हुई, चौधरी निहंग खान के घरों कोई सिख या गुरु गोबिंद सिंह महाराज की कोई निशानी न मिली। एक कमरा बंद सी। दारोगा पुछदा चौधरी साहब इस कमरे में कौन ने? उन्हें कहा जी मेरी बेटी ते दामाद आए हुए ने, मैं ये गुस्ताखी नहीं कर सकता उन्होंने कमरा इस तरह दरवाजा खड़कावां। तो चौधरी कहना तसल्ली वास्ते मैं पूछना चाहुंदा। उन्हें दरवाजा खड़का के अंदरों पूछया भाई कौन है अंदर? तो चौधरी निहंग खान की धी मुमताज नसीर ने यह गल कही, कहती मैं ते मेरे शौहर हन। बस इन्नी गल सुनने की देर सी, वो दारोगा हवेली चों बाहर चला गया। क्यों चला गया ये गल हुण सुनियो। मुसलमानां विच ईमान इस गल दा मन्निया जांदा है, जदों किसी लड़की का निकाह हुंदा है, तुसीं वेख्या भी होना है, उत्थे साध संगत 3 बार परदे विच बिठा के बस 3 बार वो मौलवी इमाम काजी पुछदा है निकाह कबूल है। जे वो लड़की 3 बार कह दे निकाह कबूल है, कबूल है, निकाह कबूल है, उन्होंने उस वक्त हस्ताक्षर करके विआह मन्निया जाता है। ईमान विच पक्के ने, जुबान तो 3 बार कह दे निकाह कबूल है ते निकाह पक्का मन्निया जाता है। मैनू माफ़ करियो सिखो, गुरु ग्रंथ साहिब का डर होना चाहिए। इत्थे गुरु ग्रंथ साहिब दीयां लावां लैके भी लोग मुकर जाते हैं। असीं किन्ने स्वार्थी हो गए, साडे अंदर इन्नी दृढ़ता विश्वास भै नहीं कि असीं गुरु ग्रंथ साहिब की ताबिया विआह होया, गुरु ग्रंथ साहिब की हजूरी च निकाह विआह शादी हुई है। तुहानूं पाबंद रहना चाहिए, डर रखना चाहिए। जिहड़ा सिख भै भावनी नाल रहिंदा है, गुरु सचमुच उहदे अंग संग रहिंदा है। जदों चौधरी निहंग खान की हवेली चों वो दारोगा चला गया ना, दरवाजा खुलिया तो चौधरी निहंग खान बहुत खुश होया, चलो मेरी लाज बच गई। कल नूं लोकी ये तो नहीं कहणगे कि गुरु गोबिंद सिंह जी दे सिख नूं पकड़ा दिता सी चौधरी ने। मैनू गुरु गोबिंद सिंह महाराज सेवा दे के गए ने, मेरी सेवा निभ जाए। उन्हें कलगीधर पातशाह का शुकराना किया। शामां तक भाई बचित्र सिंह की मल्लम पट्टी करते रहे। जख्मां की ताब ना चलदियां भाई बचित्र सिंह शाम नूं सूरज ढलिया शहादत का जाम पी गए। इधर श्री गुरु गोबिंद सिंह महाराज चमकौर पहुँचते हैं, उधर भाई बचित्र सिंह शहीद हो गए। सुआस पूरे हो गए, हुण संस्कार नहीं सी किया जा सकता, क्योंकि मुसलमान होकर संस्कार करे तो रौला पैना ही पैना। उन्हें अपने घर हवेली के अंदर कबर पट्टी, भाई बचित्र सिंह का शरीर दफना दिता, चादर कपड़ा पा के शरीर दफनाया। तो जदों उन्होंने शरीर दफना के उपर कपड़ा पा के मिट्टी पाई, कबर बनाई, उत्थे फिर चौधरी निहंग खान की बेटी मुमताज नसीर ने एक गल कही, अब्बा जान जो तुसीं कहा सी मैं उस सवेरे कर दिता है, पर जो हुण मैं कहां वो तुहानूं करना पैना। चौधरी निहंग खान बोलिया, बेटा दस की कहना है? पुत्र जो तू कवे धीए मैं वो करांगा, तू अपने प्यो की लाज रखी है, हुण दस पुत तू की कहना है? बेटी मुमताज ने एक गल कही, अब्बा जान जो तुसीं कहा मैं वो कर दिता है, जो हुण मैं कहां वो तुहानूं मनना पैना है। मैं तुहाडे कहण ते अपनी जुबान तो कह दिता मैं ते मेरे शौहर हन। अज तो बाद अब्बा जान मैनू निकाह कराउण वास्ते ना कहो, मैं भाई बचित्र सिंह शहीद की पत्नी अखवावांगी। उहदे प्यो की धार निकल गई, धीए इन्नी उम्र किवें कढेंगी? उन्हें कहा मैनू निकाह कराउण लई ना कहो, मैं भाई बचित्र सिंह शहीद की पत्नी अखवावांगी। मैं जुबान तो कहा मैं ते मेरे शौहर हन, हुण मैं इस जुबान तो मुकर नहीं सकती। इस जुबान नाल अल्लाह ताला दीयां कलामां पढ़ियां ने, इस जुबान नाल नवाज पढ़ी है। मैं जे एक बार कह दिता मेरे शौहर ने, अब्बा जान हुण मेरा निकाह ना किते करी। प्यो बेबस हो गया। ये खबर साध संगत 10वें पातशाह नूं ना दीने कांगड़ मिली, और धन श्री गुरु गोबिंद सिंह महाराज ने उत्थों एक हुक्मनामा लिख के चौधरी निहंग खान की बेटी के नाम घल्लिया। नाल पातशाह ने अपना एक खंजर दिता, और पातशाह ने हुक्मनामे विच लिखिया सी, बेटी मुमताज चौधरी निहंग खान
ਤੁਸੀਂ ਮੇਰੇ ਸਿੱਖ ਨੂੰ ਮੇਰਾ ਰੂਪ ਸਮਝ ਕੇ ਸੇਵਾ ਕੀਤੀ ਹੈ। ਤੇ ਥੱਲੇ ਲਿਖਿਆ ਸੀ, ਬੇਟੀ ਮੁਮਤਾਜ਼, ਅਕਾਲ ਪੁਰਖ ਨੇ ਮੈਨੂੰ 4 ਪੁੱਤਰ ਬਖਸ਼ੇ ਸਨ। ਮੇਰੀ ਤੀਬਰ ਇੱਛਾ ਰਹੀ ਅਕਾਲ ਪੁਰਖ ਮੈਨੂੰ ਇੱਕ ਧੀ ਵੀ ਬਖਸ਼ੇ, ਪਰ ਅਕਾਲ ਪੁਰਖ ਨੇ ਸਿਰਫ 4 ਪੁੱਤਰ ਬਖਸ਼ੇ। ਅੱਜ ਮੈਨੂੰ ਖੁਸ਼ੀ ਹੈ, ਮੈਨੂੰ 4 ਪੁੱਤਰਾਂ ਦੇ ਨਾਲ ਨਾਲ ਇੱਕ ਧੀ ਮੁਮਤਾਜ਼ ਵੀ ਮਿਲ ਗਈ ਹੈ। ਇੰਨਾ ਮਾਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਪਾਤਸ਼ਾਹ ਨੇ ਕਿਹਾ, ਬੇਟਾ ਜਦੋਂ ਵੀ ਦੀਦਾਰ ਕਰਨੇ ਹੋਣ, ਅੰਮ੍ਰਿਤ ਵੇਲੇ ਉੱਠ ਕੇ ਇਸ ਖੰਜਰ ਦੇ ਦੀਦਾਰ ਕਰੀ। ਗੁਰੂ ਗੋਬਿੰਦ ਸਿੰਘ ਤੇਰੇ ਅੰਗ ਸੰਗ ਤੈਨੂੰ ਦਰਸ਼ਨ ਦੇਣਗੇ। ਉਹ ਉਹਨਾਂ ਦੇ ਪਰਿਵਾਰ ਕੋਲ ਖੰਜਰ ਰਿਹਾ, ਹੁਕਮਨਾਮਾ ਵੀ ਕੋਲ ਰਿਹਾ। 1947 ਵਿੱਚ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ, ਰੋਪੜ ਦੇ ਇਲਾਕੇ ਵਿੱਚ ਜਿਹੜੇ ਮੁਸਲਮਾਨ ਰੰਗੜਾਂ ਨੇ ਹੱਥ ਖੜੇ ਕਰਕੇ ਕਿਹਾ, ਅਸੀਂ ਚੌਧਰੀ ਨਿਹੰਗ ਖਾਂ ਦੀ ਅੰਸ਼-ਵੰਸ਼ ਹਾਂ, ਪੰਜਾਬੀ ਸਿੱਖਾਂ ਨੇ ਜਾਨ ਤੇ ਖੇਡ ਕੇ ਉਹਨਾਂ ਨੂੰ ਅੰਮ੍ਰਿਤਸਰ ਕੈਂਪ ਤੱਕ ਪਹੁੰਚਾਇਆ। ਕਿਸੇ ਬੰਦੇ ਦੀ ਇੱਜ਼ਤ ਆਬਰੂ ਜਾਨੀ ਮਾਲੀ ਨੁਕਸਾਨ ਨਹੀਂ ਹੋਣ ਦਿੱਤਾ। ਕਿਉਂ? ਗੁਰੂ ਨੇ ਲਿਖ ਕੇ ਦਿੱਤਾ ਸੀ, ਮੇਰਾ ਖਾਲਸਾ ਸਦਾ ਇਨਕਾ ਰਿਣੀ ਰਹੇਗਾ, ਕਿਉਂਕਿ ਉਹਨੇ ਸੇਵਾ ਕੀਤੀ ਹੈ। ਸਾਰੀ ਉਮਰ ਉਸ ਲੜਕੀ ਨੇ, ਬੇਟੀ ਮੁਮਤਾਜ਼ ਨੇ, ਸ਼ਹੀਦ ਬਚਿੱਤਰ ਸਿੰਘ ਦੀ ਪਤਨੀ ਅਖਵਾ ਕੇ ਉਮਰ ਗੁਜ਼ਾਰੀ ਹੈ। ਸਾਧ ਸੰਗਤ, ਇੰਨੀ ਵੱਡੀ ਦ੍ਰਿੜਤਾ। ਭਾਈ ਗੁਰਦਾਸ ਸਾਹਿਬ ਜੀ ਇੱਕ ਕਵਿਤ ਲਿਖਦੇ ਨੇ, ਦੁਨੀਆ 'ਚ ਲੱਖਾਂ ਬੰਦੇ, ਲੱਖਾਂ ਔਰਤਾਂ ਜਨਮ ਲੈਂਦੀਆਂ ਨੇ, ਉਮਰ ਭੋਗ ਕੇ ਮਰ ਜਾਂਦੇ ਨੇ ਲੋਕ, ਪਰ ਜਿਹੜੇ ਲੋਕ ਦੁਨੀਆ 'ਚ ਤਰਕਾਰਤਾ ਵਾਲੇ ਕਰਮ ਕਰਕੇ ਮਰਦੇ ਨੇ, ਉਹਨਾਂ ਨੂੰ ਲੋਕ ਤ੍ਰਿਗ ਤ੍ਰਿਗ ਕਹਿੰਦੇ ਨੇ। ਜਿਹੜੀਆਂ ਮਾਈਆਂ ਜੱਤ ਤੇ ਸੱਤ ਵਿੱਚ ਉਮਰ ਗੁਜ਼ਾਰ ਕੇ ਧਰਮ ਨਾਲ ਮਰਦੀਆਂ ਨੇ, ਉਹਨਾਂ ਨੂੰ ਲੋਕ ਜੈ ਜੈਕਾਰ ਕਹਿੰਦੇ ਨੇ। ਭਾਈ ਗੁਰਦਾਸ ਜੀ ਲਿਖਦੇ, ਅੰਤ ਕਾਲ ਨਿਗ੍ਰਹਿ ਕੈ ਚੋਰ ਮਰੈ, ਤ੍ਰਿਗ ਤ੍ਰਿਗ ਕਹਿਤ ਹੈ ਸਗਲ ਸੰਸਾਰ ਜੀ। ਅੰਤ ਕਾਲ ਨਿਗ੍ਰਹਿ ਕੈ ਸਤੀ ਹੋਏ, ਜੈ ਜੈ ਕਰਤ ਹੈ ਸਗਲ ਸੰਸਾਰ ਜੀ। ਕੋਈ ਧਰਮ ਤੇ ਜੱਤ ਸੱਤ ਤੇ ਪੱਕਾ ਰਹਿ ਕੇ ਜਾਵੇ, ਰਹਿੰਦੀ ਦੁਨੀਆ ਤੱਕ ਲੋਕ ਉਹਨਾਂ ਬੀਬੀਆਂ ਨੂੰ ਜੈ ਜੈਕਾਰ ਕਰਦੇ ਨੇ। ਇਹ ਤੇ ਚਲੋ 300 ਸਾਲ ਤੋਂ ਵੱਧ ਸਮੇਂ ਦੀ ਗੱਲ ਹੋ ਗਈ ਨਾ। ਤੁਹਾਨੂੰ ਮੈਂ 30-35 ਸਾਲ ਦੀ ਗੱਲ ਸੁਣਾਵਾਂ। ਇਸ ਤਰ੍ਹਾਂ ਦੀਆਂ ਘਟਨਾਵਾਂ ਇਤਿਹਾਸ ਤੋਂ ਸਿੱਖ ਕੇ ਅੱਗੇ ਵਰਤਦੀਆਂ ਰਹਿੰਦੀਆਂ ਨੇ। ਇਤਿਹਾਸ ਆਪਣੇ ਆਪ ਅੱਗੇ ਇਤਿਹਾਸ ਨੂੰ ਜਨਮ ਦਿੰਦਾ ਹੈ, ਪਰ ਸ਼ਰਤ ਹੈ ਇਤਿਹਾਸ ਸੱਚਾ ਹੋਵੇ, ਤਾਂ ਉਹ ਇਤਿਹਾਸ ਅੱਗੇ ਆਪਣੇ ਆਪ ਵੱਧਦਾ ਹੈ। ਉਸ ਇਤਿਹਾਸ ਨੂੰ ਇਤਿਹਾਸ ਹੋਰ ਅੱਗੇ ਜਨਮ ਦਿੰਦਾ ਹੈ। 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ। ਤੁਹਾਡੇ 'ਚ ਬਹੁਤਿਆਂ ਨੇ ਉਹ ਹਾਲਾਤ ਵੇਖੇ। ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ, ਉਸ ਬੇਅਦਬੀ ਦਾ ਬਦਲਾ ਗੁਰੂ ਦੇ ਸਿੱਖਾਂ ਨੇ ਲਿਆ। ਉਸ ਵਕਤ ਦੀ ਹਕੂਮਤ ਦਾ ਜਿਹੜਾ ਪ੍ਰਧਾਨ ਮੰਤਰੀ ਸੀ, ਜਿਹੜੀ ਮਾਈ, ਉਹਨੂੰ ਮਾਰ ਦਿੱਤਾ। ਸਾਧ ਸੰਗਤ, ਉਸ ਤੋਂ ਬਾਅਦ ਫਿਰ 2 ਸਿੱਖ ਜੇਲ੍ਹ ਵਿੱਚ ਰਹੇ ਔਰ ਉਹਨਾਂ ਦੋਵਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਭਾਈ ਸਤਵੰਤ ਸਿੰਘ ਜੀ, ਭਾਈ ਬੇਅੰਤ ਸਿੰਘ ਜੀ। ਜਿਹੜਾ ਭਾਈ ਸਤਵੰਤ ਸਿੰਘ ਅਗਵਾਨ ਹੈ ਨਾ, ਉਹ ਭਰ ਜਵਾਨੀ ਵਿੱਚ ਹੈ, ਅਜੇ ਉਹਦਾ ਰਿਸ਼ਤਾ ਮੰਗਣਾ ਅੰਗੇਜਮੈਂਟ ਬੀਬੀ ਸੁਰਿੰਦਰ ਕੌਰ ਜੀ ਦੇ ਨਾਲ ਹੋਈ ਸੀ। ਮਨ ਦੇ ਅੰਦਰ ਰੋਜ ਆ ਗਿਆ, ਸ਼੍ਰੀ ਦਰਬਾਰ ਸਾਹਿਬ ਦਾ, ਅਕਾਲ ਤਖਤ ਸਾਹਿਬ ਦਾ ਬਦਲਾ ਲਿਆ। ਹਕੂਮਤ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਔਰ ਉਹਨੇ ਜੇਲ੍ਹ ਵਿੱਚੋਂ ਸੁਨੇਹਾ ਘੱਲਿਆ ਕਿ ਜਿਸ ਲੜਕੀ ਨਾਲ ਮੇਰਾ ਰਿਸ਼ਤਾ ਮੰਗਣਾ ਅੰਗੇਜਮੈਂਟ ਹੋਈ ਹੈ, ਆਪਣੇ ਪਰਿਵਾਰ ਦੇ ਹੱਥ ਸੁਨੇਹਾ ਘੱਲਿਆ, ਜਾ ਕੇ ਕਹਿ ਦਿਓ ਉਸ ਲੜਕੀ ਸੁਰਿੰਦਰ ਕੌਰ ਨੂੰ, ਮੈਂ ਤੈਨੂੰ ਆਪਣੇ ਰਿਸ਼ਤੇ ਤੋਂ ਆਜ਼ਾਦ ਕਰ ਦੇ, ਤੂੰ ਜਿੱਥੇ ਮਰਜ਼ੀ ਹੋਰ ਕਿਤੇ ਰਿਸ਼ਤਾ, ਵਿਆਹ, ਸ਼ਾਦੀ, ਆਨੰਦ ਕਾਰਜ ਕਰਵਾ ਲਈ, ਆਪਣਾ ਜੀਵਨ ਬਸ਼ਰ ਕਰੀ, ਮੈਂ ਤੈਨੂੰ ਆਪਣੇ ਰਿਸ਼ਤੇ ਤੋਂ ਆਜ਼ਾਦ ਕਰ ਰਿਹਾ। ਉਹਨੇ ਉਹਦੇ ਸਹੁਰਿਆਂ ਨੂੰ ਸੁਨੇਹਾ ਦੇ ਦਿੱਤਾ, ਭਾਈ ਸਾਡੇ ਲੜਕੇ ਨੂੰ ਤਾਂ ਫਾਂਸੀ ਦੀ ਸਜ਼ਾ ਹੋ ਗਈ, ਅੱਜ ਹੋ ਜਾਏ ਕੱਲ ਹੋ ਜਾਏ, ਤੁਸੀਂ ਉਮਰ ਭਰ ਲੜਕੀ ਨੂੰ ਕਿੱਥੇ ਬਿਠਾ ਕੇ ਰੱਖੋਗੇ, ਕਿਤੇ ਹੋਰ ਵਿਆਹ ਦਿਓ। ਜਦੋਂ ਘਰ ਵਾਲਿਆਂ ਨੇ ਗੱਲ ਤੋਰੀ ਵੀ ਸੁਰਿੰਦਰ ਕੌਰ ਦਾ ਰਿਸ਼ਤਾ ਕਿਤੇ ਹੋਰ ਕਰ ਦਿੰਦੇ ਆ, ਉਹਨੂੰ ਕਿਹਾ ਭਾਈ ਤੇਰੇ ਘਰ ਵਾਲੇ ਨੇ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਹੈ, ਉਹਦੇ ਇਵਜ਼ ਵਿੱਚ ਉਹਨੂੰ ਜੇਲ੍ਹ ਹੋਈ ਹੈ, ਫਾਂਸੀ ਦੀ ਸਜ਼ਾ ਹੋ ਗਈ ਹੈ, ਅੱਜ ਕੱਲ੍ਹ ਉਹਨੂੰ ਫਾਂਸੀ ਤੇ ਲਟਕਾ ਦਿੱਤਾ ਜਾਏਗਾ, ਤੇਰਾ ਰਿਸ਼ਤਾ ਕਿਤੇ ਹੋਰ ਕਰ ਦਿੰਦੇ ਆ। ਤੇ ਸਾਧ ਸੰਗਤ, ਉਸ ਬੀਬੀ ਨੇ ਪਰਿਵਾਰ ਨੂੰ ਕਿਹਾ, ਮੈਂ ਕਿਤੇ ਹੋਰ ਰਿਸ਼ਤਾ ਨਹੀਂ ਕਰਾਵਾਂਗੀ, ਮੇਰੇ ਰਿਸ਼ਤੇ ਦੀ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹੋਈ ਹੈ, ਮੈਂ ਸ਼ਹੀਦ ਸਤਵੰਤ ਸਿੰਘ ਦੀ ਪਤਨੀ ਅਖਵਾਵਾਂਗੀ, ਕਿਤੇ ਹੋਰ ਸ਼ਾਦੀ ਨਹੀਂ ਕਰਵਾਉਣੀ, ਕਿਤੇ ਹੋਰ ਆਨੰਦ ਕਾਰਜ ਨਹੀਂ ਕਰਵਾਉਣਾ। ਜਦੋਂ ਉਹਨੇ ਜਿੱਦ ਫੜ ਲਈ ਤੇ ਸਾਧ ਸੰਗਤ ਤੋਂ ਜੇਲ੍ਹ ਵਿੱਚ ਪਰਿਵਾਰ ਨਾਲ ਮਿਲਣ ਆਈ ਸਤਵੰਤ ਸਿੰਘ ਜੀ, ਮੁਲਾਕਾਤ ਹੋਈ। ਹਕੂਮਤ ਨੇ ਵੀ ਆਗਿਆ ਦਿੱਤੀ ਵੀ ਸ਼ਾਇਦ ਕਿਤੇ ਮੋਹ ਦੀਆਂ ਤੰਦਾਂ ਕਮਜ਼ੋਰ ਕਰ ਦੇਣ ਬੰਦਿਆਂ ਨੂੰ,
ਬੜੀ ਦ੍ਰਿੜਤਾ ਨਾਲ ਸ਼ਹੀਦ ਸਤਵੰਤ ਸਿੰਘ ਜੀ ਫਾਂਸੀ ਲਟਕਣ ਤੋਂ ਪਹਿਲਾਂ, ਸ਼ਹੀਦ ਹੋਣ ਤੋਂ ਪਹਿਲਾਂ ਆਪਣੇ ਘਰ ਵਾਲੀ, ਜਿਹਦੇ ਨਾਲ ਸਿਰਫ ਰਿਸ਼ਤਾ ਹੀ ਹੋਇਆ, ਸ਼ਾਦੀ ਨਹੀਂ ਹੋਈ, ਰਿਸ਼ਤਾ ਹੀ ਹੋਇਆ ਸੀ, ਮੰਗਣਾ ਹੋਇਆ ਸੀ, ਆਪਣੇ ਘਰ ਵਾਲੀ ਨੂੰ ਕਹਿੰਦੇ ਨੇ, ਸੁਰਿੰਦਰ ਕੌਰੇ ਮੈਂ ਤੈਨੂੰ ਆਪਣੇ ਰਿਸ਼ਤੇ ਤੋਂ ਆਜ਼ਾਦ ਕਰ ਦਿੱਤਾ ਹੈ, ਤੂੰ ਕਿਤੇ ਹੋਰ ਆਪਣੀ ਸ਼ਾਦੀ ਆਨੰਦ ਕਾਰਜ ਕਰਵਾ ਲਈ। ਉਹਨੇ ਅੱਖਾਂ ਭਰ ਕੇ ਕਿਹਾ ਸੀ, ਸਰਦਾਰ ਜੀ ਮੈਨੂੰ ਇਸ ਰਿਸ਼ਤੇ ਤੋਂ ਆਜ਼ਾਦ ਨਾ ਕਰੋ, ਤੁਸੀਂ ਸ਼ਹੀਦ ਹੋ ਜਾਓ, ਲੱਖ ਵਾਰ ਕੌਮ ਤੋਂ ਸ਼ਹੀਦ ਹੋ ਜਾਓ, ਮੈਂ ਤੁਹਾਡੇ ਇੱਕ ਸ਼ਹੀਦ ਦੀ ਪਤਨੀ ਅਖਵਾਵਾਂਗੀ, ਮੈਂ ਸ਼ਹੀਦ ਸਤਵੰਤ ਸਿੰਘ ਦੀ ਪਤਨੀ ਅਖਵਾਵਾਂਗੀ, ਮੈਂ ਕਿਤੇ ਹੋਰ ਆਨੰਦ ਕਾਰਜ ਨਹੀਂ ਕਰਵਾਉਣੇ। ਸਾਧ ਸੰਗਤ ਕਿੰਨੀ ਦ੍ਰਿੜਤਾ ਹੋਏਗੀ, ਔਰ ਤੁਸੀਂ ਹੈਰਾਨ ਹੋਵੋਗੇ, ਇਹ ਅਜੇ 30-35 ਸਾਲ ਦੀਆਂ ਗੱਲਾਂ ਨੇ। ਫੋਟੋ ਦੇ ਨਾਲ ਲਾਵਾਂ ਹੋਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ। ਉਹ ਬੀਬੀ ਨੇ ਫੋਟੋ ਮੋਹਰੇ ਸਤਵੰਤ ਸਿੰਘ ਜੀ ਦੀ ਚੱਕੀ ਸੀ, ਤਾਬਿਆ ਬੈਠੇ ਗ੍ਰੰਥੀ ਸਾਹਿਬ ਲਾਵਾਂ ਪੜ੍ਹ ਰਹੇ ਸੀ। ਉਹ ਬੀਬੀ ਇੱਕ ਲਾਮ ਨਾਲ ਫੋਟੋ ਚੁੱਕ ਕੇ ਪਰਿਕਰਮਾ ਕਰਕੇ ਉਹਨੇ ਲਾਵਾਂ ਲਈਆਂ। ਆਨੰਦ ਕਾਰਜ ਫੋਟੋ ਨਾਲ ਹੋਏ ਔਰ ਇੱਕ ਸ਼ਹੀਦ ਦੀ ਪਤਨੀ ਅਖਵਾਈ। ਉਸ ਤੋਂ ਬਾਅਦ ਬੜੀ ਦ੍ਰਿੜਤਾ ਧਰਮ ਵਿੱਚ ਉਹਨੇ ਕਈ ਸਾਲ ਉਮਰ ਗੁਜ਼ਾਰੀ, ਸ਼ਹੀਦ ਸਤਵੰਤ ਸਿੰਘ ਦੀ ਪਤਨੀ ਅਖਵਾਉਂਦੀ ਰਹੀ। ਅੱਜ ਜਦੋਂ ਸ਼ਹੀਦ ਸਤਵੰਤ ਸਿੰਘ ਜੀ ਦੀ ਬਰਸੀ ਮਨਾਈ ਜਾਂਦੀ ਨਾ, ਤੇ ਸਾਧ ਸੰਗਤ ਜਦੋਂ ਉਹ ਸ਼ਹੀਦ ਦਾ ਦਿਨ ਮਨਾਇਆ ਜਾਂਦਾ, ਉਹਦੇ ਘਰ ਵਾਲੀ ਦਾ ਵੀ ਨਾਲ ਹੀ ਦਿਨ ਮਨਾਇਆ ਜਾਂਦਾ। ਦੁਨੀਆ ਵਿੱਚ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਨ੍ਹਾਂ ਦੇ ਅੰਦਰ ਗੁਰੂ ਇੰਨੀ ਦ੍ਰਿੜਤਾ ਬਖਸ਼ਦਾ ਹੈ। ਇੱਥੇ ਗੁਰੂ ਕਿਰਪਾ ਕਰੇ, ਪਤਾ ਨਹੀਂ ਕਿਉਂ ਲੋਕ ਲਾਲਚ ਵਸ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਲਾਵਾਂ ਲੈ ਕੇ ਫਿਰ ਮੁੱਕਰ ਜਾਂਦੇ ਨੇ, ਵਿਆਹ ਕਰਾ ਕੇ ਫਿਰ ਮੁੱਕਰ ਜਾਂਦੇ ਨੇ। ਹੁਣ ਤੇ ਲਾਲਚ ਇੰਨਾ ਵੱਧ ਗਿਆ, ਝੂਠੀਆਂ ਲਾਵਾਂ ਸਭ ਕੁਝ ਕਰਕੇ ਬਾਹਰ ਜਾਣਾ ਚਾਹੀਦਾ, ਬੱਚਾ ਇਲਟ ਕਰ ਲਓ, ਚਲੋ ਬਾਹਰ, ਝੂਠੀਆਂ ਲਾਵਾਂ ਕਰ ਰਹੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ। ਮੈਨੂੰ ਇੱਕ ਬੰਦਾ ਕਹਿੰਦਾ ਜੀ ਆ ਮੋਦੀ ਨੇ ਨਵਾਂ ਹੀ ਸਿਆਪਾ ਪਾ ਦਿੱਤਾ। ਮੈਂ ਕਿਹਾ ਵੀ ਸ਼ਾਇਦ ਅੰਦੋਲਨ ਦੀ ਗੱਲ ਕਰਨ ਲੱਗਾ ਬਈ ਇਹਨੇ ਕਾਨੂੰਨਾਂ ਦਾ ਕੋਈ ਰੌਲਾ ਪਿਆ। ਮੈਂ ਉਹਨੂੰ ਕਿਹਾ ਵੀ ਕਾਨੂੰਨ ਤਾਂ ਉਹਨੇ ਵਾਪਸ ਲੈ ਲੈਣੇ, ਹੁਣ ਕਿਹੜਾ ਸਿਆਪਾ ਪਾਤਾ। ਕਹਿੰਦਾ ਜੀ ਨਵਾਂ ਹੀ ਸਿਆਪਾ ਪਾਤਾ। ਹੁਣ ਉਹਨੇ ਕਹਿ ਦਿੱਤਾ ਵੀ ਜਦੋਂ ਤੱਕ ਲੜਕੀ 21 ਸਾਲ ਦੀ ਨਹੀਂ ਹੁੰਦੀ ਤੁਸੀਂ ਸ਼ਾਦੀ ਨਹੀਂ ਕਰ ਸਕਦੇ। ਮੈਂ ਕਿਹਾ ਤੁਹਾਨੂੰ ਕਾਹਦੀ ਕਾਹਲੀ ਹੈ, ਬੱਚੀ ਨੂੰ 21 ਸਾਲ ਦੀ ਉਮਰ ਹੋ ਲੈਣ ਦਿਓ, ਤੁਹਾਨੂੰ ਕਿਹੜੀ ਛੇਤੀ ਹੈ। ਉਹ ਕਹਿਣਾ ਜੀ ਆਈਲੈਟ ਕਰਕੇ ਬਾਹਰ ਭੇਜਣੀ ਹੈ। ਤੇ ਮੈਂ ਉਹਨੂੰ ਕਹਾਂ ਆਈਲੈਟ ਕਰਕੇ ਬਾਹਰ ਤਾਂ 21 ਸਾਲ ਤੋਂ ਥੱਲੇ ਵੀ ਜਾ ਸਕਦੀ ਕੁੜੀ। 21 ਸਾਲ ਤੋਂ ਉਮਰ ਘੱਟ ਹੈ ਤਾਂ ਵਿਦੇਸ਼ ਵਿੱਚ ਤਾਂ ਜਾ ਸਕਦੀ ਹੈ। ਉਹ ਕਹਿੰਦੇ ਨਹੀਂ ਭਾਈ ਸਾਹਿਬ ਜੀ ਅੱਜ ਕੱਲ੍ਹ ਹੋਰ ਤਰ੍ਹਾਂ ਚੱਲਦਾ, ਪੈਸੇ ਲੜਕੇ ਵਾਲਿਆਂ ਤੋਂ ਲਵਾਈ ਦੇ ਨੇ, ਫਿਰ ਬਾਹਰ ਘੱਲੀ ਦਾ। ਇੱਥੋਂ ਤੱਕ ਲੋਕਾਂ ਦਾ ਲਾਲਚ ਹੈ। ਆਪਣੇ ਅੰਦਰ ਧਰਮ ਇਮਾਨ ਰੱਖੋ। ਜਿਹੜਾ ਸ਼ਹੀਦਾਂ ਦੀਆਂ ਬਾਤਾਂ ਆਪਾਂ ਕਰ ਰਹੇ ਹਾਂ ਉਹਨਾਂ ਦੇ ਜੀਵਨ ਤੋਂ ਕੋਈ ਸਿੱਖੀਏ। ਸ਼ਹੀਦ ਭਾਈ ਬਚਿੱਤਰ ਸਿੰਘ ਦੀ ਪਤਨੀ ਅਖਵਾਈ, ਉਹ ਬੇਟੀ ਮੁਮਤਾਜ਼ ਨਸੀਰ, ਅੱਜ ਸਾਧ ਸੰਗਤ ਉਹਦੇ ਨਾਮ ਉੱਤੇ ਗੁਰਦੁਆਰਾ ਬਣ ਰਿਹਾ ਹੈ। ਉਹਦਾ ਨਾਮ ਹੀ ਉਹ ਕਿਲ੍ਹਾ ਮੁਮਤਾਜ਼ਗੜ੍ਹ ਰੱਖਿਆ। ਪੂਰਾ ਇਤਿਹਾਸ ਤੁਸੀਂ ਜਾ ਕੇ ਉੱਥੇ ਵੇਖ ਸਕਦੇ ਹੋ। ਵਕਤ ਆਏਗਾ ਸ਼ਹੀਦ ਭਾਈ ਬਚਿੱਤਰ ਸਿੰਘ ਦੀਆਂ ਯਾਦਾਂ ਵੀ ਮਨਾਈਆਂ ਜਾਣਗੀਆਂ ਔਰ ਚੌਧਰੀ ਨਿਹੰਗ ਖਾਨ ਦੀ ਧੀ ਬੇਟੀ ਮੁਮਤਾਜ਼ ਦੀ ਯਾਦ ਵੀ ਬਣਾਈ ਜਾਏਗੀ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਪਹੁੰਚੇ ਔਰ ਧੰਨ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਲਾਲ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ ਦੇ ਨਾਲ ਸਰਸਾ ਨਦੀ ਦੇ ਕੰਢੇ ਜਾਂਦਿਆਂ ਕੁੰਮੇ ਮਾਸ਼ਕੀ ਦੇ ਕੋਲ ਉਹ ਰਾਤ ਕੱਟੀ। ਸਿਖਰ ਦੁਪਹਿਰ ਹੋਈ ਤੇ ਕਿਤਿਓਂ ਘੁਮਾਉਂਦਿਆਂ ਗੰਗੂ ਮਿਲ ਪਿਆ। ਲੋਭੀ ਗੰਗੂ ਆਪਣੇ ਘਰ ਲੈ ਗਿਆ। ਸ਼ਾਇਦ ਉਸ ਵਕਤ ਉਹਦੇ ਮਨ ਵਿੱਚ ਲੋਭ ਨਾ ਹੋਵੇ, ਪਰ ਸਾਧ ਸੰਗਤ ਜਿਹਦੇ ਅੰਦਰ ਉਹ ਔਗਣ ਹੋਵੇ ਉਹ ਕਦੇ ਵੀ ਪ੍ਰਗਟ ਹੋ ਸਕਦਾ। ਇਸ ਲਈ ਅਰਦਾਸ ਕਰਨੀ ਚਾਹੀਦੀ ਹੈ, ਕਾਮ ਕ੍ਰੋਧ ਲੋਭ ਅਹੰਕਾਰ ਤੋਂ ਗੁਰੂ ਬਚਾ ਕੇ ਰੱਖੇ। ਤਾਈਓ ਸਿੱਖ ਜਦੋਂ ਵੀ ਭੋਜਨ ਛਕਦਾ ਉਹ 3 ਵਕਤ ਛਕੇ। ਅਰਦਾਸ ਕਰਕੇ ਜ਼ਰੂਰ ਕਹਿੰਦਾ ਸ਼ਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਕਿਉਂ? ਪਤਾ ਨਹੀਂ ਹੁੰਦਾ ਅੰਦਰ ਦਾ ਔਗਣ ਕਦੋਂ ਪ੍ਰਗਟ ਹੋ ਜਾਏ, ਕਦੋਂ ਮਨ ਲੋਭੀ ਹੋ ਜਾਏ। ਮਨ ਦਾ ਕੀ ਹੈ? ਡੋਲੇ ਨਾ ਡੋਲੇ, ਲੱਖਾਂ ਤੇ ਨਾ ਡੋਲੇ, ਡੋਲਣ ਤੇ ਆਉਂਦਾ ਕੱਖਾਂ ਤੇ ਡੋਲ ਜਾਂਦਾ। ਨਾ ਡੋਲੇ ਕਰੋੜਾਂ ਤੇ ਨਾ ਡੋਲੇ, ਜਿੱਦਣ ਲੋਭੀ ਹੁੰਦਾ ਉਦਣ ਕੌਡੀਆਂ ਤੇ ਵੀ ਲੋਭੀ ਹੋ ਜਾਂਦਾ। ਇਹਦਾ ਕੋਈ ਪਤਾ ਨਹੀਂ ਮੰਨਦਾ। ਉਹ ਗੰਗੂ ਲੋਭੀ ਹੋ ਗਿਆ।
ਚੰਦ ਮੋਹਰਾਂ ਦਾ ਲੋਭੀ ਹੋ ਕੇ ਸਾਹਿਬਜ਼ਾਦਿਆਂ ਨੂੰ ਪਕੜਾ ਦਿੱਤਾ। ਮੁਰਿੰਡੇ ਤੋਂ ਜਾਨੀ ਖਾਂ ਮਾਨੀ ਖਾਂ ਪਕੜਨ ਆਏ। ਦੁੱਲਾ ਸਿੰਘ ਹੰਡੂਰੀਆ ਲਿਖਦੇ ਨੇ, ਦੋਵਾਂ ਸਾਹਿਬਜ਼ਾਦਿਆਂ ਦੇ ਨੰਨੇ ਨੰਨੇ ਹੱਥ ਰੱਸੀ ਨਾਲ ਬੰਨ੍ਹ ਲਏ, ਮਾਂ ਗੁਜਰੀ ਦੀਆਂ ਬਾਹਾਂ ਵੀ ਪਿਛਾਂ ਬੰਨ੍ਹ ਦਿੱਤੀਆਂ। ਸਹੇੜੀ ਤੋਂ ਜਿਹਨੂੰ ਖੇੜੀ ਕਹਿੰਦੇ ਨੇ, ਉੱਥੋਂ ਤੋਰ ਕੇ ਮੁਰਿੰਡੇ ਤੱਕ ਲੈ ਕੇ ਆਏ। ਇੱਕ ਰਾਤ ਮੁਰਿੰਡੇ ਦੀ ਕੋਤਵਾਲੀ ਵਿੱਚ ਭੁੱਖੇ ਪਿਆਸੇ ਰੱਖੇ। ਇੱਧਰ ਚਮਕੌਰ ਦੀ ਜੰਗ ਵਜ਼ੀਰ ਖਾਂ ਹਾਰ ਚੁੱਕਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਲ ਵਿੰਗਾ ਨਹੀਂ ਕਰ ਸਕਿਆ ਤੇ ਸਰਹੰਦ ਖਬਰ ਦਿੱਤੀ ਅਗਲੀ ਦੁਪਹਿਰ ਨੂੰ, ਜੀ ਗੁਰੂ ਗੋਬਿੰਦ ਸਿੰਘ ਦੇ 2 ਪੁੱਤਰ ਤੇ ਮਾਤਾ ਜੀ ਪਕੜੇ ਗਏ ਨੇ। ਵਜ਼ੀਰ ਖਾਂ ਬੜਾ ਖੁਸ਼ ਹੋਇਆ। ਕਹਿੰਦੇ ਨੇ ਉਹਨੇ ਸੁਨੇਹਾ ਦਿੱਤਾ, ਛੇਤੀ ਨਾਲ ਸਰਹੰਦ ਲੈ ਕੇ ਆਓ। ਜਾਨੀ ਖਾਂ ਮਾਨੀ ਖਾਂ ਦੋਵਾਂ ਸਾਹਿਬਜ਼ਾਦਿਆਂ ਨੂੰ ਔਰ ਧੰਨ ਮਾਤਾ ਗੁਜਰੀ ਜੀ ਨੂੰ ਗੱਡੇ ਤੇ ਬਿਠਾ ਕੇ ਸਖਤ ਪਹਿਰੇ ਵਿੱਚ ਮੁਰਿੰਡੇ ਤੋਂ ਸਰਹੰਦ ਵੱਲ ਲੈ ਕੇ ਤੁਰ ਪਏ। ਇੱਕ ਵਿਦਵਾਨ ਨੇ ਲਿਖਿਆ, ਦੁੱਲਾ ਸਿੰਘ ਹੰਡੂਰੀਆ ਲਿਖਦਾ, ਉਹ ਕਹਿੰਦਾ ਸਾਹਿਬਜ਼ਾਦਿਆਂ ਨੂੰ ਬੋਰੀ ਮੇਂ ਬਾਂਧ ਕਰ ਸਰਹੰਦ ਕੋ ਲੈ ਤੁਰੇ। ਬੋਰੀਆਂ ਵਿੱਚ ਪਾਇਆ ਤੇ ਬਾਹਰੋਂ ਮੂੰਹ ਬੰਨ੍ਹ ਦਿੱਤੇ ਤਾਂ ਜੋ ਆਲੇ ਦੁਆਲੇ ਕਿਸੇ ਨੂੰ ਖਬਰ ਨਾ ਮਿਲੇ ਵੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾ ਰਹੇ ਨੇ। ਇਹ ਡਰ ਸੀ ਕਿਤੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਮਲਾ ਕਰਕੇ ਸਾਹਿਬਜ਼ਾਦਿਆਂ ਨੂੰ ਛੁਡਾ ਨਾ ਲੈਣ। ਬੋਰੀਆਂ ਵਿੱਚ ਬੰਨ੍ਹ ਕੇ ਸਾਹਿਬਜ਼ਾਦਿਆਂ ਤੇ ਧੰਨ ਮਾਤਾ ਗੁਜਰੀ ਜੀ ਨੂੰ ਸਰਹੰਦ ਲੈ ਗਏ। ਜਦੋਂ ਸਰਹੰਦ ਦੇ ਨਜ਼ਦੀਕ ਪਹੁੰਚੇ, ਸ਼ਾਮਾਂ ਪੈ ਚੁੱਕੀਆਂ ਸਨ, ਸੂਰਜ ਢਲ ਰਿਹਾ ਸੀ, ਸਰਦੀਆਂ ਦੇ ਦਿਨ ਸਨ, ਛੇਤੀ ਨਾਲ ਧੁੰਦ ਡਿੱਗਣ ਲੱਗ ਪਈ ਤੇ ਸਰਹੰਦ ਦੇ ਕੋਲ ਜਾ ਕੇ ਦੋਵਾਂ ਸਿਪਾਹੀਆਂ ਜਾਨੀ ਖਾਂ ਮਾਨੀ ਖਾਂ ਨੇ ਬੋਰੀਆਂ ਖੋਲ੍ਹ ਦਿੱਤੀਆਂ, ਸਾਹਿਬਜ਼ਾਦਿਆਂ ਨੂੰ ਬਾਹਰ ਕੱਢਿਆ। ਜਦੋਂ ਸਾਹਿਬਜ਼ਾਦਿਆਂ ਨੇ ਉੱਚੇ ਉੱਚੇ ਕਿਲੇ ਅਟਾਰੀਆਂ ਵੇਖੀਆਂ, ਉੱਚੇ ਉੱਚੇ ਮਹਿਲ ਅਟਾਰੀਆਂ ਤੇ ਕਿਲੇ ਵੇਖ ਕੇ ਦੋਵੇਂ ਸਾਹਿਬਜ਼ਾਦੇ ਖੁਸ਼ ਹੋ ਗਏ। ਦਾਦੀ ਮਾਂ ਗੁਜਰੀ ਨੂੰ ਪੁੱਛਦੇ ਨੇ, ਕਹਿੰਦੇ ਦਾਦੀ ਮਾਂ ਉਹ ਵੇਖੋ ਕਿਲੇ ਨਜ਼ਰ ਆ ਰਹੇ ਨੇ, ਲੱਗਦਾ ਆਪਣਾ ਆਨੰਦਪੁਰ ਸਾਹਿਬ ਆ ਗਿਆ। ਪੌਣੇ 7 ਸਾਲ ਦੀ ਉਮਰ ਹੈ, ਤੁਸੀਂ ਵੀ ਬੱਚਿਆਂ ਵਾਲੇ ਹੋ, ਪੌਣੇ 7 ਸਾਲ ਦਾ ਬੱਚਾ ਕਿੱਡਾ ਕੁ ਹੁੰਦਾ ਹੈ। ਬਾਬਾ ਫਤਿਹ ਸਿੰਘ ਕਹਿੰਦੇ, ਦਾਦੀ ਮਾਂ ਉਹ ਵੇਖੋ ਕਿਲਾ ਦਿਸ ਰਿਹਾ, ਲੱਗਦਾ ਆਪਣਾ ਆਨੰਦਪੁਰ ਸਾਹਿਬ ਆ ਗਿਆ। ਮਾਂ ਗੁਜਰੀ ਨੇ ਘੁੱਟ ਕੇ ਕਲੇਜੇ ਨਾਲ ਲਾ ਲਿਆ, ਨਾ ਵੇ ਲਾਲ, ਇਹ ਆਨੰਦਪੁਰ ਸਾਹਿਬ ਨਹੀਂ, ਇਹ ਜ਼ਾਲਮਾਂ ਦਾ ਸਰਹਿੰਦ ਹੈ। ਪਤਾ ਨਹੀਂ ਤੁਹਾਡੇ ਨਾਲ ਪੁੱਤ ਇੱਥੇ ਕੀ ਕੁਝ ਹੋਣਾ ਹੈ। ਇਹ ਆਨੰਦਪੁਰ ਸਾਹਿਬ ਨਾ ਕਹੋ, ਇਹ ਜ਼ਾਲਮਾਂ ਦਾ ਸਰਹਿੰਦ ਹੈ। ਦੋਵਾਂ ਸਾਹਿਬਜ਼ਾਦਿਆਂ ਮਾਂ ਗੁਜਰੀ ਨੂੰ ਲੈ ਗਏ। ਵਜ਼ੀਰ ਖਾਂ ਤੋਂ ਪੁੱਛਣ ਗਏ ਸਿਪਾਹੀ, ਜੀ ਕੀ ਕਰੀਏ? ਉਹਨੇ ਕਿਹਾ, ਰਾਤ ਪੈ ਚੁੱਕੀ ਹੈ, ਠੰਡੇ ਬੁਰਜ ਵਿੱਚ ਕੈਦ ਕਰ ਦਿਓ, ਸਖਤ ਪਹਿਰਾ ਲਾ ਦਿਓ, ਕੱਲ ਸਵੇਰੇ ਮੇਰੀ ਕਚਹਿਰੀ ਵਿੱਚ ਪੇਸ਼ ਕਰਿਓ। ਦੋਵਾਂ ਸਾਹਿਬਜ਼ਾਦਿਆਂ ਨੂੰ ਇੱਕ ਰਾਤ, ਪਹਿਲੀ ਰਾਤ ਠੰਡੇ ਬੁਰਜ ਵਿੱਚ ਕੈਦ ਕੀਤਾ, ਸਖਤ ਪਹਿਰਾ ਲਾ ਦਿੱਤਾ। ਮਾਂ ਗੁਜਰੀ ਕੋਲ ਹੈ। ਸਾਰੀ ਰਾਤ ਠੰਡ ਵਿੱਚ ਸਾਹਿਬਜ਼ਾਦੇ ਠੁਰ ਠੁਰ ਕਰਦੇ ਰਹੇ। ਮਾਂ ਗੁਜਰੀ ਸ਼ਹੀਦਾਂ ਦੀ ਗਾਥਾ ਸੁਣਾਉਂਦੀ ਰਹੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਸੁਣਾਈ, ਤੱਤੀ ਤਵੀ ਤੇ ਬੈਠਿਆਂ ਸ਼ਹੀਦੀ ਸੁਣਾਈ। ਠੰਡ ਦੇ ਦਿਨ ਵੀ ਠੰਡ ਨਾ ਲੱਗੀ, ਸਾਹਿਬਜ਼ਾਦਿਆਂ ਨੂੰ ਨੀਂਦ ਪੈ ਗਈ। ਗੋਦੀ 'ਚ ਮੂੰਹ ਢੱਕ ਕੇ ਮਾਂ ਗੁਜਰੀ ਨੇ ਦੋਵੇਂ ਸਾਹਿਬਜ਼ਾਦੇ ਸੁਲਾ ਦਿੱਤੇ। ਸਵੇਰੇ ਦਿਨ ਚੜ੍ਹਿਆ। ਦੁੱਖਾਂ ਦੀਆਂ ਰਾਤਾਂ ਛੇਤੀ ਮੁੱਕਦੀਆਂ ਨਹੀਂ। ਦਿਨ ਚੜ੍ਹਿਆ, ਵਜ਼ੀਰ ਖਾਨ ਨੇ ਕਚਹਿਰੀ ਲਾਈ, ਬੜਾ ਕਾਹਲਾ ਪੈ ਗਿਆ। ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਸਜ਼ਾ ਦੇਣੀ ਹੈ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਸਜ਼ਾ ਦੇਣੀ ਹੈ। ਜਦੋਂ ਕਚਹਿਰੀ ਸਜੀ, ਘੜਿਆਲ ਵੱਜਾ, ਸਿਪਾਹੀ ਕੱਲੇ, ਜਾਓ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਲੈ ਕੇ ਆਓ। ਜਦੋਂ ਸਿਪਾਹੀ ਲੈਣ ਆਏ ਨਾ, ਪੌੜੀਆਂ ਚੜ੍ਹ ਕੇ 2 ਸਿਪਾਹੀਆਂ ਨੇ ਆਵਾਜ਼ ਦੇ ਕੇ ਕਿਹਾ, ਮਾਤਾ ਜੀ ਤੁਹਾਡੇ ਪੋਤਰਿਆਂ ਨੂੰ ਕਚਹਿਰੀ ਵਿੱਚ ਬੁਲਾਇਆ। ਤੇ ਮਾਂ ਗੁਜਰੀ ਨੇ ਬੜੇ ਸਹਿਜ ਨਾਲ ਕਿਹਾ, 83 ਸਾਲ ਦੀ ਉਮਰ ਹੈ। ਧੰਨ ਮਾਤਾ ਗੁਜਰ ਕੌਰ ਜੀ ਬੋਲੇ, ਕਹਿੰਦੇ, ਵੇ ਕਾਕਾ, ਕਚਹਿਰੀ ਵਿੱਚ ਮੈਨੂੰ ਲੈ ਕੇ ਜਾਓ। ਜੇ ਕੋਈ ਸਵਾਲ ਜਵਾਬ ਪੁੱਛਣਾ ਪੁੱਤ ਮੇਰੇ ਤੋਂ ਪੁੱਛੋ, ਜੇ ਕੋਈ ਸਵਾਲ ਕਰਨਾ ਕਚਹਿਰੀ 'ਚ ਮੇਰੇ ਤੋਂ ਕਰੋ। ਆ ਨਿੱਕੇ ਨਿੱਕੇ ਸਾਹਿਬਜ਼ਾਦੇ, ਇਹ ਮਾਸੂਮ ਜਿੰਦਾਂ, ਇਹਨਾਂ ਦੇ ਸਵਾਲ ਜਵਾਬ ਦੇਣ ਦੀ ਉਮਰ ਨਹੀਂ, ਕਚਹਿਰੀ ਵਿੱਚ ਤਰੀਕਾਂ ਭੁਗਤਣ ਦੀ ਉਮਰ ਨਹੀਂ। ਨਿੱਕੇ ਨਿੱਕੇ ਬੱਚਿਆਂ ਤੋਂ ਕੀ ਪੁੱਛਣਾ, ਮੈਨੂੰ ਲੈ ਕੇ ਜਾਓ। ਸਿਪਾਹੀਆਂ ਕਿਹਾ, ਮਾਤਾ ਵਜ਼ੀਰ ਖਾਨ ਦਾ ਹੁਕਮ ਸਿਰਫ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਲਿਆਉਣ ਦਾ, ਤੈਨੂੰ ਨਹੀਂ।
ਦੋਵਾਂ ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਦਾ ਹੁਕਮ ਹੈ। ਆਪਣੇ ਪੋਤਿਆਂ ਨੂੰ ਤਿਆਰ ਕਰ। ਮਾਂ ਗੁਜਰੀ ਨੇ ਦਮਾਲੇ ਬੰਨੇ ਸਨ ਬੱਚਿਆਂ ਦੇ, ਦੋਵਾਂ ਲਾਲਾਂ ਨੂੰ ਜਪਜੀ ਸਾਹਿਬ ਸੁਣਾ ਦਿੱਤਾ ਸੀ। ਤੋਰਨ ਲੱਗਿਆਂ ਹੱਥ ਜੋੜ ਕੇ ਅਰਦਾਸ ਕੀਤੀ, ਹੇ ਗੁਰੂ ਤੇਗ ਬਹਾਦਰ ਸਾਹਿਬ, ਤੇਰੇ ਪੋਤਿਆਂ ਦੀ ਉਮਰ ਕਚਹਿਰੀਆਂ ਵਿੱਚ ਜਾਣ ਦੀ ਨਹੀਂ। ਪੌਣੇ 7 ਸਾਲ ਦਾ ਬੱਚਾ ਵੀ ਕੋਈ ਕਚਹਿਰੀ 'ਚ ਜਾਂਦਾ ਹੈ। ਤੇਰੇ ਪੋਤਿਆਂ ਦੀ ਉਮਰ ਤਰੀਕਾਂ ਭੁਗਤਣ ਦੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ, ਲਾਜ ਰੱਖੀ ਆਪਣੇ ਪੋਤਿਆਂ ਦੀ, ਈਨ ਨਾ ਮੰਨਣ, ਇਹ ਧਰਮ ਵਿੱਚ ਪੱਕੇ ਰਹਿਣ, ਜਿੱਤ ਕੇ ਵਾਪਸ ਮੇਰੀ ਗੋਦੀ ਵਿੱਚ ਆਉਣ। ਅਰਦਾਸ ਕਰਕੇ ਮਾਂ ਗੁਜਰੀ ਨੇ ਤੋਰ ਦਿੱਤੇ। ਕਚਹਿਰੀ ਵਿੱਚ ਗਏ। ਪਹਿਲਾਂ ਹੀ ਮਾਂ ਗੁਜਰੀ ਨੇ ਸਿਖਾਇਆ ਸੀ, ਪੁੱਤ ਗੱਜ ਕੇ ਫਤਿਹ ਬੁਲਾਉਣੀ ਹੈ। ਕਚਹਿਰੀ ਵੜਦਿਆਂ ਸਾਹਿਬਜ਼ਾਦਿਆਂ ਕਿਹਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਜ਼ੀਰ ਖਾਂ ਬੜਾ ਹੈਰਾਨ ਹੋਇਆ ਤੇ ਹੈਰਾਨ ਹੋ ਕੇ ਕਹਿੰਦਾ, ਓਏ ਬੱਚਿਓ, ਇਹ ਤੁਹਾਡੇ ਪਿਓ ਦਾ ਆਨੰਦਪੁਰ ਸਾਹਿਬ ਨਹੀਂ, ਇਹ ਸੂਬਾ ਸਰਹੰਦ ਦੀ ਕਚਹਿਰੀ ਹੈ। ਤੇ ਇੰਨੀ ਗੱਲ ਕਹਿ ਕੇ ਫਿਰ ਸੂਬਾ ਸਰਹੰਦ ਉੱਚੀ ਉੱਚੀ ਹੱਸ ਪਿਆ। ਨਾਲ ਬੈਠੇ ਸਿਪਾਹੀ ਵੀ ਹੱਸ ਪਏ, ਨਾਲ ਬੈਠੇ ਅਹਿਲਕਾਰ ਮੰਤਰੀ ਸੁੱਚਾ ਨੰਦੌੜੀਆ ਵਰਗੇ ਦੀਵਾਨ ਹੱਸ ਪਏ। ਤੇ ਹੱਸਣ ਤੋਂ ਬਾਅਦ ਉਹਨੇ ਮਜ਼ਾਕ ਕਰਕੇ ਪਤਾ ਕੀ ਕਿਹਾ, ਉਹ ਮੈਂ ਤੇ ਐਵੇਂ ਹੀ ਰਾਤੀ ਸੋਚਦਾ ਰਿਹਾ, ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਆਹ ਸਜ਼ਾ ਦੇਵਾਂਗੇ, ਆਹ ਸਜ਼ਾ ਦੇਵਾਂਗੇ। ਇਹ ਤੇ ਛੋਟੇ ਛੋਟੇ ਬੱਚੇ ਨੇ, ਇਹਨਾਂ ਨੂੰ ਸਜ਼ਾਵਾਂ ਦੇਣ ਦੀ ਲੋੜ ਨਹੀਂ। ਮੈਂ ਤੇ ਐਵੇਂ ਸੋਚਦਾ ਰਿਹਾ ਰਾਤੀ, ਆ ਵੀ ਮੈਂ ਸੋਚਿਆ ਆਹ ਵੀ ਸਜ਼ਾ ਦੇਵਾਂਗੇ, ਆਹ ਵੀ ਸਜ਼ਾ ਇਹ ਸਜ਼ਾਵਾਂ ਦੀ ਜ਼ਰੂਰਤ ਨਹੀਂ। ਇਹ ਤੇ ਨਿੱਕੇ ਨਿੱਕੇ ਬੱਚੇ ਨੇ, ਜਾਓ ਇਹਨਾਂ ਨੂੰ ਲੈ ਜਾਓ, ਕੁਝ ਖਾਣ ਦੀਆਂ ਚੀਜ਼ਾਂ ਦਿਓ, ਕੁਝ ਖੇਡਣ ਦੀਆਂ ਚੀਜ਼ਾਂ ਦਿਓ, ਆਪੇ ਹੀ ਭੁੱਲ ਜਾਣਗੇ 1-2 ਦਿਨਾਂ ਵਿੱਚ ਮਾਂ ਪਿਓ ਨੂੰ। ਇਹ ਤੇ 1-2 ਦਿਨਾਂ ਵਿੱਚ ਖਾਣ ਖੇਡਣ ਦੀਆਂ ਚੀਜ਼ਾਂ ਨਾਲ ਭੁੱਲ ਜਾਣਗੇ ਮਾਂ ਪਿਓ ਨੂੰ। ਜਾਓ ਇਹਨਾਂ ਨੂੰ ਖਾਣ ਖੇਡਣ ਦੀਆਂ ਚੀਜ਼ਾਂ ਦਿਓ। ਸਭ ਸਿਪਾਹੀ ਹੱਸ ਪਏ। ਮੰਤਰੀਆਂ ਦੇ ਦੀਵਾਨ ਸੁੱਚਾ ਨੰਦੌੜੀਏ ਦੇ ਕਹਿਣ ਤੇ ਸਿਪਾਹੀ ਲੈ ਗਏ। ਤਰ੍ਹਾਂ ਤਰ੍ਹਾਂ ਦੀਆਂ ਖਾਣ ਦੀਆਂ ਚੀਜ਼ਾਂ ਮੋਹਰੇ ਕੀਤੀਆਂ, ਕਿਸੇ ਚੀਜ਼ ਵੱਲ ਮੂੰਹ ਨਾ ਕੀਤਾ। ਭੁੱਖ ਤਾਂ ਸੀ ਪਰ ਖਾਧਾ ਪਤਾ ਕਿਉਂ ਨਹੀਂ। ਦਾਦੀ ਮਾਂ ਭੁੱਖੀ ਬੈਠੀ ਹੈ, ਅਸੀਂ ਕਿਵੇਂ ਖਾ ਲਈਏ? ਦਾਦੀ ਦੀ ਆਗਿਆ ਤੋਂ ਬਗੈਰ ਕਿਵੇਂ ਖਾ ਲਈਏ? ਦਾਦੀ ਦਾ ਹੁਕਮ ਹੈ, ਪੁੱਤ ਤੁਰਕਾਂ ਦੀ ਕੋਈ ਚੀਜ਼ ਮੂੰਹ ਤੇ ਨਹੀਂ ਰੱਖਣੀ। ਦੋਵਾਂ ਸਾਹਿਬਜ਼ਾਦਿਆਂ ਨੇ ਕਿਸੇ ਚੀਜ਼ ਵੱਲ ਮੂੰਹ ਨਾ ਕੀਤਾ। ਬਥੇਰੇ ਤਰ੍ਹਾਂ ਤਰ੍ਹਾਂ ਦੇ ਭੋਜਨ ਵਿਖਾਏ। ਅਖੀਰ ਉਹ ਸਿਪਾਹੀ ਤੇ ਸੁੱਚਾ ਨੰਦੌੜੀਆ ਖਿਡੌਣਿਆਂ ਵੱਲ ਲੈ ਗਏ। ਤਰ੍ਹਾਂ ਤਰ੍ਹਾਂ ਦੇ ਖਿਡੌਣੇ ਵਿਖਾਉਂਦੇ ਨੇ, ਕਿਸੇ ਖਿਡੌਣੇ ਵੱਲ ਮਨ ਹੀ ਨਾ ਕੀਤਾ ਸਾਹਿਬਜ਼ਾਦਿਆਂ ਦਾ। ਅਚਾਨਕ 2 ਖਿਡੌਣੇ ਨਜ਼ਰ ਪਏ ਤੇ ਸਾਹਿਬਜ਼ਾਦਿਆਂ ਭੱਜ ਕੇ ਚੁੱਕ ਲਏ। ਸੁੱਚਾ ਨੰਦੌੜੀਆ ਖੁਸ਼ ਹੋਇਆ, ਚਲੋ ਕੁਝ ਤਾਂ ਲਿਆ ਇਹਨਾਂ ਨੇ। ਵਜ਼ੀਰ ਖਾਂ ਨੂੰ ਦੱਸਣ ਦੇ ਯੋਗ ਤਾਂ ਹੋਏ ਵੇ, ਕੋਈ ਗੱਲ ਹੈ ਤਾਂ ਸਹੀ, ਨਾ ਕੁਝ ਚੁੱਕਿਆ ਤੇ ਹੈ। ਦੋਵਾਂ ਸਾਹਿਬਜ਼ਾਦਿਆਂ ਭੱਜ ਕੇ 2 ਖਿਡੌਣੇ ਚੁੱਕ ਲਏ। ਪਤਾ ਕੀ, ਇਤਿਹਾਸਕਾਰ ਕਹਿੰਦੇ ਉਹ ਖਿਡੌਣੇ ਛੋਟੀਆਂ ਛੋਟੀਆਂ ਲੱਕੜ ਦੀਆਂ ਤਲਵਾਰਾਂ ਤੇ ਤੀਰ ਕਮਾਨ, ਜਿਹੜੇ ਤੁਸੀਂ ਵੀ ਮੇਲਿਆਂ 'ਚ ਆਪਣੇ ਬੱਚਿਆਂ ਨੂੰ ਲੈ ਕੇ ਦਿੰਦੇ। ਉਹ ਤੀਰ ਤੇ ਤਲਵਾਰਾਂ ਚੁੱਕ ਲਏ ਤੇ ਖੇਡਣ ਲੱਗ ਪਏ। ਬਾਬਾ ਫਤਿਹ ਸਿੰਘ ਕਹਿੰਦੇ ਨੇ ਵੱਡੇ ਵੀਰੇ ਨੂੰ, ਵੱਡੇ ਵੀਰੇ ਜ਼ੋਰਾਵਰ ਸਿੰਘ, ਮੈਂ ਤੀਰ ਚਲਾਵਾਂਗਾ, ਤੂੰ ਚੁੱਕ ਕੇ ਲਿਆਇਆ ਕਰ। ਉਹ ਤੀਰ ਚਲਾਉਂਦਾ, ਵੱਡਾ ਚੁੱਕ ਚੁੱਕ ਲਿਆਉਂਦਾ। 3-4 ਘੜੀਆਂ ਖੇਡਦੇ ਰਹੇ। ਇੰਨੇ ਨੂੰ ਦੁਪਹਿਰ ਹੋ ਗਈ। ਦੁਪਹਿਰ ਢਲਦਿਆਂ ਘੜਿਆਲ ਵੱਜੀ, ਆਵਾਜ਼ ਆਈ, ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ। ਸੂਬਾ ਸਰਹੰਦ ਫਿਰ ਬਹਿ ਗਿਆ। ਸਾਹਿਬਜ਼ਾਦਿਆਂ ਹੱਥ 'ਚ ਤਲਵਾਰਾਂ, ਤੀਰ ਕਮਾਨ, ਤਲਵਾਰਾਂ ਕਮਰ ਕੱਸਿਆਂ ਵਿੱਚ ਚੁੱਕੇ ਤੁਰ ਪਏ। ਬੜੇ ਹੱਸਦੇ ਖੇਡਦੇ ਕਚਹਿਰੀ ਵਿੱਚ ਆਏ ਤੇ ਸੂਬਾ ਸਰਹੰਦ ਪੁੱਛਦਾ, ਬਈ ਕੁਝ ਖਾਧਾ ਇਹਨਾਂ ਨੇ? ਦੀਵਾਨ ਸੁੱਚਾ ਨੰਦ ਬੋਲਿਆ, ਜੀ ਕੋਈ ਚੀਜ਼ ਇਹਨਾਂ ਮੂੰਹ ਤੇ ਨਹੀਂ ਧਰੀ, ਕਿਸੇ ਚੀਜ਼ ਵੱਲ ਮੂੰਹ ਨਹੀਂ ਕੀਤਾ, ਬੜੇ ਬਾਜ਼ਿਦ ਨੇ, ਖਾਧਾ ਹੀ ਕੁਝ ਨਹੀਂ। ਕੋਈ ਖਿਡੌਣੇ ਲਏ ਨੇ? ਤੇ ਸੁੱਚਾ ਨੰਦ ਮਖੌਲ ਉਡਾ ਕੇ ਕਹਿੰਦਾ, ਖਿਡੌਣੇ ਕਾਹਦੇ ਜੀ, ਆ ਨਿੱਕੀਆਂ ਨਿੱਕੀਆਂ ਤੀਰ ਤੇ ਤਲਵਾਰਾਂ ਚੁੱਕ ਲਏ ਨੇ। ਤੀਰ ਕਮਾਨ ਤੇ ਤਲਵਾਰਾਂ ਨਾਲ ਹੀ ਖੇਡੀ ਜਾਂਦੇ ਨੇ। ਸੂਬਾ ਸਰਹੰਦ ਵਜ਼ੀਰ ਖਾਨ ਮਖੌਲ ਉਡਾ ਕੇ ਕਹਿੰਦਾ, ਓਏ ਬੱਚਿਓ, ਇਹ ਲੱਕੜ ਦੀਆਂ ਤਲਵਾਰਾਂ ਨਾਲ ਕੀ ਕਰੋਗੇ? ਓਏ ਬੱਚਿਓ, ਇਹ ਲੱਕੜ ਦੀਆਂ ਤਲਵਾਰਾਂ ਤੇ ਤੀਰਾਂ ਨਾਲ ਕੀ ਕਰੋਗੇ? ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਲਿਖਦੇ ਨੇ, ਕਹਿੰਦੇ ਇੰਨੀ ਗਰਜਵੀਂ ਆਵਾਜ਼ ਵਿੱਚ ਬਾਬਾ ਜ਼ੋਰਾਵਰ ਸਿੰਘ ਨੇ ਕਿਹਾ, ਪੌਣੇ 9 ਸਾਲ ਦੀ ਉਮਰ ਹੈ,
बड़ी गरजवी आवाज़ में धौन उच्ची करके कहा, वजीर खान असी गुरु गोबिंद सिंह दे लाल हाँ, एक बार छड्ड के वेख, लक्कड़ दी तलवार नाल भी तेरा सिर वड़ देंगे। इन्नी गल सुन के सूबा ठर गया, शरीर पानी हो गया, बड़े गुस्से च बोलिया, बड़े गुस्ताख बच्चे ने, इन्हों मेरी नज़र तो परे लै जाओ, एक रात भुखे प्यासे रखो बुरज विच, कल वेखांगा इन्हां दी आकड़, कचहरी चों बाहर लै जाओ। उस वक्त सुच्चा नंद ने इशारा किया, साहबजादियां नूं कचहरी चों बाहर लै जाओ। जिवें सिपाही लैके जान लगे, कहंदे ने वजीर खां इन्ना डर गया, उहदे अंदरों आवाज़ आ रही सी, वो तिखी आवाज़ गुजी, लक्कड़ दीयां तलवारां नाल भी तेरा सिर वड़ दियां। डरे हुए वजीर खान ने साहबजादियां नूं कचहरी चों बाहर जांदियां वेख, पिछों सिपाहियां नूं आवाज़ मार के कहा, ओए रुक जाओ, इन्हां कोलों तलवारां ते तीर लै लो। इन्ना डर गया कि शायद लक्कड़ दी तलवार नाल भी वड्ड देण, इन्हां तो तलवारां ते तीर वापस लै लो। साहबजादियां नूं खाली मां गुजरी जी दे कोल भेज दिता। जदों माता जी दे कोल गए ना, ते मां गुजरी पुछदी है, वे लाल अज की होया कचहरी विच, सारा दिन लगा दिता। पुत इन्ने सवाल जवाब, सारियां गल्लां बाबा जोरावर सिंह ने दसियां। नहीं दादी मां, अज उन्होंने सानू आ कुछ कहा, फिर सानू खाण दीयां चीज़ां दित्तियां, असीं कुछ खाधा नहीं, फिर सानू खिडौने दिते, तीरां ते तलवारां नाल खेडदे रहे। दादी मां, जदों वजीर खान ने मखौल उड़ा के कहा ना, की करोगे लक्कड़ दी तलवार नाल, ते दादी मां मैं कह दिता, तेरा लक्कड़ दी तलवार नाल भी सिर वड़ दियां। मां गुजरी ने घुट के गल नाल ला लिया, शाबाश पुत्रो, इदां ही अणख विच रहो, सिर ना झुकायो उहदे अगे, पुत वध तो वध की कर लेगा, तुहानू मार ही देगा ना। पुत अणख विच सिर उच्चा रखियो, सिर ना झुकायो। दोवां पोतियां नू शाबाश दित्ती, गल्लां करदे रहे। सूरज डुੱਬਿਆ, हनेरा पिया। मां गुजरी ने सोदा रहरास दा पाठ सुनाया। आओ पुत तुहानू गुरु दी बाणी सुनावां। गोदी दे कोल बिठा के पढ़िया, आसा महला पंजवा, कही परापत मानुख दे हुरिया, गोविंद मिलन की ए तेरी वरिया, अवर काज तेरे किते ना काम, मिल साध संगत भज। अज किहड़ी किहड़ी दादी है जिहड़ी पोतियां नू कोल बिठा के बाणी सुणाउंदी होवे? है कोई भागां वाली इदां दी दादी जिहड़ी कोल बिठा के कोई गुरु दी गाथा सुणाउंदी होवे? तुहाडे घरां 'च हर रोज़ पाठ चलते हैं टैलीविजन ते, दरबार साहब तो बच्चों नूं कोल बिठाया करो, रहरास का पाठ कराया करो, ये बाणी साडे कम आएगी। तुहानूं हथ जोड़ के बेनती है, कोई विरला घर है जिथे लोग रहरास का पाठ बच्चों नूं सुणाउंदे ने, कोई गुरु की गाथा कोल बिठा के सुणाउंदे ने। हाँ, हो दूजा तीजा बड़ा कुछ वेखदे हो, वो फिर सारा ही टब्बर बह जांदा है। जे कोई बच्चा माड़ा जिहा रौला पावे ना, मावां तैड़ देनी, थप्पड़ मारदियां ने, चुप करके बह जा, उधर गोपी मरन लगी सी। तुहाडा ध्यान इन्ना टैलीविजनां 'च है। अज साहबजादियां दे शहीदी दिहाड़े मना रहे हो, अंदर एक प्रण करियो, जिन्नी देर सोदा रहरास का पाठ चल रहा होवे, अपने बच्चों नूं चुप करा के नेड़े बिठाया करो, असर होएगा, उहदा असर होएगा। थोड़ा थोड़ा भी सुना दिओ ना, तां भी घाटा नहीं पैंदा। तुहानूं बाणी इन्नी वड्डी ताकत रखदी है, बूटे नूं थोड़ा थोड़ा भी पानी पाई जाओ, बूटा हरा रहिंदा है। वक्त पा के वो बूटा छां भी दिंदा है ते फल भी दिंदा है। जे तुसीं बाणी तो दूर रखना भाई, फिर गुरु का कोई कसूर नहीं, जिथे मर्जी भटकी जाओ, बाणी तो बगैर सिੱਖੀ दे बूटे सुक जाते हैं। खैर, मां गुजरी ने सोदर का पाठ सुनाया, फिर साहबजादियां नूं गुरु की गाथा सुनाउण लग पे। पुत तुहाडा दादा इदां शहीद होया, अद्धी रात हो चली, कथा मुक गई है। मां गुजरी साहबजादियां वल वेखदी है, कल तां सौ गए सी, अज नहीं सौंदे। पता क्यों? पेट की भुख सौण नहीं दिंदी। तुसीं भी पुत्तां वाले बैठे हो, कोई बच्चा 3 दिन 3 रातां भुखा रह जाए, वो भी पौने 7 साल पौने 9 साल की उम्र है, मां दियां अंदरां तो पुछया जानी है की बीतदा। मां गुजरी वेखदे है, पोते सौंदे नहीं, वे पुत सौ जाओ,
ਜ਼ਬਾਨ ਤੋਂ ਕਹਿੰਦੇ ਨਹੀਂ ਦਾਦੀ ਮਾਂ ਭੁੱਖ ਲੱਗੀ ਹੈ। ਇੰਨੀ ਸਮਝ, ਇੰਨੀ ਉੱਚੀ ਸੋਝ ਮਾਂ ਗੁਜਰੀ ਨੂੰ ਸਭ ਪਤਾ ਹੈ। ਪੁੱਤ ਭੁੱਖ ਤੁਹਾਨੂੰ ਸੌਣ ਨਹੀਂ ਦਿੰਦੀ। ਮੈਂ ਪਹਿਲੇ ਦਿਨ ਹੀ ਕਿਹਾ ਸੀ ਪੁੱਤਰਾ, ਆਨੰਦਪੁਰ ਸਾਹਿਬ ਨਹੀਂ, ਇਹ ਜ਼ਾਲਮਾਂ ਦਾ ਸਰਹਿੰਦ ਹੈ, ਇੱਥੇ ਪਤਾ ਨਹੀਂ ਸਾਡੇ ਨਾਲ ਕੀ ਕੁਝ ਹੋਣਾ। ਦੋਵੇਂ ਸਾਹਿਬਜ਼ਾਦੇ ਪੇਟ ਤੋਂ ਭੁੱਖੇ ਸਨ। ਦਾਦੀ ਨੇ ਦਿਲ ਤੇ ਪੱਥਰ ਰੱਖ ਕੇ ਇੱਕ ਕੰਮ ਕੀਤਾ, ਦੋਵਾਂ ਦੇ ਕਮਰ ਕਸੇ ਕੱਸ ਕੇ ਬੰਨ੍ਹ ਦਿੱਤੇ, ਸ਼ਾਇਦ ਪੇਟ ਦਾ ਭੁੱਖ ਦਾ ਦਰਦ ਘਟ ਜਾਏ। ਰਾਤ ਪਈ, ਅੱਧੀ ਰਾਤ ਤੋਂ ਥੋੜਾ ਜਿਹਾ ਵਕਤ ਉੱਪਰ ਹੋਇਆ, ਥੋੜੀ ਜਿਹੀ ਸ਼ਾਇਦ ਗੁਰੂ ਗੁਰੂ ਕਰਦਿਆਂ ਅੱਖ ਲੱਗੀ ਹੋਣੀ। ਇੰਨੇ ਨੂੰ ਸਰਹੰਦ ਦੇ ਉਸ ਠੰਡੇ ਬੁਰਜ ਦੀਆਂ ਕੋਈ ਪੌੜੀਆਂ ਚੜ੍ਹ ਰਿਹਾ ਸੀ। ਮੈਲੇ ਜੇ ਕੰਬਲ ਦੀ ਬੁੱਕਲ ਮਾਰੀ ਹੈ, ਪੈਰਾਂ ਦੀ ਵਿੜਕ ਮਾਂ ਗੁਜਰੀ ਨੂੰ ਸੁਣੀ ਹੈ। ਇੱਕਦਮ ਧੰਨ ਮਾਤਾ ਗੁਜਰ ਕੌਰ ਉੱਪਰ ਸਿਰ ਚੁੱਕ ਕੇ ਵੇਖਣ ਲੱਗ ਪਏ। ਬਿਰਧ ਸਰੀਰ ਹੈ, ਬੜੀ ਗੌਰ ਨਾਲ ਵੇਖਦੀ, ਕੋਈ ਬੰਦਾ ਪੌੜੀਆਂ ਚੜ੍ਹ ਕੇ ਆ ਰਿਹਾ ਹੈ। ਜਦੋਂ ਥੋੜਾ ਨੇੜੇ ਹੋਇਆ, ਆਵਾਜ਼ ਦੇ ਕੇ ਕਿਹਾ, ਬੇ ਕਾਕਾ ਤੂੰ ਕੌਣ ਹੈ? ਮੇਰੇ ਪੋਤਿਆਂ ਨੂੰ ਲੈਣ ਆਇਆ ਹੈ? ਵਜ਼ੀਰ ਖਾਨ ਦੇ ਸਿਪਾਹੀ ਲੱਗਦਾ, ਮੇਰੇ ਪੋਤਿਆਂ ਨੂੰ ਲੈਣ ਆਇਆ ਹੈ? ਤੇ ਉਸ ਬੰਦੇ ਦੀਆਂ ਅੱਖਾਂ ਸੇਜਲ, ਬੜੇ ਬਰਾਗ ਨਾਲ ਰੋਕ ਕੇ ਬੋਲਿਆ, ਨਹੀਂ ਮਾਂ, ਮੈਨੂੰ ਲੋਕ ਮੋਤੀ ਰਾਮ ਮਹਿਰਾ ਕਹਿੰਦੇ ਨੇ। ਮੈਂ ਘਰ ਦਾ ਕੀਮਤੀ ਸਮਾਨ ਵੇਚਿਆ, ਰਾਤ ਦੇ ਸਿਪਾਹੀਆਂ ਨੂੰ ਮਸਾਂ ਖਰੀਦਿਆ। ਮੈਂ ਕੱਲ ਦਾ ਸੋਚਦਾ ਸੀ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੂੰ ਦੁੱਧ ਛਕਾਉਣਾ, ਤੇਰੇ ਪੋਤੇ ਭੁੱਖੇ ਨੇ। ਮਾਂ ਗੁਜਰੀ, ਮੈਂ ਮੋਤੀ ਰਾਮ ਮਹਿਰਾ ਹਾਂ, ਦੁੱਧ ਲੈ ਕੇ ਆਇਆ, ਤੇਰੇ ਪੋਤਿਆਂ ਨੂੰ ਦੁੱਧ ਪਿਲਾਉਣਾ। ਮਾਂ ਗੁਜਰੀ ਅੱਗੋਂ ਕਿਹਾ, ਕਾਕਾ ਸੋਚ ਲੈ, ਇਹ 2 ਗਲਾਸ ਦੁੱਧ ਦੇ ਤੈਨੂੰ ਮਹਿੰਗੇ ਪੈ ਸਕਦੇ ਨੇ। ਇਹ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣਾ ਮਹਿੰਗਾ ਪੈ ਸਕਦਾ ਹੈ। ਅਸੀਂ ਹਕੂਮਤ ਦੇ ਬਾਗੀ ਆ, ਗੁਰੂ ਗੋਬਿੰਦ ਦੇ ਲਾਲਾ ਨੂੰ ਦੁੱਧ ਪਿਲਾਉਣਾ ਮਹਿੰਗਾ ਹੋ ਸਕਦਾ ਹੈ। ਰੋ ਕੇ ਮੋਤੀ ਰਾਮ ਮਹਿਰੇ ਨੇ ਕਿਹਾ, ਮਾਂ ਜਿੰਨਾ ਮਰਜ਼ੀ ਮਹਿੰਗਾ ਪੈ ਜਾਏ, ਇੱਕ ਵਾਰ ਸਾਹਿਬਜ਼ਾਦਿਆਂ ਦੀ ਸੇਵਾ ਕਰ ਲੈਣ ਦਿਓ। ਦੋਵਾਂ ਸਾਹਿਬਜ਼ਾਦੇ ਉੱਠ ਕੇ ਬਹਿ ਗਏ। 2 ਗਲਾਸ ਦੁੱਧ ਦੇ ਭਰੇ ਨੇ। ਜਦੋਂ ਮਾਂ ਗੁਜਰੀ ਨੇ ਕਿਹਾ, ਲੈ ਮੇਰੇ ਲਾਲ ਦੁੱਧ ਛਕੋ। ਵੇ ਮੋਤੀ ਰਾਮਾ, ਤੂੰ ਬੜਾ ਹੀ ਪੁੰਨ ਖੱਟਿਆ। ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਲੱਗੀ ਤੇ ਦੋਵਾਂ ਸਾਹਿਬਜ਼ਾਦਿਆਂ ਦੁੱਧ ਪੀਣ ਤੋਂ ਪਹਿਲਾਂ ਆਪੋ ਆਪਣਾ ਗਲਾਸ ਆਪਣੇ ਦਾਦੀ ਦੇ ਮੂੰਹ ਨੂੰ ਲਾਇਆ। ਇੱਕ ਇੱਕ ਘੁੱਟ ਪਹਿਲਾਂ ਦਾਦੀ ਨੇ ਭਰਿਆ, ਫਿਰ ਦੋਵਾਂ ਪੋਤਿਆਂ ਨੂੰ ਦੁੱਧ ਛਕਾਇਆ। ਤੇ ਜਦੋਂ ਦੋਵਾਂ ਸਾਹਿਬਜ਼ਾਦਿਆਂ ਦੁੱਧ ਪੀਤਾ ਨਾ, ਮਾਂ ਗੁਜਰੀ ਨੇ ਇੱਕ ਗੱਲ ਕਹੀ, ਵੇ ਮੋਤੀ ਰਾਮਾ, ਤੂੰ ਬੜਾ ਹੀ ਪੁੰਨ ਕਮਾਇਆ। ਹੁਣ ਮੈਨੂੰ ਕੋਈ ਚਿੰਤਾ ਨਹੀਂ, ਹੁਣ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ। ਹੁਣ ਮੇਰੇ ਪੋਤੇ ਕੱਲ ਸ਼ਹੀਦ ਵੀ ਹੋ ਜਾਣ, ਮੈਂ ਇਹ ਤਾਂ ਕਵਾਂਗੀ, ਮੇਰੇ ਪੋਤੇ ਭੁੱਖੇ ਨਹੀਂ ਮਰੇ, ਰੱਜ ਕੇ ਮਰੇ ਨੇ। ਮੇਰੇ ਪੋਤੇ ਭੁੱਖੇ ਨਹੀਂ ਮਰੇ। ਵੇ ਤੂੰ ਦੁੱਧ ਪਿਲਾ ਕੇ ਬੜਾ ਹੀ ਪੁੰਨ ਖੱਟਿਆ। ਵੇ ਮੋਤੀ ਰਾਮਾ, ਦੁਨੀਆ 'ਚ ਮੋਤੀ ਬਹੁਤ ਹੋਣਗੇ, ਵਕਤ ਪੈ ਕੇ ਮੋਤੀਆਂ ਦੀ ਚਮਕ ਘਟ ਜਾਂਦੀ ਹੈ। ਚਮਕ ਘਟ ਜਾਏ ਤੇ ਕੀਮਤ ਵੀ ਘਟ ਜਾਂਦੀ ਹੈ। ਮੋਤੀ ਰਾਮਾ, ਜਿਹੜੀ ਸੇਵਾ ਤੂੰ ਕਰ ਚੱਲਿਆ, ਰਹਿੰਦੀ ਦੁਨੀਆ ਤੱਕ ਤੇਰੀ ਚਮਕ ਦੀ ਸਿਫਤ ਧਰਤੀ ਤੇ ਰਹੇਗੀ। ਦੁਨੀਆ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੂੰ ਚੇਤੇ ਕਰੇਗੀ, ਤੈਨੂੰ ਵੀ ਯਾਦ ਕਰੇਗੀ। ਸਾਧ ਸੰਗਤ, ਬਾਬਾ ਮੋਤੀ ਰਾਮ ਮਹਿਰੇ ਨੂੰ ਯਾਦ ਰੱਖਿਓ। 2 ਗਲਾਸ ਦੁੱਧ ਦੇ ਵਾਕਿਆ ਬੜੇ ਮਹਿੰਗੇ ਪਏ ਨੇ। ਅੱਜ ਆਪਾਂ ਲੰਗਰ ਲਾ ਦਿੰਨੇ, ਸਾਰਾ ਦਿਨ ਦੁੱਧ ਬਦਾਮਾਂ ਦਾ ਪਾ ਕੇ, ਵਿੱਚ ਬੜਾ ਕੁਝ ਕਰਨੀ ਚਾਹੀਦੀ ਸੇਵਾ, ਪਰ ਅਸੀਂ ਬਾਬੇ ਮੋਤੀ ਰਾਮ ਮਹਿਰੇ ਦੇ 2 ਗਲਾਸ ਦੁੱਧ ਦੇ ਬਰਾਬਰ ਨਹੀਂ ਕਰ ਸਕਦੇ। ਪਤਾ ਕਿਉਂ? ਆਪਣੇ ਬੱਚੇ ਸਮੇਤ ਜਦੋਂ ਹਕੂਮਤ ਨੂੰ ਪਤਾ ਲੱਗਾ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ, ਉਹਦਾ ਪੂਰਾ ਪਰਿਵਾਰ ਜ਼ਾਲਮਾਂ ਨੇ ਕੋਲੂ 'ਚ ਪੀੜਿਆ। ਪੂਰਾ ਪਰਿਵਾਰ ਕੋਲੂ 'ਚ ਪੀੜ ਕੇ ਸ਼ਹੀਦ ਕੀਤਾ। ਬਾਬੇ ਮੋਤੀ ਰਾਮ ਮਹਿਰੇ ਨੂੰ 2 ਗਲਾਸ ਦੁੱਧ ਦੇ ਵਾਕਿਆ ਬੜੇ ਮਹਿੰਗੇ ਪਏ ਨੇ। ਪਰ ਇੱਕ ਗੱਲ ਸੱਚ ਹੈ, ਰਹਿੰਦੀ ਦੁਨੀਆ ਤੱਕ ਦੁਨੀਆ ਦੇ ਲੋਕ ਬਾਬੇ ਮੋਤੀ ਰਾਮ ਮਹਿਰੇ ਨੂੰ ਯਾਦ ਕਰਨਗੇ। ਅਸੀਂ ਪਰਸੋਂ ਜਦੋਂ ਗਏ ਨਾ ਫਤਿਹਗੜ੍ਹ ਸਾਹਿਬ, ਸਵੇਰੇ ਹਾਜ਼ਰੀ ਭਰਨੀ ਸੀ, ਠੰਡੇ ਬੁਰਜ ਤੇ ਗਏ। ਸਵੇਰੇ ਸਵਖਤ ਹੀ 5-6 ਹਜ਼ਾਰ ਤੋਂ ਵੱਧ ਬੰਦੇ ਦੀ ਲਾਈਨ ਸੀ ਮੱਥਾ ਟੇਕਣ ਦੀ। ਔਰ ਉੱਥੇ ਇੰਨੀ ਠੰਡ,
ਤੇ ਮੈਂ ਖਲੋ ਕੇ ਵੇਖਿਆ ਉਸ ਜਗ੍ਹਾ ਤੇ ਪੌੜੀਆਂ ਚੜ੍ਹਦਿਆਂ ਖੱਬੇ ਪਾਸੇ ਦੁੱਧ ਦਾ ਲੰਗਰ ਲੱਗਿਆ। ਬੜੇ ਮੋਟੇ ਅੱਖਰਾਂ 'ਚ ਲਿਖਿਆ ਸੀ, ਬਾਬਾ ਮੋਤੀ ਰਾਮ ਮਹਿਰੇ ਦੇ ਉਸ ਦੁੱਧ ਛਕਾਉਣ ਦੀ ਯਾਦ ਵਿੱਚ ਸਾਧ ਸੰਗਤ, ਦੁਨੀਆ 'ਚ ਕਰੋੜਾਂ ਅਰਬਾਂ ਦੀ ਜਾਇਦਾਦ ਵਾਲੇ ਲੋਕ ਹੋਏ ਨੇ, ਇੱਕ ਦੋ ਗਲਾਸ ਦੁੱਧ ਸੇਵਾ ਕਰਨ ਵਾਲੇ ਦੀ ਯਾਦ ਵੀ ਧਰਤੀ ਤੇ ਸਦਾ ਅਮਰ ਹੈ। ਕੋਈ ਸੇਵਾ ਕਰਕੇ ਵੇਖੇ। ਇਹ ਸੇਵਾ ਭਾਵਨਾ ਦੀ ਲੋੜ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਬਾਬੇ ਮੋਤੀ ਰਾਮ ਮਹਿਰੇ ਦੀ ਅੱਜ ਵੀ ਜੈ ਜੈਕਾਰ ਹੈ। ਖੈਰ, ਦੋਵਾਂ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾ ਕੇ ਮੁੜ ਗਿਆ। ਅਗਲੇ ਦਿਨ ਸੂਬਾ ਸਰਹੰਦ ਵਜ਼ੀਰ ਖਾਨ ਨੇ ਕਿਹਾ, ਕੱਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਲਾਲ ਆਕੜ ਕੇ ਨਾ ਮੇਰੀ ਕਚਹਿਰੀ 'ਚ ਆਉਣ, ਕੱਲ ਦੀ ਤਰ੍ਹਾਂ ਫਤਿਹ ਨਹੀਂ ਬੁਲਾਉਣੀ ਚਾਹੀਦੀ, ਕੱਲ ਦੀ ਤਰ੍ਹਾਂ ਮੇਰੀ ਨਰਾਦਰੀ ਬੇਇੱਜ਼ਤੀ ਦੀ ਇਸ ਤਰ੍ਹਾਂ ਦੇ ਕੋਈ ਅਲਫਾਜ਼ ਨਾ ਕਹਿਣ। ਤੇ ਉਸੇ ਵਕਤ ਦੀਵਾਨ ਸੁੱਚਾਨੰਦ ਨੇ ਕਿਹਾ, ਜੀ ਤੌਹੀਨ ਲਈ ਮਾਫੀ ਚਾਹੁੰਦਾ, ਕੱਲ ਸਵੇਰੇ ਇਹ ਕੁਝ ਨਹੀਂ ਹੋਏਗਾ, ਸਵੇਰੇ ਵੇਖਿਓ ਜੋ ਕੁਝ ਹੋਏਗਾ। ਦੀਵਾਨ ਕੀ ਕਰੇਗਾ? ਉਹਨੇ ਕਿਹਾ, ਜੀ ਜਦੋਂ ਕਚਹਿਰੀ ਵਿੱਚ ਆਉਣਗੇ ਉੱਚੀ ਆਵਾਜ਼ ਵਿੱਚ ਕਵਾਂਗੇ, ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੇ ਸਿਰ ਝੁਕਾ ਦਿੱਤਾ, ਕੱਲ ਮੈਂ ਦਰਵਾਜ਼ਾ ਹੀ ਉਹ ਬਣਾਉਣਾ। ਸਾਹਿਬਜ਼ਾਦੇ ਆਉਣਗੇ ਤੇ ਸਿਰ ਝੁਕਾ ਕੇ ਕਚਹਿਰੀ 'ਚ ਵੜਨਗੇ। ਉਹਨਾਂ ਦਰਵਾਜ਼ਾ ਖਿੜਕੀ ਛੋਟੀ ਦੂਜੇ ਪਾਸਿਓਂ ਖੋਲ੍ਹਦੀ, ਉਸ ਦਰਵਾਜ਼ੇ ਸਾਹਿਬਜ਼ਾਦਿਆਂ ਨੂੰ ਲਿਆਉਣਾ ਸੀ। ਸਿਪਾਹੀ ਲੈਣ ਚੱਲ ਗਏ। ਮਾਂ ਗੁਜਰੀ ਨੇ ਅਰਦਾਸ ਕਰਕੇ ਕਚਹਿਰੀ ਵੱਲ ਦੋਵੇਂ ਪੁੱਤਰੇ ਫਿਰ ਤੋਰ ਦਿੱਤੇ। ਮੋਰੇ ਮੋਰੇ ਦੋ ਨੇਜਿਆਂ ਵਾਲੇ ਸਿਪਾਹੀ ਨੇ ਜਦੋਂ ਝੁੱਕ ਕੇ ਛੋਟੇ ਦਰਵਾਜ਼ੇ ਅੰਦਰ ਬੜੇ, ਸਾਹਿਬਜ਼ਾਦੇ ਰੁਕ ਗਏ। ਮੋਰੇ ਬਾਬਾ ਜੋਰਾਵਰ ਸਿੰਘ, ਪਿੱਛੇ ਬਾਬਾ ਫਤਿਹ ਸਿੰਘ। ਸਿਰ ਨਹੀਂ ਝੁਕਾਇਆ। ਦੋਵਾਂ ਸਾਹਿਬਜ਼ਾਦਿਆਂ ਬਿਨਾਂ ਸਿਰ ਝੁਕਾਇਆ ਜੁੱਤੀ ਸਮੇਤ ਸੱਜਾ ਪੈਰ ਅੰਦਰ ਰੱਖਿਆ, ਫਿਰ ਪੂਰਾ ਸਰੀਰ ਨੀਵਾਂ ਕਰਕੇ ਅਗਲਾ ਪੈਰ ਅੰਦਰ ਰੱਖਿਆ, ਬਿਨਾਂ ਸਿਰ ਝੁਕਾਇਆ ਕਚਹਿਰੀ 'ਚ ਵੜੇ। ਤੇ ਵੜਦਿਆਂ ਸਾਰ ਪਤਾ ਗੱਜ ਕੇ ਕੀ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਖਾਂ ਅੱਡੀਆਂ ਰਹਿ ਗਈਆਂ ਸਭ ਦੀਆਂ। ਕੋਲ ਖੜੇ ਕਾਜੀ ਦੇ ਹੱਥੋਂ ਤਾਂ ਮਾਲਾ ਹੀ ਡਿੱਗ ਪਈ। ਉਹ ਹੈਰਾਨ ਹੋ ਕੇ ਕਹਿੰਦਾ, ਯਾ ਅੱਲਾ, ਇੰਨੀ ਛੋਟੀ ਉਮਰ, ਇੰਨੀ ਉੱਚੀ ਸੋਚ, ਇੰਨੀ ਛੋਟੀ ਉਮਰ, ਇੰਨੀ ਵੱਡੀ ਅਣਖ, ਸਿਰ ਨਹੀਂ ਝੁਕਾਇਆ, ਬਿਨਾਂ ਸਿਰ ਝੁਕਾਇਆ ਕਿਵੇਂ ਕਚਹਿਰੀ 'ਚ ਵੜੇ? ਗੱਜ ਕੇ ਫਤਿਹ ਗਜਾ ਦਿੱਤੀ। ਇੱਕ ਵਿਦਵਾਨ ਲਿਖਦਾ, ਕਹਿੰਦਾ, ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ, ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ, ਸਾਹਿਬਜ਼ਾਦਿਆਂ ਫਤਿਹ ਗਜਾ ਦਿੱਤੀ, ਸਤਿ ਸ਼੍ਰੀ ਅਕਾਲ ਦਾ ਮਾਰ ਨਾਰਾ, ਤਸਵੀਂ ਕਾਜੀ ਦੇ ਹੱਥੋਂ ਛੜਾ ਦਿੱਤੀ। ਕਾਜੀ ਹੱਥੋਂ ਮਾਲਾ ਡਿੱਗ ਪਈ, ਤਸਵੀਂ ਡਿੱਗ ਪਈ। ਕਹਿੰਦਾ, ਯਾ ਅੱਲਾ, ਇੰਨੀ ਛੋਟੀ ਉਮਰ, ਇੰਨੀ ਉੱਚੀ ਸੋਚ। ਗੁੱਸੇ 'ਚ ਵਜ਼ੀਰ ਖਾਂ ਬੋਲਿਆ, ਓਏ ਬੱਚਿਓ, ਤੁਹਾਡੇ ਪਿਤਾ ਗੁਰੂ ਗੋਬਿੰਦ ਦਾ ਅਸੀਂ ਕਤਲ ਕਰ ਦਿੱਤਾ ਹੈ, ਤੁਹਾਡੇ ਦੋਵੇਂ ਭਰਾ ਅਸੀਂ ਮਾਰ ਦਿੱਤੇ ਨੇ। ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬੋਲੇ, ਵਜ਼ੀਰ ਖਾਂ ਤੂੰ ਕੁਫਰ ਤੋਲਦਾ, ਝੂਠ ਬੋਲਦਾ, ਸਾਡੇ ਪਿਓ ਨੂੰ ਤੂੰ ਹਵਾ ਵੱਲ ਵੀ ਨਹੀਂ ਵੇਖ ਸਕਦਾ, ਸਾਡੇ ਪਿਓ ਨੂੰ ਮਾਰਨ ਦੀ ਤੇਰੇ ਵਿੱਚ ਤਾਕਤ ਨਹੀਂ, ਤੂੰ ਝੂਠ ਬੋਲ ਰਿਹਾ ਹੈ। ਉਹਦੀਆਂ ਅੱਖਾਂ ਝੁਕ ਗਈਆਂ। ਗੱਲ ਤਾਂ ਸੱਚ ਹੈ, ਮੈਂ ਤਾਂ ਗੁਰੂ ਗੋਬਿੰਦ ਸਿੰਘ ਦੀ ਹਵਾ ਵੱਲ ਵੀ ਨਹੀਂ ਵੇਖ ਸਕਿਆ। ਉਹਨੇ ਗੁੱਸੇ ਵਿੱਚ ਵਜ਼ੀਰ ਖਾਨ ਦੇ ਸਾਹਮਣੇ, ਵਜ਼ੀਰ ਖਾਨ ਨੇ ਦੀਵਾਨ ਨੂੰ ਇਸ਼ਾਰਾ ਕੀਤਾ, ਕਾਜੀ ਨੂੰ ਕੋਲ ਸੱਦਿਆ। ਕੋਲ ਸੱਦ ਕੇ ਕਿਹਾ, ਬਹੁਤਾ ਲੰਬਾ ਵਕਤ ਨਾ ਪਾਓ, ਕਾਜੀ ਸਾਹਿਬ, ਗੁਰੂ ਗੋਬਿੰਦ ਦੇ ਲਾਲਾਂ ਦਾ ਬੰਦੋਬਸਤ ਕਰੋ। ਬੰਦੋਬਸਤ ਦਾ ਭਾਵ ਸੀ ਵੀ ਛੇਤੀ ਨਾਲ ਕੰਮ ਕਰ ਦਿਓ, ਇਹ ਤੋਂ ਪਹਿਲਾਂ ਕਿ ਦਿੱਲੀ ਤੱਕ ਕੋਈ ਖਬਰ ਪਹੁੰਚੇ। ਕਾਜ਼ੀ ਨੇ ਕਿਹਾ, ਜੀ ਸ਼ਰਅ ਦੇ ਮੁਤਾਬਕ ਕੋਈ ਮੇਰੇ ਕੋਲ ਇਸ ਤਰ੍ਹਾਂ ਦਾ ਲਾਅ ਨਹੀਂ, ਸ਼ਰਅ ਨਹੀਂ, ਇਸਲਾਮ ਦੀ ਕੋਈ ਸ਼ਰਅ ਨਹੀਂ ਹੈ ਇੰਨੇ ਛੋਟੇ ਬੱਚਿਆਂ ਨੂੰ ਸਜ਼ਾ ਦੇਣੀ। ਵਜ਼ੀਰ ਖਾਨ ਬੋਲਿਆ, ਜੋ ਮੈਂ ਕਹਿ ਰਿਹਾ ਉਹ ਕਰੋ, ਛੇਤੀ ਤੋਂ ਛੇਤੀ ਇਹਨਾਂ ਸਾਹਿਬਜ਼ਾਦਿਆਂ ਦਾ ਬੰਦੋਬਸਤ ਕਰੋ। ਕਾਜ਼ੀ ਨੇ ਸਿਰ ਹਿਲਾ ਦਿੱਤਾ। ਸਭ ਨੇ ਇੱਕੋ ਤਾੜ ਵਿੱਚ, ਉਸ ਕਚਹਿਰੀ ਵਿੱਚ ਇੱਕੋ ਬੰਦੇ ਨੇ ਉੱਠ ਕੇ ਵਿਰੋਧ ਕੀਤਾ। ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਤੋਂ ਬਦਲਾ, ਉਹਦੇ ਗੁਰੂ ਗੋਬਿੰਦ ਸਿੰਘ ਦਾ ਬਦਲਾ ਉਹਦੇ ਬੱਚਿਆਂ ਤੋਂ ਨਹੀਂ ਲੈਣਾ ਚਾਹੀਦਾ। ਪਰ ਇੱਕ ਕਚਹਿਰੀ ਵਿੱਚ ਉਹ ਬੰਦੇ ਨੇ ਇੱਕ ਗੱਲ ਕਹੀ, ਉਹ ਕਹਿੰਦਾ, ਮੇਰੇ ਵੀ ਦੁਸ਼ਮਣ ਨੇ ਗੁਰੂ ਗੋਬਿੰਦ ਸਿੰਘ,
ਮਰੇਲਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਕਹਿੰਦਾ ਮੇਰੇ ਦੁਸ਼ਮਣ ਨੇ ਗੁਰੂ ਗੋਬਿੰਦ ਸਿੰਘ, ਉਹਨੇ ਮੇਰੇ ਭਰਾ ਨੂੰ ਮਾਰਿਆ, ਮੈਦਾਨੇ ਜੰਗ ਵਿੱਚ ਮਿਲਣਗੇ, ਮਰ ਜਾਵਾਂਗਾ ਜਾਂ ਮਾਰ ਦਾਂਗਾ, ਪਰ ਗੁਰੂ ਗੋਬਿੰਦ ਸਿੰਘ ਦਾ ਬਦਲਾ ਉਹਦੇ ਪੁੱਤਾਂ ਤੋਂ ਨਹੀਂ ਲਵਾਂਗਾ, ਉਹਦੇ ਮਾਸੂਮ ਬੱਚਿਆਂ ਤੋਂ ਬਦਲਾ ਲੈਣਾ ਪਾਪ ਹੈ ਵਜ਼ੀਰ ਖਾਨ, ਇਹ ਤੈਨੂੰ ਕਰਨਾ ਨਹੀਂ ਚਾਹੀਦਾ। ਪਰ ਜਦੋਂ ਸਾਰੀ ਕਚਹਿਰੀ ਨੇ ਇੱਕ ਤਰਫਾ ਫੈਸਲਾ ਕੀਤਾ, ਉਹ ਬੰਦਾ ਉੱਠ ਕੇ ਵਾਕਆਊਟ ਕਰ ਗਿਆ। ਫੈਸਲਾ ਇਹ ਕੀਤਾ, ਕੱਲ ਸਵੇਰੇ ਬੰਦੋਬਸਤ ਕਰ ਦਿਓ। ਕਾਜੀ ਨੇ ਯਾਸਾ ਦੇ ਦੀਨ ਹੁਕਮ ਸੁਣਾਇਆ ਜੀ ਇਹਨਾਂ ਨੂੰ ਕੰਧਾਂ ਵਿੱਚ ਚਿਣ ਦਿੱਤਾ ਜਾਵੇ। ਫਿਰ ਸਾਹਿਬਜ਼ਾਦਿਆਂ ਨੂੰ ਵਾਪਸ ਮਾਂ ਗੁਜਰੀ ਕੋਲ ਭੇਜ ਦਿੱਤਾ। ਕੱਲ ਸਵੇਰੇ ਉਹ ਤਿਆਰੀ ਕਰਨੀ ਸੀ। ਰਾਤ ਲੰਘ ਗਈ, ਸਵੇਰੇ ਸਵਖਤੇ ਠੰਡੇ ਬੁਰਜ ਦੇ ਸਾਹਮਣੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਰੱਖੇ ਹੋਏ ਰਾਜ ਮਿਸਤਰੀਆਂ ਨੇ ਗਾਰਾ ਰਲਾਉਣਾ ਸ਼ੁਰੂ ਕਰ ਦਿੱਤਾ। ਮਾਂ ਗੁਜਰੀ ਦੇ ਸਾਹਮਣੇ ਜਾਣ ਬੁੱਝ ਕੇ ਇੱਟਾਂ ਸੁੱਟਦੇ ਨੇ। ਅੱਜ ਵੀ ਵੇਖਿਓ ਠੰਡੇ ਬੁਰਜ ਦੇ ਬਿਲਕੁਲ ਚੜ੍ਹਦੇ ਵੱਲ ਉਹ ਸ਼ਹੀਦੀ ਕੰਧਾਂ ਨੇ, ਸ਼ਹੀਦੀ ਅਸਥਾਨ ਹੈ। ਬਿਲਕੁਲ ਮਾਂ ਗੁਜਰੀ ਦੀਆਂ ਅੱਖਾਂ ਦੇ ਸਾਹਮਣੇ ਇਹ ਸਾਕਾ ਵਰਤਿਆ। ਕਿਉਂ? ਸ਼ਾਇਦ ਦਾਦੀ ਦਾ ਦਿਲ ਪਿਘਲ ਜਾਏ, ਕਦੇ ਧਾ ਮਾਰ ਕੇ ਕਹਿ ਦੇ ਵੇ ਨਾ ਮਾਰੋ ਮੇਰੇ ਪੋਤਿਆਂ ਨੂੰ। ਉਹਨਾਂ ਦੇ ਮਨ ਵਿੱਚ ਸੀ ਇਹ ਗੱਲ। ਅਗਲੀ ਸਵੇਰ ਦਿਨ ਚੜਿਆ, ਸਿਪਾਹੀ ਲੈਣ ਆ ਗਏ, ਇੱਟਾਂ ਸੁੱਟ ਦਿੱਤੀਆਂ ਗਈਆਂ। ਦੋਵਾਂ ਸਾਹਿਬਜ਼ਾਦਿਆਂ ਨੂੰ ਜਦੋਂ ਬੁਲਾਵਾ ਘੱਲਿਆ, ਮਾਂ ਗੁਜਰੀ ਨੇ ਦਵਾ ਦਵ ਤਿਆਰ ਕੀਤੇ, ਸ਼ਾਬਾਸ਼ ਦਿੱਤੀ, ਮਸਤਕ ਚੁੰਮੇ, ਜਾਓ ਮੇਰੇ ਲਾਲ ਛੇਤੀ ਜਾਓ, ਤੁਹਾਨੂੰ ਦੇਰੀ ਹੋ ਰਹੀ ਹੈ, ਵੇ ਪੁੱਤ ਛੇਤੀ ਜਾਓ। ਦੋਵੇਂ ਸਾਹਿਬਜ਼ਾਦੇ ਸਿਪਾਹੀਆਂ ਨਾਲ ਤੁਰ ਪਏ ਤੇ ਕਹਿੰਦੇ ਨੇ ਪੌੜੀਆਂ ਉਤਰਨ ਲੱਗੇ, ਰੁਕ ਗਏ, ਪਿਛਾਂ ਪਰਤ ਕੇ ਦਾਦੀ ਵੱਲ ਵੇਖਣ ਲੱਗ ਪਏ। ਸਿਪਾਹੀ ਸੋਚਦੇ ਨੇ ਅੱਜ ਇਹਨਾਂ ਦਾ ਆਖਰੀ ਦਿਨ ਹੈ, ਸ਼ਾਇਦ ਤਾਂ ਦਾਦੀ ਵੱਲ ਵੇਖ ਕੇ ਕਮਜ਼ੋਰ ਹੋ ਰਹੇ ਨੇ। ਦੋਵੇਂ ਸਾਹਿਬਜ਼ਾਦੇ ਰੁਕ ਗਏ। ਮਾਂ ਗੁਜਰੀ ਨੇ ਕਿਹਾ ਵੇ ਲਾਲ ਰੁਕ ਕਿਉਂ ਗਏ? ਤੇ ਛੋਟਾ ਬਾਬਾ ਫਤਿਹ ਸਿੰਘ ਭੱਜ ਕੇ ਕੋਲ ਆਇਆ, ਕਹਿੰਦੇ ਦਾਦੀ ਮਾਂ ਇੱਕ ਗੱਲ ਦੱਸਣੀ ਤਾਂ ਮੈਂ ਭੁੱਲ ਹੀ ਗਿਆ ਸੀ। ਬਿਲਾਲ ਦੱਸ। ਦਾਦੀ ਮਾਂ ਕੱਲ ਜਦੋਂ ਅਸੀਂ ਕਚਹਿਰੀ ਵਿੱਚ ਗਏ ਸੀ ਨਾ, ਮੈਂ ਡਰ ਗਿਆ ਸੀ। ਵੇ ਪੁੱਤ ਤੂੰ ਕਿਉਂ ਡਰ ਗਿਆ ਸੀ? ਵਜ਼ੀਰ ਖਾਨ ਨੇ ਡਰਾਇਆ? ਨਹੀਂ ਦਾਦੀ ਮਾਂ, ਉਹਦੇ ਜਲਾਦਾਂ ਤੋਂ ਡਰਿਆ? ਨਹੀਂ ਦਾਦੀ ਮਾਂ, ਕੱਲ ਮੈਂ ਵਜ਼ੀਰ ਖਾਨ ਤੋਂ ਉਹਦੇ ਜਲਾਦਾਂ ਤੋਂ ਨਹੀਂ ਸੀ ਡਰਿਆ। ਕੱਲ ਪਤਾ ਕੀ ਹੋਇਆ ਸੀ? ਜਦੋਂ ਕਚਹਿਰੀ ਵਿੱਚ ਗਏ ਦਾਦੀ ਮਾਂ, ਉਹਨੀ ਦਰਵਾਜ਼ਾ ਛੋਟਾ ਕਰ ਦਿੱਤਾ। ਮੇਰੇ ਤੋਂ ਅੱਗੇ ਅੱਗੇ ਵੱਡਾ ਵੀਰਾ ਜ਼ੋਰਾਵਰ ਸਿੰਘ ਸੀ ਤੇ ਦਾਦੀ ਮਾਂ ਉਦੋਂ ਮੈਂ ਡਰ ਗਿਆ। ਜੇ ਅੱਜ ਵੱਡੇ ਵੀਰੇ ਨੇ ਕਚਹਿਰੀ ਵਿੱਚ ਪੈਰ ਧਰਨ ਲੱਗਿਆ ਸਿਰ ਝੁਕਾ ਦਿੱਤਾ, ਅੱਜ ਮੇਰੀ ਦਾਦੀ ਦਾ ਸਿਰ ਨਾ ਝੁਕ ਜਾਏ, ਅੱਜ ਮੇਰੇ ਪਿਤਾ ਦਾ ਸਿਰ ਨਾ ਝੁਕ ਜਾਏ। ਵੇ ਲਾਲ ਫਿਰ ਸਿਰ ਤੇ ਨਹੀਂ ਸੀ ਨਾ ਝੁਕਾਇਆ? ਕਹਿੰਦੇ ਨਹੀਂ ਦਾਦੀ ਮਾਂ, ਅਸੀਂ ਬਿਨਾਂ ਸਿਰ ਝੁਕਾਇਆ ਜਦੋਂ ਜਾ ਕੇ ਕੱਲ ਫਤਿਹ ਬੁਲਾਈ, ਕਾਜੀ ਦੇ ਹੱਥੋਂ ਤਾਂ ਮਾਲਾ ਹੀ ਡਿੱਗ ਪਈ ਸੀ। ਮਾਂ ਗੁਜਰੀ ਨੇ ਕਿਹਾ ਸ਼ਾਬਾਸ਼ ਬੇ ਪੁੱਤ, ਅੱਜ ਵੀ ਇਦਾਂ ਹੀ ਕਰਿਓ। ਜਾਂਦੇ ਕਚਹਿਰੀ ਵਿੱਚ ਫਤਿਹ ਬੁਲਾਇਓ, ਸਿਰ ਨਾ ਝੁਕਾਇਓ, ਜਾਓ ਛੇਤੀ, ਤੁਹਾਨੂੰ ਦੇਰੀ ਹੋ ਰਹੀ ਹੈ। ਜਦੋਂ ਤੁਰਨ ਲੱਗੇ ਤੇ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਦਾਦੀ ਮਾਂ ਤੂੰ ਕੁਝ ਭੁੱਲ ਗਈ ਹੈ। ਪੁੱਤ ਮੈਂ ਕੀ ਭੁੱਲ ਗਈ ਹੈ? ਮੈਂ ਸਵੇਰੇ ਤੁਹਾਡੇ ਕੇਸਾਂ 'ਚ ਕੰਘਾ ਵੀ ਕੀਤਾ, ਦਮਾਲੇ ਵੀ ਸਜਾਏ ਨੇ, ਜਪਜੀ ਸਾਹਿਬ ਵੀ ਸੁਣਾਇਆ, ਮੈਂ ਕੀ ਭੁੱਲ ਗਈ ਹੈ? ਦਾਦੀ ਮਾਂ ਤੂੰ ਕੁਝ ਭੁੱਲ ਗਈ ਹੈ, ਦੱਸ ਵੇ ਪੁੱਤ ਮੈਂ ਕੀ ਭੁੱਲੀ ਹੈ? ਤੇ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਦਾਦੀ ਮਾਂ ਤੂੰ ਅਰਦਾਸ ਕਰਨੀ ਭੁੱਲ ਗਈ ਹੈ। 2 ਦਿਨ ਅਰਦਾਸ ਕਰਕੇ ਭੇਜਦੀ ਰਹੀ, ਮੇਰੇ ਪੋਤਿਆਂ ਦੀ ਉਮਰ ਕਚਹਿਰੀਆਂ 'ਚ ਜਾਣ ਦੀ ਨਹੀਂ, ਜਿੱਤ ਕੇ ਵਾਪਸ ਆਉਣ। ਗੁਰੂ ਤੇਗ ਬਹਾਦਰ ਸਾਹਿਬ ਜਿੱਤ ਕੇ ਵਾਪਸ ਆਉਣ, ਅੱਜ ਤੂੰ ਅਰਦਾਸ ਹੀ ਨਹੀਂ ਕੀਤੀ। ਮਾਂ ਗੁਜਰੀ ਨੇ ਬੜੇ ਸਹਿਜ ਤੇ ਪਿਆਰ ਨਾਲ ਮਸਤਕ ਚੁੰਮ ਕੇ ਕਿਹਾ ਵੇ ਮੇਰੇ ਪੋਤਿਓ ਮੈਂ ਭੁੱਲੀ ਨਹੀਂ, ਪੁੱਤ ਅੱਜ ਜਾਣ ਕੇ ਅਰਦਾਸ ਨਹੀਂ ਕੀਤੀ, ਮੈਂ ਜਾਣ ਬੁੱਝ ਕੇ ਅਰਦਾਸ ਨਹੀਂ ਕੀਤੀ। ਦਾਦੀ ਮਾਂ ਕਿਉਂ? ਕਹਿੰਦੇ 2 ਦਿਨ ਮੈਂ ਅਰਦਾਸਾਂ ਕਰਦੀ ਰਹੀ, ਮੇਰੇ ਪੋਤੇ ਈਨ ਨਾ ਮੰਨਣ, ਈਮਾਨ 'ਚ ਪੱਕੇ ਰਹਿਣ, ਧਰਮ ਵਿੱਚ ਜਿੱਤ ਹੋਵੇ, ਮੇਰੇ ਪੋਤੇ ਜਿੱਤ ਕੇ ਵਾਪਸ ਮੇਰੇ ਕੋਲ ਆਉਣ, ਜਿੱਤ ਕੇ ਵਾਪਸ ਆਉਣ। ਪੁੱਤ ਅੱਜ ਮੈਂ ਜਾਣ ਬੁੱਝ ਕੇ ਅਰਦਾਸ ਨਹੀਂ ਕੀਤੀ। ਮੈਨੂੰ ਪਤਾ ਹੈ ਅੱਜ ਤੁਸੀਂ ਵਾਪਸ ਦਾਦੀ ਦੀ ਗੋਦ ਵਿੱਚ ਨਹੀਂ, ਅੱਜ ਦਾਦੇ ਦੀ ਗੋਦ 'ਚ ਜਾਣਾ ਹੈ। ਅੱਜ ਤੁਸੀਂ ਵਾਪਸ ਦਾਦੀ ਕੋਲ ਨਹੀਂ, ਅੱਜ ਤੁਸੀਂ ਦਾਦੇ ਕੋਲ ਚਲੇ ਜਾਣਾ।
ਦੋਵਾਂ ਸਾਹਿਬਜ਼ਾਦਿਆਂ ਨੂੰ ਤੋੜ ਦਿੱਤਾ। ਕਚਹਿਰੀ ਜਾਂਦਿਆਂ ਫਤਿਹ ਗਜਾਈ। ਵਜ਼ੀਰ ਖਾਂ ਪਹਿਲੇ ਕ੍ਰੋਧ ਵਿੱਚ ਬੈਠਾ ਸੀ। ਉਹਨੇ ਕਾਜੀ ਨੂੰ ਕਿਹਾ ਜੀ ਕਰੋ ਬੰਦੋਬਸਤ। ਤੇ ਕਾਜੀ ਨੇ ਕੁਰਾਨ ਸ਼ਰੀਫ ਦੀ ਝੂਠੀ ਜੇ ਇਸ ਤਰ੍ਹਾਂ ਇੰਤਹਾਲ ਖੋਲ ਕੇ ਐਵੇਂ ਬੋਲਿਆ, ਯਾਸਾ ਦੇ ਅਧੀਨ ਸ਼ਰ੍ਹਾ ਦੇ ਮੁਤਾਬਕ ਹਕੂਮਤ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਇਹਨਾਂ ਦੋਵਾਂ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਕੰਧਾਂ ਵਿੱਚ ਚਿਣ ਦਿੱਤਾ ਜਾਵੇ। ਹੁਕਮ ਸੁਣਾ ਕੇ ਕਚਹਿਰੀ ਤੋਂ ਬਾਹਰ ਗਰਾਊਂਡ ਵਿੱਚ ਲੈ ਆਏ। ਵਜ਼ੀਰ ਖਾਂ ਉੱਚੀ ਫਸੀਲ ਤੇ ਚੜ੍ਹ ਕੇ ਬਹਿ ਗਿਆ। ਸਾਹਮਣੇ ਰਾਜ ਮਿਸਤਰੀ ਭੇਜ ਦਿੱਤੇ ਗਏ। ਸਵੇਰ ਤੋਂ ਕੰਧਾਂ ਚਿਣਨ ਲੱਗੇ। ਦੁਪਹਿਰ ਹੋ ਗਈ। ਮਾਂ ਗੁਜਰੀ ਵੇਖਦੀ ਰਹੀ। ਅੱਖਾਂ ਦੇ ਸਾਹਮਣੇ ਪੋਤੇ ਕੰਧਾਂ ਵਿੱਚ ਲੁਕਦੇ ਗਏ। ਦੋਵਾਂ ਸਾਹਿਬਜ਼ਾਦਿਆਂ ਦਾ ਮੂੰਹ ਠੰਡੇ ਬੁਰਜ ਵੱਲ, ਮਾਂ ਗੁਜਰੀ ਵੱਲ ਕੀਤਾ ਹੋਇਆ। ਇਤਿਹਾਸ ਕਹਿੰਦਾ ਅਖੀਰ ਮਾਂ ਗੁਜਰੀ ਰੀਝ ਲਾ ਕੇ ਪੋਤਿਆਂ ਵੱਲ ਤੱਕਦੀ ਰਹੀ। ਜਦੋਂ ਕੰਧਾਂ ਗਲਾਂ ਤੱਕ ਆ ਗਈਆਂ ਨਾ, ਹੁਣ ਕੁਝ ਘੜੀਆਂ, ਕੁਝ ਮਿੰਟਾਂ ਦੀ ਖੇਡ ਰਹਿ ਗਈ। ਜਿੰਨੇ ਲੋਕ ਤਮਾਸ਼ਬੀਨ ਸੱਦੇ ਸਨ ਸਰਹੰਦ ਦੇ ਇਸ ਵਾਸਤੇ ਕਿ ਵੱਧ ਤੋਂ ਵੱਧ ਆਲੇ ਦੁਆਲੇ ਖਬਰ ਫੈਲੇ, ਕੋਈ ਬੰਦਾ ਹਕੂਮਤ ਦਾ ਵਿਰੋਧ ਨਾ ਕਰੇ। ਡਰ ਲੱਗੇ ਅੱਗੇ ਤੋਂ ਹਕੂਮਤ ਦੇ ਵਿਰੋਧ ਵਿੱਚ ਨਹੀਂ ਖਲੋਣਾ ਕਿਸੇ ਨੇ। ਹਕੂਮਤ ਇੰਨੀ ਜ਼ਾਲਮ ਹੈ। ਲੋਕਾਂ ਮੂੰਹ ਵਿੱਚ ਉਂਗਲਾਂ ਪਾ ਲਈਆਂ, ਮੂੰਹ ਸੁੱਕ ਗਏ, ਅੱਖਾਂ ਅੱਡੀਆਂ ਰਹਿ ਗਈਆਂ। ਵੇ ਇੰਨਾ ਵੱਡਾ ਜ਼ੁਲਮ, ਇੰਨੇ ਛੋਟੇ ਛੋਟੇ ਬੱਚੇ ਕੰਧਾਂ ਚਿਣ ਤੇ। ਚੰਦ ਸਿੰਘ ਸਫਰੀ ਸਾਹਿਬ ਦੀਆਂ ਪੰਕਤੀਆਂ ਕਹਿ ਕੇ ਮੈਂ ਸਮਾਪਤੀ ਕਰਨੀ ਹੈ, ਸਮਾਂ ਬਹੁਤ ਹੋ ਗਿਆ। ਕਹਿੰਦੇ ਨੇ ਉਹ ਸਾਹਿਬਜ਼ਾਦਿਆਂ ਨੂੰ ਕੰਧਾਂ 'ਚ ਚਿਣਦੇ ਰਹੇ। ਗਾਰਾ ਤੇ ਇੱਟਾਂ ਫੜਾਉਣ ਵਾਲਾ ਇੱਕ ਜਲਾਦ ਕੱਲਿਆ, ਜਾ ਮਾਂ ਗੁਜਰੀ ਨੂੰ ਪੁੱਛ ਉਹਦਾ ਇਰਾਦਾ ਤੇ ਨਹੀਂ ਬਦਲਿਆ। ਕਿਤੇ ਕਹਿ ਦੇਵੇ ਸ਼ਾਇਦ ਮੇਰੇ ਪੋਤਿਆਂ ਨੂੰ ਛੱਡ ਦਿਓ, ਗਲਾਂ ਤੱਕ ਕੰਧਾਂ ਆ ਗਈਆਂ, ਐਵੇਂ ਗਲ ਘੁੱਟੇ ਜਾਣਗੇ, ਮੁੱਕ ਜਾਣਗੇ, ਛੱਡ ਦਿਓ, ਜਾ ਪੁੱਛ ਕੀ ਕਹਿੰਦੀ ਹੈ ਮਾਂ ਗੁਜਰੀ। ਜਲਾਦ ਜਾਂਦਾ ਤੇ ਮਾਂ ਗੁਜਰੀ ਨੂੰ ਪੁੱਛਦਾ। ਚਰਨ ਸਿੰਘ ਸਫਰੀ ਸਾਹਿਬ ਲਿਖਦੇ ਨੇ, ਕਹਿੰਦੇ ਇੱਕ ਭੱਜਾ ਗਿਆ ਜਲਾਦ ਤੇ ਕਹਿਣ ਲੱਗਾ, ਮਾਂ ਗੁਜਰੀ ਨੂੰ ਕਹਿੰਦਾ, ਇੱਕ ਭੱਜਾ ਗਿਆ ਜਲਾਦ ਤੇ ਜਾ ਕੇ ਮਾਂ ਗੁਜਰੀ ਨੂੰ ਕਹਿਣ ਲੱਗਾ, ਕਹਿੰਦਾ ਜੋੜਾ ਇੱਕ ਮਾਸੂਮਾਂ ਦਾ ਰਹਿ ਗਿਆ ਸੀ। ਤੇਰੇ ਕੋਲ 2 ਮਾਸੂਮ ਪੋਤਿਆਂ ਦਾ ਇੱਕ ਜੋੜਾ ਸੀ, ਤੂੰ ਕਿੱਦਾਂ ਦੀ ਦਾਦੀ ਹੈ, ਉਹ ਵੀ ਗਵਾਉਣ ਲੱਗੀ ਹੈ। ਜੋੜਾ ਇੱਕ ਮਾਸੂਮਾਂ ਦਾ ਰਹਿ ਗਿਆ ਸੀ, ਹੁਣ ਜਾਪਦਾ ਉਹ ਵੀ ਨਹੀਂ ਰਹਿਣ ਲੱਗਾ। ਵੱਡੇ ਪੁੱਤਰੇ ਦਾਦੇ ਦੇ ਮਗਰ ਤੁਰ ਗਏ, ਛੋਟੇ ਆਸਰਾ ਸਨ ਉਹ ਵੀ ਢਹਿਣ ਲੱਗਾ। ਤੇਰੇ ਵੱਡੇ ਪੋਤੇ ਚਮਕੌਰ ਦੀ ਜੰਗ ਵਿੱਚ ਸੁਣਿਆ ਮਾਰੇ ਗਏ ਨੇ, ਸ਼ਹੀਦ ਹੋ ਗਏ ਨੇ। ਆ 2 ਬਚੇ ਸੀ, ਇਹ ਤਾਂ ਬਚਾ ਲੈਂਦੀ, ਇਹਨਾਂ ਨੂੰ ਕਿਉਂ ਕੰਧਾਂ 'ਚ ਮਰਵਾਉਣ ਲੱਗੀ ਹੈ? ਤੂੰ ਕਿੱਦਾਂ ਦੀ ਦਾਦੀ ਹੈ? ਜਲਾਦ ਜੋ ਕਹਿ ਰਿਹਾ, ਕਹਿੰਦਾ ਵੱਡੇ ਪੁੱਤਰੇ ਦਾਦੇ ਦੇ ਮਗਰ ਤੁਰ ਗਏ, ਛੋਟੇ ਆਸਰਾ ਸਾਨੂੰ ਵੀ ਢਹਿਣ ਲੱਗਾ। ਬੇਟਾ ਲਾਪਤਾ ਹੈ, ਅੱਗੋਂ ਦੇਖ ਕਿਸਮਤ ਤੇਰੀ ਕਿੱਦਾਂ ਦੀ ਕਿਸਮਤ ਹੈ। ਤੇਰੇ ਪੁੱਤ ਦੀ ਕੋਈ ਖਬਰ ਨਹੀਂ। ਸੁਣਿਆ ਚਮਕੌਰ ਦੀ ਜੰਗ 'ਚੋਂ ਨਿਕਲ ਗਿਆ, ਪਰ ਖਬਰ ਨਹੀਂ ਕੋਈ ਹੈ ਵੀ ਜਾਂ ਨਹੀਂ। ਉਹ ਜਲਾਦ ਕਹਿੰਦਾ, ਬੈਠ ਨੇਰੇ ਦੇ ਵਿੱਚ ਤੂੰ ਅੰਮੀਏ ਨੀ, ਤੇਰੇ ਚੰਦ ਨੂੰ ਲੱਗਣ ਗਰੈਣ ਲੱਗਾ। 2 ਰਦੇ ਲਾਉਣੇ ਨੇ, ਪੋਤੇ ਮਰ ਜਾਣੇ ਨੇ, ਤੇਰਾ ਚੰਦ ਗਿਆ ਗਰੈਣ ਲੱਗ ਗਿਆ। ਤੇਰੇ ਚੰਦ ਨੂੰ ਲੱਗਣ ਗਰੈਣ ਲੱਗਾ, ਬੇਟਾ ਲਾਪਤਾ ਹੈ, ਅੱਗੋਂ ਦੇਖ ਕਿਸਮਤ। ਤੇਰੇ ਬੇਟੇ ਦੇ ਬੇਟੇ ਆ ਜਾ ਰਹੇ ਨੇ, ਰੇਸ਼ਮ ਵਿੱਚ ਲਪੇਟ ਕੇ ਰੱਖਦੀ ਸੈਂ, ਇੱਟਾਂ ਵਿੱਚ ਲਪੇਟੇ ਹੋ ਜਾ ਰਹੇ ਨੇ। ਜਿਨ੍ਹਾਂ ਦੀ ਉਮਰ ਰੇਸ਼ਮ ਦੀਆਂ ਰਜਾਈਆਂ 'ਚ ਰੱਖਣ ਦੀ ਹੈ, ਉਹ ਕੰਧਾਂ 'ਚ ਲਪੇਟੇ ਜਾ ਰਹੇ, ਇੱਟਾਂ ਥੱਲੇ ਆ ਰਹੇ। ਅੱਗੋਂ ਮਾਂ ਗੁਜਰੀ ਨੇ ਫਿਰ ਬੜੇ ਸਹਿਜ ਨਾਲ, ਦ੍ਰਿੜਤਾ ਨਾਲ ਜਵਾਬ ਦਿੱਤਾ। ਕਹਿੰਦੀ ਵੇ ਜਲਾਦ ਨੂੰ, ਕਹਿੰਦੀ ਵੇ ਪੁੱਤ ਤੂੰ ਇੱਥੋਂ ਤੱਕ ਆਇਆ ਜੀ ਸਦਕੇ, ਮੇਰੇ ਅੱਖਾਂ 'ਚ ਨਵੀਂ ਲਿਆਉਣ ਖਾਤਰ ਨਵੀਂ ਖਬਰ ਲਿਆਇਆ ਏ ਜੀ ਸਦਕੇ।
ਵੇ ਪੁੱਤ ਤੂੰ ਖਬਰ ਦੇਣ ਆਇਆ ਨਾ, ਵੇ ਤੇਰੇ ਪੋਤੇ ਮਰ ਚੱਲੇ ਨੇ ਜੀ ਸਦਕੇ, ਤੂੰ ਖਬਰ ਲੈ ਕੇ ਆਇਆ। ਪਰ ਹੁਣ ਮਾਂ ਗੁਜਰੀ ਰੋਹ ਨਾਲ ਬੋਲੀ, ਜਾ ਵੇ ਆਪਣਾ ਕੰਮ ਕਰ। ਇੱਟਾਂ ਫੜਾ, ਇੱਟਾਂ ਮੁੱਕ ਚੱਲੀਆਂ ਨੇ, ਇੱਟਾਂ ਪਕੜਾ ਜਾ ਕੇ ਮਿਸਤਰੀ ਨੂੰ, ਇੱਟਾਂ ਮੁੱਕ ਚੱਲੀਆਂ ਨੇ, ਜਾ ਆਪਣਾ ਕੰਮ ਕਰ, ਆਪਣੇ ਮਾਲਕਾਂ ਦਾ ਹੁਕਮ ਮੰਨ। ਮਾਂ ਗੁਜਰੀ ਅੱਗੋਂ ਜਵਾਬ ਦਿੱਤਾ ਬੜੇ ਪਿਆਰ ਤੇ ਬੜੇ ਰੋਹ ਵਿੱਚ। ਉਸ ਜਲਾਦ ਨੂੰ ਕਹਿੰਦੀ, ਵੇ ਜਾ ਆਪਣੇ ਮਾਲਕਾਂ ਦਾ ਹੁਕਮ ਮੰਨ, ਵੇ ਜਾ ਤੂੰ ਹੁਕਮ ਮੰਨ, ਤੈਨੂੰ ਕੌਣ ਰੋਕੇ। ਵੇ ਘਿਣਿਆ ਕਾਤੋਂ ਤੂੰ ਘਿਣੀ ਜਾਨੇ, ਕੰਧ ਮਿਣੀ ਜਾਨੇ ਵਾਰ ਵਾਰ, ਜਿਹੜੀ ਕਫਨ ਮੁਗਲ ਹਕੂਮਤ ਦਾ ਮਿਣੀ ਜਾਨੇ। ਇਹ ਕੰਧਾਂ ਨਹੀਂ, ਮੁਗਲੀਆ ਹਕੂਮਤ ਦਾ ਕਫਨ ਹੈ, ਡਿੱਗਣਗੀਆਂ, ਦੇਖੀ ਮੁਗਲੀਆ ਹਕੂਮਤ ਤੇ ਕਫਨ ਪੈ ਜਾਣਾ। ਉਹ ਜਲਾਦ ਫਿਰ ਚਲਾ ਗਿਆ ਤੇ ਗੁੱਸੇ ਵਿੱਚ ਗਿਆ, ਕਹਿੰਦਾ ਕਿੰਨੀ ਬਜਿੱਦ, ਕਿੰਨੀ ਜਿੱਦ ਵਾਲੀ ਦਾਦੀ ਹੈ, ਇਹਨੂੰ ਪੋਤਿਆਂ ਦਾ ਕੋਈ ਤਰਸ ਨਹੀਂ। ਤੇ ਜਾਂਦਿਆਂ ਕਹਿੰਦਾ ਉਹਨੂੰ ਪੋਤਿਆਂ ਦਾ ਕੋਈ ਤਰਸ ਨਹੀਂ, ਲਿਆਓ ਇੱਟਾਂ ਪਕੜਾਓ। ਦਵਾ ਦਵ ਸਾਹਿਬਜ਼ਾਦਿਆਂ ਨੂੰ ਕੰਧਾਂ ਚੜ੍ਹ ਦਈਏ। ਦਵਾ ਦਵ ਦੋਵਾਂ ਹੱਥਾਂ ਨਾਲ ਇੱਟਾਂ ਫੜਾਉਣ ਲੱਗਾ। ਰਦਾ ਚੁੱਕਦਿਆਂ ਚੁੱਕਦਿਆਂ ਬਾਬਾ ਫਤਿਹ ਸਿੰਘ ਦੇ ਮੂੰਹ ਵੱਲ ਆ ਗਿਆ, ਗਲ ਘੁੱਟ ਹੋਣ ਲੱਗ ਪਏ, ਸਾਹ ਹੁੱਟ ਹੋਣ ਲੱਗ ਪਿਆ। ਤੇ ਉਹ ਵਿਦਵਾਨ ਲਿਖਦਾ ਹੈ, ਕਹਿੰਦਾ ਪਰਤ ਗਿਆ ਜਲਾਦ ਫਿਰ ਦੁਖੀ ਹੋ ਕੇ, ਉਹ ਖੂਨੀ ਕੰਧ ਉੱਤੇ ਇੱਟਾਂ ਲਾਉਣ ਲੱਗਾ। ਅੰਬਰ ਵਿੱਚ ਕਹਾਰੀ ਦੇ ਛੇਕ ਪੈ ਗਏ, ਸੀਨਾ ਪ੍ਰਿਥਵੀ ਦਾ ਥਰ ਥਰਾਉਣ ਲੱਗਾ। ਬਾਬਾ ਫਤਿਹ ਸਿੰਘ ਦਾ ਮੂੰਹ ਦਿਸਣਾ ਬੰਦ ਹੋ ਗਿਆ। ਮਾਂ ਗੁਜਰੀ ਨੂੰ ਐ ਲੱਗਾ ਮੇਰਾ ਇੱਕ ਚੰਦ ਤਾਂ ਛੁਪ ਗਿਆ ਕੰਧਾਂ ਵਿੱਚ। ਦੂਜੇ ਵੱਲ ਵੇਖਦੀ ਹੈ, ਧੰਨ ਮਾਂ ਗੁਜਰੀ ਤੇ ਧੰਨ ਗੁਰੂ ਦੇ ਲਾਲ। ਕਹਿੰਦੇ ਫਤਿਹ ਸਿੰਘ ਮਾਸੂਮ ਦੇ ਮੂੰਹ ਉੱਤੇ ਜਦੋਂ ਰਦਾ ਖੀਰ ਲਾਉਣ ਲੱਗਾ, ਭੱਜ ਗਾਰੇ ਦੇ ਫੇਰ ਜਲਾਦ ਭੱਜਾ ਤੇ ਜਾ ਕੇ ਗੁਜਰੀ ਤਾਈ ਸੁਣਾਉਣ ਲੱਗਾ। ਅਖੀਰ ਵਾਰ ਜਾ ਕੇ ਮਾਂ ਗੁਜਰੀ ਨੂੰ ਕਹਿੰਦਾ, ਮਾਤਾ ਗੁਜਰੀਏ ਕਿਹੋ ਜਿਹੀ ਗੁਜਰਦੀ ਏ, ਤੇਰੇ ਉੱਤੇ ਕਹਾਰੀਆਂ ਗੁਜਰ ਗਈਆਂ। ਗਿਆ ਗੁਜਰਿਆ ਸ਼ਹਿਰ ਵੀ ਆਖਦਾ ਏ, ਗੁਜਰੀ ਉੱਤੇ ਕਹਾਰੀਆਂ ਗੁਜਰ ਗਈਆਂ। ਮਾਂ ਗੁਜਰੀ ਅੱਗੋਂ ਜਵਾਬ ਦਿੱਤਾ, ਮੇਰਾ ਨਾਂ ਗੁਜਰੀ, ਮੇਰੀ ਅਲ ਗੁਜਰੀ, ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ। ਵੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ, ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਤੋਰੇ, ਉਹ ਹੁਣ ਮੌਤ ਮੈਨੂੰ ਕਹਿੰਦੀ ਹੈ ਚੱਲ ਗੁਜਰੀ। ਲੋਕ ਗੁਜਰੀ ਮੈਨੂੰ ਤਾਈਓ ਆਖਦੇ ਨੇ, ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ। ਦੋਵੇਂ ਸਾਹਿਬਜ਼ਾਦੇ ਕੰਧਾਂ ਵਿੱਚ ਲੁਕ ਗਏ, ਸਰੀਰ ਸਾਹ ਹੁੱਟੇ ਗਏ। ਮਿਸਤਰੀਆਂ ਨੇ ਕਾਂਡੀ ਟੇਸੀ ਆਰ ਸਭ ਕੁਝ ਸੁੱਟ ਦਿੱਤਾ। ਹੱਥ ਧੋ ਕੇ ਵਜ਼ੀਰ ਖਾਨ ਨੂੰ ਕਹਿੰਦੇ ਨੇ, ਕੰਧਾਂ ਚਿਣ ਦਿੱਤੀਆਂ ਗਈਆਂ ਜੀ। ਹੁਣ ਉਹ ਕਾਂਡੀ ਟੇਸੀ ਸੁੱਟ ਕੇ ਮਿਸਤਰੀ ਚਲੇ ਗਏ। ਸਭ ਲੋਕਾਂ ਦੀ ਨਜ਼ਰ ਕੰਧਾਂ ਵੱਲ, ਉਸ ਕੰਧ ਵੱਲ ਰਹੀ। ਡੇਢ ਘੜੀ ਗੁਜ਼ਰੀ, ਅਚਾਨਕ ਦੋਵੇਂ ਕੰਧਾਂ ਡਿੱਗ ਪਈਆਂ। ਗੁਰੂ ਦੇ ਲਾਲ ਸਾਹਿਬਜ਼ਾਦੇ ਵੀ ਡਿੱਗ ਪਏ। ਇੱਟਾਂ ਥੱਲੇ ਸਰੀਰ ਆ ਗਏ। ਉੱਚੀ ਫਸੀਲ ਤੇ ਬੈਠਾ ਵਜ਼ੀਰ ਖਾਂ ਵੇਖਦਾ, ਸਭ ਦੇ ਮੂੰਹ ਸੁੱਕ ਚੁੱਕੇ ਸਨ। ਉੱਚੀ ਫਸੀਲ ਤੋਂ ਫਿਰ ਬੋਲਿਆ ਸ਼ਾਸਲ ਵੇਗ ਤੇ ਬਾਸ਼ਲ ਵੇਗ ਨੂੰ, ਓਏ ਬਾਸ਼ਲ ਵੇਗ, ਵੇਖ ਖਾਂ ਕੋਲ ਹੋ ਕੇ ਗੋਬਿੰਦ ਦੇ ਲਾਲ ਮਰ ਗਏ ਨੇ। ਇੱਟਾਂ ਥੱਲੇ ਆਏ ਨੇ, ਵੇਖ ਖਾਂ ਗੋਬਿੰਦ ਦੇ ਲਾਲ ਮਰ ਗਏ ਨੇ। ਤੇ ਜਦੋਂ ਬਾਸ਼ਲ ਵੇਗ ਨੇ ਕੋਲ ਜਾ ਕੇ ਵੇਖਿਆ, ਨਬਜ਼ਾਂ ਪਕੜੀਆਂ, ਸਾਹ ਵਾਲੀਆਂ ਰਗਾਂ ਵੇਖੀਆਂ। ਨਬਜ਼ ਪਕੜ ਕੇ ਵੇਖ ਕੇ ਕਹਿੰਦਾ, ਸੂਬੇਦਾਰ ਸਾਹਿਬ ਮਰੇ ਨਹੀਂ, ਮੁਰਸ਼ਦ ਹੋ ਗਏ ਨੇ, ਬੇਹੋਸ਼ ਹੋ ਗਏ ਨੇ, ਸਾਹ ਘੁੱਟਿਆ ਗਿਆ, ਬੇਹੋਸ਼ੀ ਵਿੱਚ ਚਲੇ ਗਏ। ਵਜ਼ੀਰ ਖਾਨ ਨੇ ਕਿਹਾ, ਅਲਖ ਮੁਕਾ ਦਿਓ, ਖੰਜਰ ਕੱਢ ਤੇ ਸਾਹ ਵਾਲੀਆਂ ਰਗਾਂ ਵੱਢ ਦੇ। ਦੋਵਾਂ ਜਲਾਦਾਂ ਨੇ ਦੋਵਾਂ ਸਾਹਿਬਜ਼ਾਦਿਆਂ ਦੀ ਛਾਤੀ ਤੇ ਗੋਡੇ ਰੱਖੇ
खंजर तिखा कढ़ के गलां ते साह वालियां रगां वड़ दित्तियां। साह वाली रग वड्डण दी देर दुना सिंह हंडूरिया लिखदा है, कहंदा जोरावर सिंह खंडे के साथ प्राण बेग छुट गए। एकदम साह वाली रग वड्डी, बाबा जोरावर सिंह जी दे प्राण तो उसे वक्त पूरे हो गए, पर फतेह सिंह आद घड़ी पाँव मारते रहे। घट्टो घट 12 मिनट बाबा फतेह सिंह का शरीर तड़फदा रहा, पैर बजते रहे, सब वेखते रहे। ताहां निकल गईयां दुनिया दियां, अंबर बिच कहारी दे छेक पै गए। सीना पृथ्वी का थर थराउण लगा। मां गुजरी अखां नाल वेखदियां सब कुछ असह कष्ट सहारदियां शहादत का जाम पी गए। 1.5 दिन लाशां पईयां रहीआं। बाद विच दीवान टोडर मल ने जगह मुल खरीद के, क्योंकि सरहंद में जगह नहीं मिली, अत्तेवाल पिंड की जगह है, सरहंद तो बाहर जाके अत्ते चौधरी कोलों मुल जगह खरीदी, जिथे अज गुरुद्वारा ज्योति स्वरूप साहब है। उत्थे तिन्ने लाशां का संस्कार होया। अज वो पूरे वर्ल्ड विचों सब तो कीमती जगह है। साध संगत, आपां गुरु दे लालां दी ये कथा इत्थे समाप्त करनी, क्योंकि इत्थों अगे ना तो सुनने का अंदर जिगरा रहिंदा, फिर ना सुनाउण दी हिम्मत रहिंदी है। आओ श्री गुरु गोबिंद सिंह महाराज जी नूं नमस्कार करिए, अरदास करिए, दाता तेरे पुत्तां दी शहादत ने अज सानूं जिउंदा रखिआ। अपने बच्चों लई सिक्खी मंगिओ, अपने पुत्तां धीआं लई सिक्खी मंगिओ, इन्हां नूं अंमृत छकाओ, इन्हां नूं बाणी पढ़ाओ, ये जीवन जन्म सफल होवे। मेरा मन करदा है एक पंक्ति धन गुरु गोबिंद सिंह महाराज के प्यार विच, साहिबजादियां दे प्यार विच सारे आपां पढ़िए रल के। ऐसे गुर को वल बल जाइए, आप मुकत मोहे तारे। ऐसे गुर को वल बल जाइए, आप मुकत मोहे तारे। ऐसे गुर को बल बल जाइए, आप मुकत मोहे तारे। ऐसे गुर को बल बल जाइए, आप मुकत मोहे तारे। ऐसे गुर को वल बल जाइए, ऐसे गुर कवल बल जाइए। ऐसे गुर को ऐसे गुर को तुहाडा प्यार वेखना हुण किन्ना क, एक बार गज के कहो ना अंदरों। ऐसे गुर को वल बल जाइए, ऐसे गुर को वल बल जाइए। ऐसे गुर को ऐसे गुर धन श्री गुरु गोबिंद सिंह जी, धन श्री गुरु गोबिंद सिंह जी, धन श्री गुरु गोबिंद सिंह जी, धन श्री गुरु गोबिंद सिंह जी। धन धन माता गुजर कौर जी, धन धन माता गुजर कौर जी, धन धन माता गुजर कौर जी। गज के धन धन बाबा जोरावर सिंह जी, धन धन बाबा फतेह सिंह जी, धन धन बाबा जोरावर सिंह जी। वाह वाह। धन धन बाबा जोरावर सिंह जी, धन धन बाबा फतेह सिंह जी, धन धन बाबा जोरावर सिंह जी। धन धन श्री गुरु गोबिंद सिंह जी, धन श्री गुरु गोबिंद सिंह जी, धन श्री गुरु गोबिंद सिंह जी, धन श्री गुरु गोबिंद सिंह जी। ऐसे गुर को वल बल जाइए, ऐसे
गुर कंवल बल जाइए, ऐसे गुर को ऐसे गुर को बल बल जाइए, आप मुकत मोह तारे, ऐसे गुर को बल बल जाइए, आप मुकत मोह तारे, ऐसे गुर को आप मुकत मोह तारे, ऐसे गुर को बल बल आप मुकत मोह तारे। सतगुरु किरपा करन तुहाडी सारिਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸਮੂਹ ਪ੍ਰਬੰਧਕਾਂ ਦਾ, ਸੰਗਤਾਂ ਦਾ ਧੰਨਵਾਦ। ਭਾਈ ਗੁਰਨੈਲ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ, ਕਿਉਂ ਨਹੀਂ ਤੁਹਾਡਾ ਹੁਕਮ ਮੇਰੇ ਤੱਕ ਪਹੁੰਚਾਇਆ, ਉਹਨਾਂ ਦਾ ਵੀ ਧੰਨਵਾਦ ਹੈ। ਸਮੂਹ ਇੱਥੋਂ ਦੇ ਪ੍ਰਬੰਧਕਾਂ ਦਾ। ਇੱਕ ਤੁਹਾਨੂੰ ਬੇਨਤੀ ਹੈ, ਆਪਾਂ ਸਤਿਗੁਰੂ ਜੀ ਦੀਆਂ ਇਹ ਗਾਥਾਵਾਂ ਕਹਿੰਦੇ ਆ, ਗੁਰੂ ਦੀਆਂ ਖੁਸ਼ੀਆਂ ਗੁਰੂ ਦੀ ਗੋਦ ਵਿੱਚ ਬੈਠ ਕੇ ਮਾਣੀਆਂ ਨੇ। ਮੈਂ ਪਹਿਲੀ ਬੇਨਤੀ ਕਹੀ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਾਂ ਵਰਗੇ ਨਹੀਂ ਹੋ ਸਕਦੇ। ਸਾਡੇ ਵਿੱਚ ਉਹ ਕਰਮ ਕਰਤੂਤ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣ ਸਕੀਏ। ਪਰ ਅਰਦਾਸ ਕਰਿਓ ਦਾਤਾ, ਤੇਰੇ ਪੁੱਤਰਾਂ ਦੀ ਕੁਰਬਾਨੀ ਨੂੰ ਅਸੀਂ ਨਮਸਕਾਰ ਕਰਦੇ ਹਾਂ, ਸਾਨੂੰ ਚਰਨ ਧੂੜੀ ਬਖਸ਼ੋ, ਅਸੀਂ ਤੇਰੀ ਬਾਣੀ ਦਾ ਨਿਤਨੇਮ ਹੀ ਕਰਨ ਲੱਗ ਜਾਈਏ, ਇੰਨੀ ਬਹੁਤ ਵੱਡੀ ਬਖਸ਼ਿਸ਼। ਤੁਹਾਨੂੰ ਬੇਨਤੀ ਹੈ, ਘੱਟੋ ਘੱਟ ਜਪਜੀ ਸਾਹਿਬ ਦਾ ਨਿਤਨੇਮ ਪੱਕਾ ਕਰੋ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਵੀ ਛਕਿਆ। ਬਾਕੀ ਕੰਮ ਰੋਜ਼ ਹੁੰਦੇ ਰਹਿਣਗੇ ਔਰ ਹੋਣੇ ਨੇ, ਇੱਦਾਂ ਹੀ ਦੁਨੀਆ ਚੱਲਦੀ ਰਹਿੰਦੀ ਹੈ, ਨਾ ਵੀ ਰਹੀਏ ਤਾਂ ਵੀ ਕੰਮ ਚੱਲੀ ਜਾਣੇ। ਪਰ ਸਵੇਰੇ ਦਿਨ ਚੜ੍ਹਦੇ ਆ, ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹਨੂੰ ਆਪਣੇ ਕੰਮਾਂ 'ਚ ਐਡ ਕਰੋ ਵੀ ਪਹਿਲਾਂ ਜਪਜੀ ਸਾਹਿਬ ਕਰਨਾ, ਫਿਰ ਹੋਰ ਕੰਮ ਕਰਨੇ। ਪਹਿਲਾਂ ਗੁਰੂ ਦੀ ਬਾਣੀ ਪੜ੍ਹਨੀ ਹੈ, ਬਾਕੀ ਕੰਮ ਬਾਅਦ ਵਿੱਚ। ਸਕੂਲੇ ਬੱਚਿਆਂ ਨੂੰ ਭੇਜਣਾ, ਪਹਿਲਾਂ ਜਪਜੀ ਸਾਹਿਬ। ਦਫ਼ਤਰ ਦੁਕਾਨ 'ਤੇ ਜਾਣਾ, ਪਹਿਲਾਂ ਜਪਜੀ ਸਾਹਿਬ। ਘਰ ਦੀ ਰੋਟੀ ਭੋਜਨ ਪ੍ਰਸ਼ਾਦਾ ਨਾਸ਼ਤਾ ਬਣਾਉਣਾ, ਪਹਿਲਾਂ ਜਪਜੀ ਸਾਹਿਬ, ਬਾਕੀ ਕੰਮ ਬਾਅਦ ਵਿੱਚ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਸਾਡੇ ਉੱਤੇ ਜ਼ਰੂਰ ਬਣੀ ਰਹੇਗੀ। ਅਸੀਂ ਜ਼ਰੂਰ ਗੁਰੂ ਦੇ ਪਿਆਰ ਨਾਲ ਜੁੜੇ ਰਵਾਂਗੇ। ਉਹਦੇ ਪੁੱਤਾਂ ਵਰਗੇ ਤੇ ਨਹੀਂ ਹੋ ਸਕਦੇ, ਪਰ ਜੇ ਨਿਤਨੇਮ ਦੀ ਦਾਤ ਮਿਲ ਗਈ ਤਾਂ ਇੰਨਾ ਜ਼ਰੂਰ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਥਾਂ ਮਿਲ ਜਾਏਗੀ। ਇੰਨਾ ਕੁ ਕਰ ਲਓਗੇ ਭਾਈ, ਨਿਤਨੇਮ ਕਰ ਲਿਆ ਕਰੋਗੇ ਰੋਜ਼ ਜਪਜੀ ਸਾਹਿਬ ਦਾ। ਸਾਰੇ ਮਿਲ ਕੇ ਇੱਕ ਜਕਾਰਾ ਛੱਡੋ, ਜਿਹਨੇ ਜਪਜੀ ਸਾਹਿਬ ਰੋਜ਼ ਕਰਨਾ ਉਹ ਹੱਥ ਖੜੇ ਕਰ ਲਓ ਵੀ ਕਰਨਾ ਰੋਜ਼, ਪੱਕਾ ਦ੍ਰਿੜਤਾ ਪ੍ਰਣ ਕਰੋ। ਬੇਟਾ ਪੜ੍ਹ ਲੈਂਦੇ ਪੰਜਾਬੀ, ਸ਼ਾਬਾਸ਼, ਕਰਨਾ ਹੈ ਜਪਜੀ ਸਾਹਿਬ। ਛੱਡੋ ਜਕਾਰਾ ਸਾਰੇ, ਬੋਲੇ ਸੋ ਨਿਹਾਲ। ਕਿਉਂਕਿ ਤੁਸੀਂ ਕੌਮ ਦਾ ਉੱਜਲ ਭਵਿੱਖ ਹੋ। ਜੇ ਭੈਣਾਂ ਬੀਬੀਆਂ ਬੱਚੇ ਬੰਦੇ ਸਾਰੇ ਹੀ ਬਾਣੀ ਪੜ੍ਹਨ ਲੱਗ ਪਏ ਨਾ, ਫਿਰ ਕੌਮ ਚੜ੍ਹਦੀ ਕਲਾ 'ਚ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਮੈਨੂੰ ਛੁੱਟੀ ਬਖਸ਼ੋ, ਤੁਸੀਂ ਸਮਾਪਤੀ 'ਤੇ ਜਾਇਓ, ਕਿਉਂਕਿ ਅਸੀਂ ਦੂਰ ਜਾਣਾ। ਕੱਲ੍ਹ ਦੇ ਫਿਰ ਸਮਾਗਮ ਨੇ। ਭੁੱਲ ਚੁੱਕ ਦੀ ਮਾਫੀ ਬਖਸ਼ਣੀ, ਆਸ਼ੀਰਵਾਦ ਦਿਓ। ਸਤਿਗੁਰੂ ਇੱਦਾਂ ਹੀ ਆਪਣੇ ਚਰਨਾਂ ਸੇਵਾ ਲੈਂਦੇ ਰਹਿਣ, ਆਖਰੀ ਸਵਾਸ ਤੱਕ ਗੁਰੂ ਦੇ ਚਰਨਾਂ ਦੀ ਇਹ ਸੇਵਾ ਨਿਭਾ ਸਕੀਏ। ਭੁੱਲ ਚੁੱਕ ਦੀ ਮਾਫੀ ਬਖਸ਼ਣੀ। ਗੱਜ ਕੇ ਫਤਿਹ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।